ਲੱਖ ਲਾਹਣਤ ਇਹੋ ਜੀ ਸਰਕਾਰ ਦੇ ਉੱਤੇ। ਸਾਡੇ ਗੁਰੂ ਦੀ ਵੀ ਬੇਅਦਬੀ ਹੁੰਦੀ ਰਹਿਣੀ ਆ ਤੇ ਸਾਨੂੰ ਵੀ ਛੱਤਰ ਪੈਂਦੇ ਰਹਿਣੇ ਆ। ਸਾਥੀਓ, ਆਇਆ ਤੇ ਮੈਂ ਦਰਬਾਰ ਸਾਹਿਬ ਲਾਗੇ ਕੋਈ ਨੌਜਵਾਨਾਂ ਨੇ ਮੈਨੂੰ ਬੁਲਾਇਆ ਸੀਗਾ ਕਿ ਸ਼੍ਰੋਮਣੀ ਕਮੇਟੀ ਵਾਲੇ ਬਾਹਰ ਕੋਈ ਉਹਨਾਂ ਨੂੰ ਬਲੱਡ ਜਿਹੜਾ ਬੈਂਕ ਹੈ ਉਹ ਕੈਂਪ ਲਾਉਣਾ ਸੀਗਾ ਉਹ ਤੇ ਉਹ ਲਾਉਣ ਨਹੀਂ ਸੀ ਦੇ ਰਹੇ। ਉਹਨਾਂ ਦੀ ਜਗ੍ਹਾ ਦਾ ਅਰੇਂਜਮੈਂਟ ਕਰਾਉਣ ਲਈ ਮੈਂ ਇੱਥੇ ਆਇਆ ਸੀਗਾ। ਪਰ ਜਦੋਂ ਮੈਂ ਇੱਥੋਂ ਲੰਘਿਆ ਤੇ ਮੇਰੇ ਕੋਲ ਪਹਿਲਾਂ ਤੇ ਮੈਂ ਅੱਗੇ ਚਲੇ ਗਿਆ, ਮੈਂ ਝੂਠ ਨਹੀਂ ਮਾਰਦਾ, ਪਰ ਫਿਰ ਮੇਰੇ ਮਨ ਦੇ ਵਿੱਚ ਆਇਆ ਵੀ ਇੰਨੀ ਦੇਰ ਤੋਂ ਇਹ ਧਰਨੇ ਤੇ ਬੈਠੇ ਨੇ, ਉਹਨਾਂ ਨੂੰ ਪੁੱਛਿਆ ਤੇ ਜਾਵੇ ਵੀ ਮਸਲਾ ਤੁਹਾਡਾ ਹੱਲ ਹੋਇਆ ਕਿ ਨਹੀਂ ਹੋਇਆ, ਕੋਈ ਤੁਹਾਨੂੰ ਪੁੱਛਣ ਆਇਆ ਕਿ ਨਹੀਂ ਆਇਆ। ਇਹ ਮੈਂ ਤੁਹਾਨੂੰ ਥੋੜਾ ਜਿਹਾ ਪੁਰਾਣਾ ਪਿੱਛੇ ਜਾ ਕੇ ਯਾਦ ਦਿਵਾਉਣਾ ਚਾਹੁੰਦਾ। ਪਹਿਲਾਂ ਤਾਂ ਮੈਂ ਇਹ ਦੱਸ ਦਵਾਂ ਕਿ ਸਾਰੀ ਦੁਨੀਆ ਨੂੰ ਪਤਾ ਕਿ ਧਰਨੇ ਜਿਹੜੇ ਲਾਏ ਜਾਂਦੇ ਨੇ ਉਹ ਸਿਰਫ ਤੇ ਸਿਰਫ ਸਰਕਾਰਾਂ ਦਾ ਜਿਹੜਾ ਧਿਆਨ ਖਿੱਚਣ ਲਈ ਤੇ ਮੁਸ਼ਕਲਾਂ ਨੂੰ ਹੱਲ ਕਰਾਉਣ ਲਈ ਲਾਏ ਜਾਂਦੇ ਨੇ। ਪਰ ਲੱਖ ਲਾਹਣਤ ਇਹੋ ਜੀ ਸਰਕਾਰ ਦੇ ਉੱਤੇ। ਸਾਡੇ ਗੁਰੂ ਦੀ ਵੀ ਬੇਅਦਬੀ ਹੁੰਦੀ ਰਹਿਣੀ ਆ ਤੇ ਸਾਨੂੰ ਵੀ ਛੱਤਰ ਪੈਂਦੇ ਰਹਿਣੇ ਆ। ਸਾਥੀਓ, ਆਇਆ ਤੇ ਮੈਂ ਦਰਬਾਰ ਸਾਹਿਬ ਲਾਗੇ ਕੋਈ ਨੌਜਵਾਨਾਂ ਨੇ ਮੈਨੂੰ ਬੁਲਾਇਆ ਸੀਗਾ ਕਿ ਸ਼੍ਰੋਮਣੀ ਕਮੇਟੀ ਵਾਲੇ ਬਾਹਰ ਕੋਈ ਉਹਨਾਂ ਨੂੰ ਬਲੱਡ ਜਿਹੜਾ ਬੈਂਕ ਹੈ ਉਹ ਕੈਂਪ ਲਾਉਣਾ ਸੀਗਾ ਉਹ ਤੇ ਉਹ ਲਾਉਣ ਨਹੀਂ ਸੀ ਦੇ ਰਹੇ। ਉਹਨਾਂ ਦੀ ਜਗ੍ਹਾ ਦਾ ਅਰੇਂਜਮੈਂਟ ਕਰਾਉਣ ਲਈ ਮੈਂ ਇੱਥੇ ਆਇਆ ਸੀਗਾ। ਪਰ ਜਦੋਂ ਮੈਂ ਇੱਥੋਂ ਲੰਘਿਆ ਤੇ ਮੇਰੇ ਕੋਲ ਪਹਿਲਾਂ ਤੇ ਮੈਂ ਅੱਗੇ ਚਲੇ ਗਿਆ, ਮੈਂ ਝੂਠ ਨਹੀਂ ਮਾਰਦਾ, ਪਰ ਫਿਰ ਮੇਰੇ ਮਨ ਦੇ ਵਿੱਚ ਆਇਆ ਵੀ ਇੰਨੀ ਦੇਰ ਤੋਂ ਇਹ ਧਰਨੇ ਤੇ ਬੈਠੇ ਨੇ, ਉਹਨਾਂ ਨੂੰ ਪੁੱਛਿਆ ਤੇ ਜਾਵੇ ਵੀ ਮਸਲਾ ਤੁਹਾਡਾ ਹੱਲ ਹੋਇਆ ਕਿ ਨਹੀਂ ਹੋਇਆ, ਕੋਈ ਤੁਹਾਨੂੰ ਪੁੱਛਣ ਆਇਆ ਕਿ ਨਹੀਂ ਆਇਆ। ਇਹ ਮੈਂ ਤੁਹਾਨੂੰ ਥੋੜਾ ਜਿਹਾ ਪੁਰਾਣਾ ਪਿੱਛੇ ਜਾ ਕੇ ਯਾਦ ਦਿਵਾਉਣਾ ਚਾਹੁੰਦਾ। ਪਹਿਲਾਂ ਤਾਂ ਮੈਂ ਇਹ ਦੱਸ ਦਵਾਂ ਕਿ ਸਾਰੀ ਦੁਨੀਆ ਨੂੰ ਪਤਾ ਕਿ ਧਰਨੇ ਜਿਹੜੇ ਲਾਏ ਜਾਂਦੇ ਨੇ ਉਹ ਸਿਰਫ ਤੇ ਸਿਰਫ ਸਰਕਾਰਾਂ ਦਾ ਜਿਹੜਾ ਧਿਆਨ ਖਿੱਚਣ ਲਈ ਤੇ ਮੁਸ਼ਕਲਾਂ ਨੂੰ ਹੱਲ ਕਰਾਉਣ ਲਈ ਲਾਏ ਜਾਂਦੇ ਨੇ। ਪਰ ਸਰਕਾਰਾਂ ਇੰਨੀਆਂ ਬਸ਼ਰਮ ਨੇ, ਚਾਹੇ ਉਹ ਦਿੱਲੀ ਵਾਲੀ ਦੇਖ ਲਓ ਚਾਹੇ ਸਾਡੇ ਵਾਲੀ ਦੇਖ ਲਓ। ਇੱਥੇ ਲਿਖ ਕੇ ਲਾਇਆ ਮੇਰੇ ਖਿਆਲ ਵੀ 234 ਦਿਨ ਹੋ ਗਏ ਆ ਇਹਨਾਂ ਨੂੰ ਇੱਥੇ ਧਰਨਾ ਲਾਇਆ ਨੂੰ। ਇਹ ਭਾਈ ਬਲਦੇਵ ਸਿੰਘ ਵਡਾਲਾ ਦੀ ਅਗਵਾਈ ਦੇ ਵਿੱਚ ਧਰਨਾ ਲਾਇਆ ਗਿਆ। ਧਰਨਾ ਤੇ ਕੋਈ ਕਾਮਨ ਮੈਨ ਵੀ ਲਾਵੇ, ਉਹ ਲਾਉਂਦਾ ਤੇ ਆਪਣੀਆਂ ਮੰਗਾਂ ਲਈ ਜਾਂ ਸਮਾਜ ਦੇ ਹਿੱਤਾਂ ਲਈ ਆ। ਹੁਣ ਮੈਂ ਤੁਹਾਨੂੰ ਯਾਦ ਦੱਸਣ ਲੱਗਾ ਕਿ ਧਰਨਾ ਲੱਗਾ ਕਿਉਂ ਹੈ। ਕਿ ਪਿੱਛੇ ਜੇ ਸਭ ਤੋਂ ਪਹਿਲਾਂ ਇਹ ਸਾਲ ਡੇਢ ਸਾਲ ਪਹਿਲਾਂ ਮੇਰੇ ਵੱਲੋਂ ਇੱਕ ਮੁੱਦਾ ਚੁੱਕਿਆ ਗਿਆ ਸੀਗਾ ਕਿ ਸ਼੍ਰੋਮਣੀ ਕਮੇਟੀ ਦੇ 267 ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੇ, ਜਿਹੜੇ ਇਹਨਾਂ ਦੀ ਪ੍ਰੈਸ 'ਚ ਛਪਦੇ ਨੇ, ਉਹ ਗਾਇਬ ਹੋ ਗਏ ਨੇ ਔਰ ਉਹ ਵੱਖ-ਵੱਖ ਥਾਵਾਂ ਦੇ ਉੱਤੇ ਗਏ ਨੇ ਜਿਨ੍ਹਾਂ ਲੋਕਾਂ ਨੂੰ ਉਹਨਾਂ ਦੀ ਮਹੱਤਤਾ ਨਹੀਂ ਪਤਾ। ਇੱਥੇ ਥੋੜਾ ਤਫਤੀਸ਼ ਦੇ ਵਿੱਚ ਮੈਂ ਤੁਹਾਨੂੰ ਦੱਸਾਂ ਕਿ ਜੇ ਕਿਸੇ ਨੇ ਘਰ ਦੇ ਵਿੱਚ ਪੂਰੀ ਮਰਿਆਦਾ ਦੇ ਨਾਲ ਸਰੂਪ ਰੱਖਣਾ ਹੋਵੇ ਤੇ ਉਹ ਤੇ ਇੱਥੇ ਸਿੰਪਲ ਜੀ ਐਪਲੀਕੇਸ਼ਨ ਸ਼੍ਰੋਮਣੀ ਕਮੇਟੀ ਨੂੰ ਦਿੰਦਾ ਕਿ ਮੈਂ ਇਹ ਸਰੂਪ ਗੁਰੂ ਗ੍ਰੰਥ ਸਾਹਿਬ ਦਾ ਆਪਣੇ ਘਰ 'ਚ ਰੱਖਣਾ, ਪ੍ਰਕਾਸ਼ ਕਰਨਾ, ਔਰ ਉਸ ਤੋਂ ਬਾਅਦ ਇਹਨਾਂ ਦਾ ਇੱਕ ਇੰਸਪੈਕਟਰ ਜਾਂਦਾ ਔਰ ਬਹੁਤ ਘੱਟ ਰੇਟ ਨੇ, ਮੇਰਾ ਖਿਆਲ 5100 ਕਿ 2100 ਹੋਊਗਾ। ਗੁਰੂ ਸਾਹਿਬ ਦਾ ਤੇ ਮੁੱਲ ਹੀ ਕੋਈ ਨਹੀਂਗਾ, ਪਰ ਫਿਰ ਵੀ ਇੰਨੇ ਪੈਸੇ ਦੇ ਕੇ ਤੇ ਉਹ ਉੱਥੋਂ ਆਪਣੇ ਘਰ ਦੇ ਵਿੱਚ ਉਹਨਾਂ ਨੂੰ ਉੱਥੇ ਉਹ ਪ੍ਰਕਾਸ਼ ਕਰਦਾ। ਪਰ ਇਹ ਚੋਰੀ ਕੋਏ ਇਹ ਗਏ ਕਿਉਂ? 5100 ਰੁਪਈਆ ਤੇ ਕੋਈ ਬਹੁਤੀ ਮਤਲਬ ਅਮਾਉਂਟ ਨਹੀਂ ਹੈਗੀ। ਇਹ ਚੋਰੀ ਇਸ ਕਰਕੇ ਉਹਨਾਂ ਨੂੰ ਕਰਾ ਕੇ ਦਿੱਤੇ ਗਏ, ਵੱਖ-ਵੱਖ ਡੇਰਿਆਂ ਦੇ ਉੱਤੇ ਭੇਜੇ ਗਏ ਜਿਨ੍ਹਾਂ ਨੂੰ ਪੰਥ ਦੇ ਵਿੱਚੋਂ ਸਰੂਪ ਰੱਖਣ ਤੋਂ ਮਨਾਹੀ ਹੈ। ਔਰ ਇਹ ਕਿਹਦੇ ਆਰਡਰਾਂ ਤੇ ਗਏ, ਇਹ ਸਭ ਤੋਂ ਪਹਿਲਾਂ ਮੈਂ ਮੁੱਦਾ ਚੁੱਕਿਆ ਸੀਗਾ। ਔਰ ਉਸ ਤੋਂ ਬਾਅਦ ਸਿੰਘ ਸਾਹਿਬ ਨੇ ਸਾਡੇ ਪੰਥ ਦੀ, ਸਾਡੀ ਜਿਹੜੀ ਸੁਪਰੀਮ ਪਾਵਰ ਹੈ, ਉਹਦੀ ਪੰਥ ਦੀ ਮਹਾਨ ਹਸਤੀ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦੀ ਜਾਂਚ ਕੀਤੀ ਔਰ ਉਹਨਾਂ ਜਾਂਚ ਦੇ ਵਿੱਚ ਇੱਕ ਗੱਲ ਤੇ ਬਿਲਕੁਲ ਸਾਫ਼ ਕੀਤੀ ਕਿ ਸਰੂਪ ਜਿਹੜੇ ਉਹ 267 ਨਹੀਂ ਗਾਇਬ ਹੋਏ, ਸਰੂਪ 328 ਨਹੀਂ ਹੈਗੇ। ਪਰ ਇਹਦੇ ਨਾਲ ਉਹਨਾਂ ਇੱਕ ਸਟੇਟਮੈਂਟ ਦਿੱਤੀ, ਇੱਕ ਵੀਡੀਓ ਉਹਨਾਂ ਦੀ ਕਿਸੇ ਚੈਨਲ ਦੇ ਉੱਤੇ ਆ ਜਿਹਦੇ 'ਚ ਉਹ ਕਹਿੰਦੇ ਆ ਕਿ ਜਿਨ੍ਹਾਂ ਨੇ ਵੀ ਕੀਤਾ ਇਹ ਬੱਜਰ ਗੁਨਾਹ ਕੀਤਾ, ਇਹਨਾਂ ਲੋਕਾਂ ਨੂੰ ਫੜ ਕੇ ਅੰਦਰ ਦੇ ਦੇਣਾ ਚਾਹੀਦਾ ਔਰ ਜੇ ਕੰਮ ਮੈਂ ਨਾ ਕਰਾ ਸਕਿਆ ਤੇ ਮੈਂ ਸਾਰਾ ਕੁਝ ਛੱਡ ਕੇ ਲਾਂਭੇ ਹੋ ਜਾਊਂਗਾ। ਨਾ ਤੇ ਜਥੇਦਾਰ ਸਾਹਿਬ ਲਾਂਭੇ ਹੋਏ ਤੇ ਨਾ ਹੀ ਉਹਨਾਂ ਸਰੂਪਾਂ ਦਾ ਕੋਈ ਵਾਲੀ ਵਾਰਸ ਕਿੱਥੇ ਗਏ, ਨਾ ਕਿਸੇ ਨੇ ਪੁੱਛ ਪ੍ਰਤੀਤ ਕੀਤੀ, ਨਾ ਉਹ ਅੱਜ ਤੱਕ ਮਿਲੇ। ਉਹਦੇ ਕਰਕੇ ਇਹਨਾਂ ਨੇ ਇੱਥੇ ਪੱਕਾ ਜਿਹੜਾ ਧਰਨਾ 1 ਸਾਲ ਦੇ ਕਰੀਬ ਇਹਨਾਂ ਨੂੰ ਉਹ ਚੱਲਾ ਲਾ ਦਿੱਤਾ। ਇਹ ਕੇਸ ਲੈ ਕੇ ਜ਼ਿਲ੍ਹੇ ਦੇ ਪੁਲਿਸ ਕਮਿਸ਼ਨਰ ਕੋਲ ਵੀ ਗਏ, ਉਸ ਤੋਂ ਬਾਅਦ ਇਹ ਲੋਅਰ ਕੋਰਟ ਦੇ ਵਿੱਚ ਵੀ ਗਏ ਔਰ ਲੋਅਰ ਕੋਰਟ ਨੇ ਡਿਸਮਿਸ ਕਰ ਦਿੱਤਾ। 328 ਸਰੂਪ ਗਾਇਬ ਹੋਏ ਹੋਣ ਔਰ ਕੋਰਟ ਦੇ ਵਿੱਚ ਸੁਣਵਾਈ ਨਾ ਹੋਵੇ, ਉਹਨੂੰ ਲੈ ਕੇ ਹਾਈ ਕੋਰਟ ਚੱਲੇ ਨੇ। ਮੈਂ ਦੱਸ ਦਵਾਂ ਕਿ ਦੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਤੇ ਸਾਰੇ ਪੰਜਾਬ 'ਚ ਅੱਗ ਲੱਗੀ। ਅੱਜ ਸਾਰੇ ਪੰਜਾਬ ਦੀਆਂ ਪਾਰਟੀਆਂ 2 ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਦੇ ਉੱਤੇ ਰਾਜਨੀਤੀ ਕਰਦੀਆਂ ਵਾ ਔਰ 328 ਸਰੂਪ ਗਾਇਬ ਹੋਣ ਔਰ ਉਹਨਾਂ ਦਾ ਕੋਈ ਵਾਲੀ ਵਾਰਸ ਨਾ ਹੋਵੇ, ਉਹਨਾਂ ਦੀ ਕੋਈ ਜਾਂਚ ਨਾ ਚੱਲੀ ਹੋਵੇ। ਜਥੇਦਾਰ ਸਾਹਿਬ ਨੇ 267 ਦੇ 328 ਇਸ ਕਰਕੇ ਕੀਤੇ ਕਿ ਉਹਨਾਂ ਸੱਚੇ ਹੋਣਾ ਸੀਗਾ ਸੰਗਤ ਦੀ ਨਜ਼ਰ ਦੇ ਵਿੱਚ ਕਿ ਮੈਂ ਵੱਧ ਕਰ ਦਿੱਤੇ ਨੇ। ਪਰ ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਘਾਲ ਮਾਰ ਕੀਤਾ, ਉਸ ਤੋਂ ਬਾਅਦ ਜਿਹੜੇ ਇਹਨਾਂ ਫਰਮਾਨ ਜਾਰੀ ਕੀਤੇ, ਉਹਦੇ 'ਚ ਕੀ ਕਹਿੰਦੇ ਨੇ, ਪਹਿਲਾਂ ਪ੍ਰਧਾਨ ਸਾਹਿਬ ਦੀ ਸਟੇਟਮੈਂਟ ਆਈ ਜਦੋਂ ਮੈਂ ਰੌਲਾ ਪਾਇਆ ਸੀਗਾ
ਕਿ ਇੰਨੇ ਬੰਦੇ ਦੋਸ਼ੀ ਨੇ, ਵਿੱਚੋਂ ਕਈ ਅਸਤੀਫੇ ਦੇ ਗਏ ਤੇ ਕਈਆਂ ਦੇ ਬਾਰੇ ਉਹਨਾਂ ਨੇ ਬੋਲਿਆ ਕਿ ਇਹਨਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣਗੀਆਂ, ਇਹਨਾਂ ਦੇ ਉੱਤੇ ਜਿਹੜਾ ਕ੍ਰਿਮੀਨਲ ਪਰਚਾ ਦਰਜ ਹੋਊਗਾ। ਉਸ ਤੋਂ ਬਾਅਦ ਜਦੋਂ ਇਹਨਾਂ ਨੂੰ ਪਤਾ ਲੱਗਾ ਕਿ ਜਿਨ੍ਹਾਂ ਲੋਕਾਂ ਦੇ ਉੱਤੇ ਪਰਚਾ ਦਰਜ ਹੋਣ ਲੱਗਾ, ਛੋਟੇ ਲੈਵਲ ਤੋਂ ਪਰਚਾ ਦਰਜ ਹੋਣਾ ਸੀਗਾ, ਤੇ ਇਹ ਜਿਹੜੀ ਚੇਨ ਆ, ਇਹ ਜਿਹੜੀ ਕੜੀ ਆ, ਉਹ ਕਿੱਥੋਂ ਤੱਕ ਪਹੁੰਚ ਜਾਣੀ ਟੀਸੀ ਤੇ, ਨਾ ਕਿਸੇ ਨੇ ਪਰਚਾ ਦਰਜ ਕਰਾਇਆ। ਇਸ ਸਬੰਧ ਦੇ ਵਿੱਚ ਮੈਂ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ 2 ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਨ੍ਹਾਂ ਦੀ ਬੇਅਦਬੀ ਹੋਈ ਤੇ ਸਿੱਟ ਤੱਕ ਬਿਠਾਈਆਂ ਗਈਆਂ, ਕੋਰਟ ਦੇ ਵਿੱਚ ਵਕੀਲਾਂ ਦੀ ਫੌਜ ਖੜੀ ਕੀਤੀ ਜਾਂਦੀ ਆ, ਉਹਦੇ ਵਿੱਚ ਵੀ ਇਨਸਾਫ ਨਹੀਂ ਮਿਲਿਆ। ਕਮ ਸੇ ਕਮ 328 ਸਰੂਪ ਤੇ ਤੇਰੇ ਰਾਜ ਦੇ ਵਿੱਚ ਗਾਇਬ ਹੋਏ ਜਾਂ ਸਾਹਮਣੇ ਆਏ ਆ। ਤੈਨੂੰ ਤੇ ਇਹਨਾਂ ਦੇ ਉੱਤੇ ਜਿਹੜਾ ਕ੍ਰਿਮੀਨਲ ਪਰਚਾ ਦਰਜ ਕਰਨਾ ਚਾਹੀਦਾ। ਹੁਣ ਮੈਂ ਤੁਹਾਨੂੰ ਸੰਗਤ ਨੂੰ ਪੁੱਛਣ ਲੱਗਾ ਕਿ ਜੇ ਮੈਂ ਦਰਬਾਰ ਸਾਹਿਬ ਦੇ ਅੰਦਰ ਜਾਣਾ, ਉੱਥੇ ਮੇਰੇ ਕੋਲੋਂ ਕੋਈ ਕਤਾਈ ਹੋ ਜਾਂਦੀ ਧਾਰਮਿਕ, ਉਹਦੀ ਸਜ਼ਾ ਤੇ ਦਵੇ ਮੈਨੂੰ ਸ਼੍ਰੋਮਣੀ ਕਮੇਟੀ, ਉਹਦੀ ਸਜ਼ਾ ਤੇ ਦਵੇ ਮੈਨੂੰ ਕਾਲ ਤਖਤ, ਤੇ ਜੇ ਅੰਦਰ ਜਾ ਕੇ ਮੈਂ ਤੁਹਾਡੀ ਜੇਬ ਕੱਟ ਲੈਣਾ, ਤੁਹਾਡਾ ਕਤਲ ਕਰ ਦਿੰਨਾ, ਤੁਹਾਨੂੰ ਕਿਸੇ ਨੂੰ ਸੱਟ ਪੇਟ ਲਾ ਦਿੰਨਾ, ਉਹਦੀ ਜਾਂਚ ਤੇ ਜਿਹੜੀ ਐਸਜੀਪੀਸੀ ਤੇ ਕਾਲ ਤਖਤ ਦਾ ਜਹੇਦਾਰ ਨਹੀਂ ਨਾ ਕਰ ਸਕਦਾ, ਉਹਦਾ ਪਰਚਾ ਤੇ ਤੁਸੀਂ ਪੁਲਿਸ ਕੋਲ ਹੀ ਦਰਜ ਕਰਾਉਂਦੇ ਹੋ ਨਾ। ਫਿਰ 328 ਸਰੂਪ ਤੁਸੀਂ ਮੰਨਦੇ ਹੋ ਚੋਰੀ ਹੋਏ ਆ, ਫਿਰ ਉਹਨਾਂ ਦਾ ਅੱਜ ਤੱਕ ਪਰਚਾ ਕਿਉਂ ਨਹੀਂ ਦਰਜ ਕਰਾਇਆ ਗਿਆ? ਸਾਲ ਬੰਦਿਆਂ ਨੂੰ ਇੱਥੇ ਬੈਠਿਆਂ ਨੂੰ ਹੋ ਗਿਆ ਹੋਵੇ ਤੇ ਇਹਨਾਂ ਦੀ ਕੋਈ ਬਾਤ ਨਾ ਪੁੱਛੇ। ਵੱਡੀਆਂ ਤੋਂ ਵੱਡੀਆਂ ਹਸਤੀਆਂ ਵੋਟਾਂ ਦੇ ਚੱਕਰ 'ਚ ਇੱਥੇ ਮੱਥਾ ਟੇਕਣ ਆਉਂਦੀਆਂ ਹੁਣ, ਔਰ ਇਹਨਾਂ ਕੋਲ ਰੁਕ ਕੇ ਨਾ ਜਾਣ। ਕਿਉਂ ਨਹੀਂ ਹੁਣ ਤੱਕ ਨਿਆਂ ਮਿਲ ਰਿਹਾ? ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਕਹਿਣਾ ਕਿ ਬਥੇਰੀ ਖੱਜਲ ਖਰਾਬੀ ਤੇਰੀ ਦਿੱਲੀ ਹੋਣ ਡਈ ਆ, ਇਹਨਾਂ ਮੁੱਦਿਆਂ ਕਰਕੇ ਹੋਣ ਡਈ ਆ, ਇਹਨਾਂ ਚੀਜ਼ਾਂ ਕਰਕੇ ਹੋਣ ਡਈ ਆ, ਤੇ ਕਮ ਸੇ ਕਮ ਜੇ ਤੇਰਾ ਬਾਦਲਾਂ ਨਾਲ ਯਰਾਨਾ ਨਹੀਂਗਾ ਤੇ ਫਿਰ ਇੱਥੇ ਆ ਕੇ ਇਹਨਾਂ ਦੀ ਬਾਤ ਪੁੱਛ। ਤੇਰੇ ਜ਼ਿਲ੍ਹੇ ਦਾ ਕਮਿਸ਼ਨਰ ਇੱਥੇ ਆਵੇ, ਤੇਰੇ ਜ਼ਿਲ੍ਹੇ ਦਾ ਡੀਸੀ ਇੱਥੇ ਆਵੇ, ਔਰ ਇਹਨਾਂ ਲੋਕਾਂ ਦੀ ਡਿਮਾਂਡ ਜਿਹੜੀ ਸੁਣੇ ਔਰ ਉਹ ਪਰਚਾ ਦਰਜ ਕਰੇ। ਮੈਂ ਨਹੀਂ ਕਹਿੰਦਾ ਉਹਦੇ ਵਿੱਚ ਕਿਸੇ ਨੂੰ ਫੜ ਕੇ ਤੁਸੀਂ ਅੰਦਰ ਦੋ, ਉਹਦੀ ਜਾਂਚ ਤੇ ਸ਼ੁਰੂ ਕਰੋ ਨਾ। ਜੇ ਉਹ ਛੋਟੇ ਲੈਵਲ ਤੋਂ ਸਟੋਰ ਕੀਪਰ ਤੋਂ ਸ਼ੁਰੂ ਹੋਈ ਆ, ਸਟੋਰ ਕੀਪਰ ਨੇ ਸਟੇਟਮੈਂਟ ਦਿੱਤੀ, ਪ੍ਰੈਸ ਨੂੰ ਪ੍ਰੈਸ ਕਾਨਫਰੰਸ ਕਰਕੇ ਉਹਨੇ ਦੱਸਿਆ ਕਿ ਮੈਨੂੰ ਤੇ ਚਿੱਟ ਹੀ ਆਉਂਦੀ ਸੀਗੀ ਵੱਡੇ ਲੋਕਾਂ ਦੀ, ਜਿਹਦੀ ਚਿੱਟ ਦੇ ਉੱਤੇ ਮੈਂ ਸਰੂਪ ਦੇ ਦਿੰਦਾ ਰਿਹਾ ਵਾਂ। ਅੱਜ ਮੈਂ ਪੰਜਾਬ ਦੇ ਸਾਰੇ ਲੀਡਰਾਂ ਨੂੰ ਕਹਿੰਦਾ ਕਿ ਜੇ ਤੁਹਾਡੇ ਵਿੱਚ ਜ਼ਮੀਰ ਹੈ, ਜੇ ਤੁਸੀਂ ਸਹੀ ਮਾਇਨੇ 'ਚ ਗੁਰੂ ਨੂੰ ਪਿਆਰ ਕਰਦੇ ਹੋ, ਤੇ ਫਿਰ ਇਹਨਾਂ ਲੋਕਾਂ ਕੋਲ ਆ ਕੇ ਪੁੱਛੋ, ਇਹਨਾਂ ਦਾ ਚਾਹੇ ਧਰਨਾ, ਇਹਨਾਂ ਦੀਆਂ ਮੰਗਾਂ ਮੰਨ ਕੇ ਉਠਾਓ। ਤੁਹਾਨੂੰ ਸ਼ਰਮ ਨਹੀਂ ਆਉਂਦੀ ਯਾਰ ਲੀਡਰਾਂ ਨੂੰ? ਇੱਕ ਸਾਲ ਤੋਂ ਆ ਧੁੱਪੇ, ਆ ਜੂਨ ਜੁਲਾਈ ਦਾ ਮਹੀਨਾ, ਤੇ ਉਹ ਬੀਬੀਆਂ ਭੈਣਾਂ ਤੇ ਉਹ ਬੱਚੇ ਤੇ ਬਜ਼ੁਰਗ ਇੱਥੇ ਬੈਠੇ ਆ। ਲੱਖ ਲਾਹਨਤ ਇਹੋ ਜੀ ਸਰਕਾਰ ਦੇ ਉੱਤੇ। ਮੈਂ ਇਹਦੇ ਨਾਲ ਮੇਰੇ ਲੱਖ ਵੈਰ ਵਿਰੋਧ ਹੋਊਗਾ, ਮੇਰੇ ਲੱਖ ਮਤਭੇਦ ਹੋਣਗੇ। ਆ ਨਵਜੋਤ ਸਿੰਘ ਸਿੱਧੂ ਰੋਜ਼ ਟਵਿੱਟਰ ਦੇ ਉੱਤੇ ਬੇਅਦਬੀ ਦੇ ਉੱਤੇ ਬੋਲਦਾ, ਮੈਂ ਉਹਨੂੰ ਵੀ ਕਹਿਣਾ ਕਿ ਸਮਾਂ ਕੱਢ ਕੇ ਆ, ਆਪਣੀ ਜੇ ਰਾਜਨੀਤੀ ਦੀ ਅਗਲੀ ਪਾਰੀ ਸ਼ੁਰੂ ਕਰਨੀ ਆ ਤੇ ਇੱਥੋਂ ਆ ਕੇ ਕਰ। ਆ ਦਿੱਲੀ ਜਿਹੜੇ ਮਿਨਿਸਟਰ ਜਾਂਦੇ ਫਿਰਦੇ ਆ ਕਾਂਗਰਸ ਦੇ, ਸੁਖੀ ਰੰਧਾਵਾ, ਚੰਨੀ, ਆ ਬਾਜਵਾ ਜੀ, ਤੇ ਇੱਥੇ ਆ ਕੇ ਪੁੱਛੋ, ਪਹਿਲਾਂ 328 ਸਰੂਪਾਂ ਦਾ ਇਨਸਾਫ ਤੇ ਦਵਾਓ, ਇਹਦੇ ਨਾਲ ਵੀ ਸਿੱਟ ਬਣਾਓ। ਇਹਨਾਂ ਦੇ ਉੱਤੇ ਵੀ ਜਿਨ੍ਹਾਂ ਨੇ ਗਾਇਬ ਕੀਤੇ ਆ ਉਹ ਪਰਚਾ ਦਰਜ ਕੀਤਾ ਜਾਵੇ, ਤੇ ਇਹ ਧੀਆਂ ਭੈਣਾਂ ਮਾਵਾਂ ਤੇ ਜਿਹੜੇ ਬਜ਼ੁਰਗ ਤੇ ਬੱਚੇ ਬੈਠੇ ਆ, ਇਹਨਾਂ ਨੂੰ ਇਹਨਾਂ ਦੇ ਘਰ ਭੇਜੋ। ਅੱਜ ਮੈਂ ਸੰਗਤ ਨੂੰ ਪੁੱਛਦਾ, ਐਡਾ ਵੱਡਾ ਬਰਗਾੜੀ ਤੁਸੀਂ ਇਕੱਠ ਕੀਤਾ ਸੀ 2 ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਉੱਤੇ, ਆ ਐਡਾ ਵੱਡਾ ਬੋਰਡ ਲੱਗਾ, ਤੁਹਾਨੂੰ ਦਿਸਦਾ ਨਹੀਂ? 328 ਸਰੂਪ ਗਾਇਬ ਹੋਏ ਆ। ਕੀ ਗੱਲ ਇਹ ਇਕੱਲੇ ਇਨਸਾਫ ਮੰਗਣਗੇ? ਮੈਂ ਵੀ ਗਾਇਬ ਗਾਏ ਰੌਲਾ ਪਾਇਆ, ਮੈਂ ਇਹਨਾਂ ਵਾਂਗੂ ਕੁਰਬਾਨੀ ਨਹੀਂ ਦੇ ਸਕਦਾ ਕਿ ਮੈਂ ਪੱਕਾ ਹੀ ਧੁੱਪੇ ਬਹਿ ਜਾਵਾਂ। ਹਰ ਬੰਦੇ 'ਚ ਆਪੋ ਆਪਣਾ ਜਜ਼ਬਾ ਹੁੰਦਾ, ਸ਼ਾਇਦ ਮੈਂ ਇਸ ਕਾਬਲ ਨਹੀਂ ਹੈਗਾ, ਪਰ ਸੰਗਤ ਨੂੰ, ਗੁਰੂ ਘਰ ਦੇ ਪ੍ਰੇਮੀਆਂ ਨੂੰ ਇਹ ਚਾਹੀਦਾ ਗਾਇਬ ਗਾਏ। ਜਿਹੜੇ ਲੋਕ ਵੀ ਤੁਹਾਨੂੰ ਮਿਲਦੇ ਆ, ਅਫਸਰ ਆ, ਲੀਡਰ ਆ, ਇਹਨਾਂ 328 ਸਰੂਪਾਂ ਦਾ ਹਿਸਾਬ ਵੀ ਮੰਗਿਆ ਜਾਵੇ, ਔਰ ਇਹਨਾਂ ਦੋਸ਼ੀਆਂ ਨੂੰ ਵੀ ਸਜ਼ਾ ਸੁਣਵਾਈ ਜਾਵੇ। ਅਗਲੀ ਇਲੈਕਸ਼ਨ ਹੁਣ 328 ਸਰੂਪਾਂ ਦੇ ਨਾਂ ਤੇ ਕਰਨਗੇ, ਨਵੀਂ ਕੋਈ ਪਾਰਟੀ ਆ ਜਾਊਗੀ, ਉਹ ਕਹੂ ਅਸੀਂ ਇਨਸਾਫ ਦੇਵਾਂਗੇ 2 ਬੇਅਦਬੀ ਦਾ ਵੀ ਤੇ 328 ਦਾ ਵੀ। ਇਸੇ ਤਰੀਕੇ ਅਸੀਂ ਸ਼ਦਾਈ ਬਣਦੇ ਰਹਿਣਾ, ਸਾਡੇ ਗੁਰੂ ਦੀ ਵੀ ਬੇਅਦਬੀ ਹੁੰਦੀ ਰਹਿਣੀ ਆ ਤੇ ਸਾਨੂੰ ਵੀ ਛੱਤਰ ਪੈਂਦੇ ਰਹਿਣੇ ਆ। ਮੈਂ ਸਿਰਫ ਲੋਕਾਂ ਨੂੰ ਕਹਿੰਦਾ, ਜਾਗੋ ਜਾਗੋ ਤੇ ਜਾਗੋ। ਲੱਖ ਲਾਹਨਤ ਇਹੋ ਜੀ ਸਰਕਾਰ ਦੇ ਉੱਤੇ। ਸਾਡੇ ਗੁਰੂ ਦੀ ਵੀ ਬੇਅਦਬੀ ਹੁੰਦੀ ਰਹਿਣੀ ਆ ਤੇ ਸਾਨੂੰ ਵੀ ਛੱਤਰ ਪੈਂਦੇ ਰਹਿਣੇ ਆ। ਸਾਥੀਓ, ਆਇਆ ਤੇ ਮੈਂ ਦਰਬਾਰ ਸਾਹਿਬ ਲਾਗੇ, ਕੋਈ ਨੌਜਵਾਨਾਂ ਨੇ ਮੈਨੂੰ ਬੁਲਾਇਆ ਸੀਗਾ ਕਿ ਸ਼੍ਰੋਮਣੀ ਕਮੇਟੀ ਵਾਲੇ ਬਾਹਰ ਕੋਈ ਉਹਨਾਂ ਨੂੰ ਬਲੱਡ ਜਿਹੜਾ ਬੈਂਕ ਹੈ ਉਹ ਕੈਂਪ ਲਾਉਣਾ ਸੀਗਾ, ਉਹ ਲਾਉਣ ਨਹੀਂ ਸੀ ਦੇ ਰਹੇ। ਉਹਨਾਂ ਦੀ ਜਗ੍ਹਾ ਦਾ ਅਰੇਂਜਮੈਂਟ ਕਰਾਉਣ ਲਈ ਮੈਂ ਇੱਥੇ ਆਇਆ ਸੀਗਾ। ਪਰ ਜਦੋਂ ਮੈਂ ਇੱਥੋਂ ਲੰਘਿਆ ਤੇ ਮੇਰੇ ਕੋਲ, ਪਹਿਲਾਂ ਤੇ ਮੈਂ ਅੱਗੇ ਚਲੇ ਗਿਆ, ਮੈਂ ਝੂਠ ਨਹੀਂ ਮਾਰਦਾ, ਪਰ ਫਿਰ ਮੇਰੇ ਮਨ ਦੇ ਵਿੱਚ ਆਇਆ ਵੀ ਇੰਨੀ ਦੇਰ ਤੋਂ ਇਹ ਧਰਨੇ ਤੇ ਬੈਠੇ ਨੇ, ਉਹਨਾਂ ਨੂੰ ਪੁੱਛਿਆ ਤੇ ਜਾਵੇ ਵੀ ਮਸਲਾ ਕਿ ਸ਼੍ਰੋਮਣੀ ਕਮੇਟੀ ਦੇ 267 ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੇ, ਜਿਹੜੇ ਇਹਨਾਂ ਦੀ ਪ੍ਰੈਸ 'ਚ ਛਪਦੇ ਨੇ, ਉਹ ਗਾਇਬ ਹੋ ਗਏ ਨੇ, ਔਰ ਉਹ ਵੱਖ-ਵੱਖ ਥਾਵਾਂ ਦੇ ਉੱਤੇ ਗਏ ਨੇ। ਜਿਨ੍ਹਾਂ ਲੋਕਾਂ ਨੂੰ ਉਹਨਾਂ ਦੀ ਮਹੱਤਤਾ ਨਹੀਂ ਪਤਾ,
ਇੱਥੇ ਥੋੜਾ ਤਫਤੀਸ਼ ਦੇ ਵਿੱਚ ਮੈਂ ਤੁਹਾਨੂੰ ਦੱਸਾਂ ਕਿ ਜੇ ਕਿਸੇ ਨੇ ਘਰ ਦੇ ਵਿੱਚ ਪੂਰੀ ਮਰਿਆਦਾ ਦੇ ਨਾਲ ਸਰੂਪ ਰੱਖਣਾ ਹੋਵੇ ਤੇ ਉਹ ਤੇ ਇੱਥੇ ਸਿੰਪਲ ਜੀ ਐਪਲੀਕੇਸ਼ਨ ਸ਼੍ਰੋਮਣੀ ਕਮੇਟੀ ਨੂੰ ਦਿੰਦਾ ਕਿ ਮੈਂ ਇਹ ਸਰੂਪ ਗੁਰੂ ਗ੍ਰੰਥ ਸਾਹਿਬ ਦਾ ਆਪਣੇ ਘਰ 'ਚ ਰੱਖਣਾ, ਪ੍ਰਕਾਸ਼ ਕਰਨਾ, ਔਰ ਉਸ ਤੋਂ ਬਾਅਦ ਇਹਨਾਂ ਦਾ ਇੱਕ ਇੰਸਪੈਕਟਰ ਜਾਂਦਾ ਔਰ ਬਹੁਤ ਘੱਟ ਰੇਟ ਨੇ, ਮੇਰਾ ਖਿਆਲ 5100 ਕਿ 2100 ਹੋਊਗਾ। ਗੁਰੂ ਸਾਹਿਬ ਦਾ ਤੇ ਮੁੱਲ ਹੀ ਕੋਈ ਨਹੀਂਗਾ, ਪਰ ਫਿਰ ਵੀ ਇੰਨੇ ਪੈਸੇ ਦੇ ਕੇ ਤੇ ਉਹ ਉੱਥੋਂ ਆਪਣੇ ਘਰ ਦੇ ਵਿੱਚ ਉਹਨਾਂ ਨੂੰ ਉੱਥੇ ਉਹ ਪ੍ਰਕਾਸ਼ ਕਰਦਾ। ਪਰ ਇਹ ਚੋਰੀ ਕੋਏ ਇਹ ਗਏ ਕਿਉਂ? 5100 ਰੁਪਈਆ ਤੇ ਕੋਈ ਬਹੁਤੀ ਮਤਲਬ ਅਮਾਉਂਟ ਨਹੀਂ ਹੈਗੀ। ਇਹ ਚੋਰੀ ਇਸ ਕਰਕੇ ਉਹਨਾਂ ਨੂੰ ਕਰਾ ਕੇ ਦਿੱਤੇ ਗਏ, ਵੱਖ-ਵੱਖ ਡੇਰਿਆਂ ਦੇ ਉੱਤੇ ਭੇਜੇ ਗਏ ਜਿਨ੍ਹਾਂ ਨੂੰ ਪੰਥ ਦੇ ਵਿੱਚੋਂ ਸਰੂਪ ਰੱਖਣ ਤੋਂ ਮਨਾਹੀ ਹੈ। ਔਰ ਇਹ ਕਿਹਦੇ ਆਰਡਰਾਂ ਤੇ ਗਏ, ਇਹ ਸਭ ਤੋਂ ਪਹਿਲਾਂ ਮੈਂ ਮੁੱਦਾ ਚੁੱਕਿਆ ਸੀਗਾ। ਔਰ ਉਸ ਤੋਂ ਬਾਅਦ ਸਿੰਘ ਸਾਹਿਬ ਨੇ ਸਾਡੇ ਪੰਥ ਦੀ, ਸਾਡੀ ਜਿਹੜੀ ਸੁਪਰੀਮ ਪਾਵਰ ਹੈ, ਉਹਦੀ ਪੰਥ ਦੀ ਮਹਾਨ ਹਸਤੀ ਗਿਆਨੀ ਹਰਪ੍ਰੀਤ ਸਿੰਘ ਹੋਣਾ ਉਹਦੀ ਜਾਂਚ ਕੀਤੀ ਔਰ ਉਹਨਾਂ ਜਾਂਚ ਦੇ ਵਿੱਚ ਇੱਕ ਗੱਲ ਤੇ ਬਿਲਕੁਲ ਸਾਫ਼ ਕੀਤੀ ਕਿ ਸਰੂਪ ਜਿਹੜੇ ਉਹ 267 ਨਹੀਂ ਗਾਇਬ ਹੋਏ, ਸਰੂਪ 328 ਨਹੀਂ ਹੈਗੇ। ਪਰ ਇਹਦੇ ਨਾਲ ਉਹਨਾਂ ਇੱਕ ਸਟੇਟਮੈਂਟ ਦਿੱਤੀ, ਇੱਕ ਵੀਡੀਓ ਉਹਨਾਂ ਦੀ ਕਿਸੇ ਚੈਨਲ ਦੇ ਉੱਤੇ ਆ ਜਿਹਦੇ 'ਚ ਉਹ ਕਹਿੰਦੇ ਆ ਕਿ ਜਿਨ੍ਹਾਂ ਨੇ ਵੀ ਕੀਤਾ ਇਹ ਬੱਜਰ ਗੁਨਾਹ ਕੀਤਾ, ਇਹਨਾਂ ਲੋਕਾਂ ਨੂੰ ਫੜ ਕੇ ਅੰਦਰ ਦੇ ਦੇਣਾ ਚਾਹੀਦਾ। ਔਰ ਜੇ ਕੰਮ ਮੈਂ ਨਾ ਕਰਾ ਸਕਿਆ ਤੇ ਮੈਂ ਸਾਰਾ ਕੁਝ ਛੱਡ ਕੇ ਲਾਂਭੇ ਹੋ ਜਾਊਂਗਾ। ਨਾ ਤੇ ਜਥੇਦਾਰ ਸਾਹਿਬ ਲਾਂਭੇ ਹੋਏ ਤੇ ਨਾ ਹੀ ਉਹਨਾਂ ਸਰੂਪਾਂ ਦਾ ਕੋਈ ਵਾਲੀ ਵਾਰਸ ਕਿੱਥੇ ਗਏ, ਨਾ ਕਿਸੇ ਨੇ ਪੁੱਛ ਪ੍ਰਤੀਤ ਕੀਤੀ, ਨਾ ਉਹ ਅੱਜ ਤੱਕ ਮਿਲੇ। ਉਹਦੇ ਕਰਕੇ ਇਹਨਾਂ ਨੇ ਇੱਥੇ ਪੱਕਾ ਜਿਹੜਾ ਧਰਨਾ 1 ਸਾਲ ਦੇ ਕਰੀਬ ਇਹਨਾਂ ਨੂੰ ਉਹ ਚੱਲਾ ਲਾ ਦਿੱਤਾ। ਇਹ ਕੇਸ ਲੈ ਕੇ ਜ਼ਿਲ੍ਹੇ ਦੇ ਪੁਲਿਸ ਕਮਿਸ਼ਨਰ ਕੋਲ ਵੀ ਗਏ, ਉਸ ਤੋਂ ਬਾਅਦ ਇਹ ਲੋਅਰ ਕੋਰਟ ਦੇ ਵਿੱਚ ਵੀ ਗਏ ਔਰ ਲੋਅਰ ਕੋਰਟ ਨੇ ਡਿਸਮਿਸ ਕਰ ਦਿੱਤਾ। 328 ਸਰੂਪ ਗਾਇਬ ਹੋਏ ਹੋਣ ਔਰ ਕੋਰਟ ਦੇ ਵਿੱਚ ਸੁਣਵਾਈ ਨਾ ਹੋਵੇ, ਉਹਨੂੰ ਲੈ ਕੇ ਹਾਈ ਕੋਰਟ ਚੱਲੇ ਨੇ। ਮੈਂ ਦੱਸ ਦਵਾਂ ਕਿ ਦੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਤੇ ਸਾਰੇ ਪੰਜਾਬ 'ਚ ਅੱਗ ਲੱਗੀ। ਅੱਜ ਸਾਰੇ ਪੰਜਾਬ ਦੀਆਂ ਪਾਰਟੀਆਂ 2 ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਦੇ ਉੱਤੇ ਰਾਜਨੀਤੀ ਕਰਦੀਆਂ ਵਾ ਔਰ 328 ਸਰੂਪ ਗਾਇਬ ਹੋਣ ਔਰ ਉਹਨਾਂ ਦਾ ਕੋਈ ਵਾਲੀ ਵਾਰਸ ਨਾ ਹੋਵੇ, ਉਹਨਾਂ ਦੀ ਕੋਈ ਜਾਂਚ ਨਾ ਚੱਲੀ ਹੋਵੇ। ਜਥੇਦਾਰ ਸਾਹਿਬ ਨੇ 267 ਦੇ 328 ਇਸ ਕਰਕੇ ਕੀਤੇ ਕਿ ਉਹਨਾਂ ਸੱਚੇ ਹੋਣਾ ਸੀਗਾ ਸੰਗਤ ਦੀ ਨਜ਼ਰ ਦੇ ਵਿੱਚ ਕਿ ਮੈਂ ਵੱਧ ਕਰ ਦਿੱਤੇ ਨੇ। ਪਰ ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਘਾਲ-ਮਾਲ ਕੀਤਾ, ਉਸ ਤੋਂ ਬਾਅਦ ਜਿਹੜੇ ਇਹਨਾਂ ਫਰਮਾਨ ਜਾਰੀ ਕੀਤੇ, ਉਹਦੇ 'ਚ ਕੀ ਕਹਿੰਦੇ ਨੇ, ਪਹਿਲਾਂ ਪ੍ਰਧਾਨ ਸਾਹਿਬ ਦੀ ਸਟੇਟਮੈਂਟ ਆਈ ਜਦੋਂ ਮੈਂ ਰੌਲਾ ਪਾਇਆ ਸੀਗਾ ਕਿ ਇੰਨੇ ਬੰਦੇ ਦੋਸ਼ੀ ਨੇ, ਵਿੱਚੋਂ ਕਈ ਅਸਤੀਫੇ ਦੇ ਗਏ ਤੇ ਕਈਆਂ ਦੇ ਬਾਰੇ ਉਹਨਾਂ ਨੇ ਬੋਲਿਆ ਕਿ ਇਹਨਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣਗੀਆਂ, ਇਹਨਾਂ ਦੇ ਉੱਤੇ ਜਿਹੜਾ ਕ੍ਰਿਮੀਨਲ ਪਰਚਾ ਦਰਜ ਹੋਊਗਾ। ਉਸ ਤੋਂ ਬਾਅਦ ਜਦੋਂ ਇਹਨਾਂ ਨੂੰ ਪਤਾ ਲੱਗਾ ਕਿ ਜਿਨ੍ਹਾਂ ਲੋਕਾਂ ਦੇ ਉੱਤੇ ਪਰਚਾ ਦਰਜ ਹੋਣ ਲੱਗਾ, ਛੋਟੇ ਲੈਵਲ ਤੋਂ ਪਰਚਾ ਦਰਜ ਹੋਣਾ ਸੀਗਾ ਤੇ ਇਹ ਜਿਹੜੀ ਚੇਨ ਆ, ਇਹ ਜਿਹੜੀ ਕੜੀ ਆ, ਉਹ ਕਿੱਥੋਂ ਤੱਕ ਪਹੁੰਚ ਜਾਣੀ ਟੀਸੀ ਤੇ, ਨਾ ਕਿਸੇ ਨੇ ਪਰਚਾ ਦਰਜ ਕਰਾਇਆ। ਇਸ ਸਬੰਧ ਦੇ ਵਿੱਚ ਮੈਂ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ 2 ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਨ੍ਹਾਂ ਦੀ ਬੇਅਦਬੀ ਹੋਈ ਤੇ ਸਿੱਟ ਤੱਕ ਬਿਠਾਈਆਂ ਗਈਆਂ, ਕੋਰਟ ਦੇ ਵਿੱਚ ਵਕੀਲਾਂ ਦੀ ਫੌਜ ਖੜੀ ਕੀਤੀ ਜਾਂਦੀ ਆ, ਉਹਦੇ ਵਿੱਚ ਵੀ ਇਨਸਾਫ ਨਹੀਂ ਮਿਲਿਆ। ਕਮ ਸੇ ਕਮ 328 ਸਰੂਪ ਤੇ ਤੇਰੇ ਰਾਜ ਦੇ ਵਿੱਚ ਗਾਇਬ ਹੋਏ ਜਾਂ ਸਾਹਮਣੇ ਆਏ ਆ, ਤੈਨੂੰ ਤੇ ਇਹਨਾਂ ਦੇ ਉੱਤੇ ਜਿਹੜਾ ਕ੍ਰਿਮੀਨਲ ਪਰਚਾ ਦਰਜ ਕਰਨਾ ਚਾਹੀਦਾ। ਹੁਣ ਮੈਂ ਤੁਹਾਨੂੰ ਸੰਗਤ ਨੂੰ ਪੁੱਛਣ ਲੱਗਾ ਕਿ ਜੇ ਮੈਂ ਦਰਬਾਰ ਸਾਹਿਬ ਦੇ ਅੰਦਰ ਜਾਣਾ, ਉੱਥੇ ਮੇਰੇ ਕੋਲੋਂ ਕੋਈ ਕਤਾਈ ਹੋ ਜਾਂਦੀ ਧਾਰਮਿਕ, ਉਹਦੀ ਸਜ਼ਾ ਤੇ ਦਵੇ ਮੈਨੂੰ ਸ਼੍ਰੋਮਣੀ ਕਮੇਟੀ, ਉਹਦੀ ਸਜ਼ਾ ਤੇ ਦਵੇ ਮੈਨੂੰ ਕਾਲ ਤਖਤ, ਤੇ ਜੇ ਅੰਦਰ ਜਾ ਕੇ ਮੈਂ ਤੁਹਾਡੀ ਜੇਬ ਕੱਟ ਲੈਣਾ, ਤੁਹਾਡਾ ਕਤਲ ਕਰ ਦਿੰਨਾ, ਤੁਹਾਨੂੰ ਕਿਸੇ ਨੂੰ ਸੱਟ ਪੇਟ ਲਾ ਦਿੰਨਾ, ਉਹਦੀ ਜਾਂਚ ਤੇ ਜਿਹੜੀ ਐਸਜੀਪੀਸੀ ਤੇ ਕਾਲ ਤਖਤ ਦਾ ਜਥੇਦਾਰ ਨਹੀਂ ਨਾ ਕਰ ਸਕਦਾ, ਉਹਦਾ ਪਰਚਾ ਤੇ ਤੁਸੀਂ ਪੁਲਿਸ ਕੋਲ ਹੀ ਦਰਜ ਕਰਾਉਂਦੇ ਹੋ ਨਾ। ਫਿਰ 328 ਸਰੂਪ ਤੁਸੀਂ ਮੰਨਦੇ ਹੋ ਚੋਰੀ ਹੋਏ ਆ, ਫਿਰ ਉਹਨਾਂ ਦਾ ਅੱਜ ਤੱਕ ਪਰਚਾ ਕਿਉਂ ਨਹੀਂ ਦਰਜ ਕਰਾਇਆ ਗਿਆ? ਸਾਲ ਬੰਦਿਆਂ ਨੂੰ ਇੱਥੇ ਬੈਠਿਆਂ ਨੂੰ ਹੋ ਗਿਆ ਹੋਵੇ ਤੇ ਇਹਨਾਂ ਦੀ ਕੋਈ ਬਾਤ ਨਾ ਪੁੱਛੇ। ਵੱਡੀਆਂ ਤੋਂ ਵੱਡੀਆਂ ਹਸਤੀਆਂ ਵੋਟਾਂ ਦੇ ਚੱਕਰ 'ਚ ਇੱਥੇ ਮੱਥਾ ਟੇਕਣ ਆਉਂਦੀਆਂ ਹੁਣ ਔਰ ਇਹਨਾਂ ਕੋਲ ਰੋਕ ਕੇ ਨਾ ਜਾਣ। ਕਿਉਂ ਨਹੀਂ ਹੁਣ ਤੱਕ ਨਿਆਂ ਮਿਲ ਰਿਹਾ? ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਕਹਿਣਾ ਕਿ ਬਥੇਰੀ ਖੱਜਲ ਖਰਾਬੀ ਤੇਰੀ ਦਿੱਲੀ ਹੋਣ ਡਈ ਆ, ਇਹਨਾਂ ਮੁੱਦਿਆਂ ਕਰਕੇ ਹੋਣ ਡਈ ਆ, ਇਹਨਾਂ ਚੀਜ਼ਾਂ ਕਰਕੇ ਹੋਣ ਡਈ ਆ, ਤੇ ਕਮ ਸੇ ਕਮ ਜੇ ਤੇਰਾ ਬਾਦਲਾਂ ਨਾਲ ਯਰਾਨਾ ਨਹੀਂਗਾ ਤੇ ਫਿਰ ਇੱਥੇ ਆ ਕੇ ਇਹਨਾਂ ਦੀ ਬਾਤ ਪੁੱਛ। ਤੇਰੇ ਜ਼ਿਲ੍ਹੇ ਦਾ ਕਮਿਸ਼ਨਰ ਇੱਥੇ ਆਵੇ, ਤੇਰੇ ਜ਼ਿਲ੍ਹੇ ਦਾ ਡੀਸੀ ਇੱਥੇ ਆਵੇ ਔਰ ਇਹਨਾਂ ਲੋਕਾਂ ਦੀ ਡਿਮਾਂਡ ਜਿਹੜੀ ਸੁਣੇ ਔਰ ਉਹ ਪਰਚਾ ਦਰਜ ਕਰੇ। ਮੈਂ ਨਹੀਂ ਕਹਿੰਦਾ ਉਹਦੇ ਵਿੱਚ ਕਿਸੇ ਨੂੰ ਫੜ ਕੇ ਤੁਸੀਂ ਅੰਦਰ ਦੋ, ਉਹਦੀ ਜਾਂਚ ਤੇ ਸ਼ੁਰੂ ਕਰੋ ਨਾ। ਜੇ ਉਹ ਛੋਟੇ ਲੈਵਲ ਤੋਂ ਸਟੋਰ ਕੀਪਰ ਤੋਂ ਸ਼ੁਰੂ ਹੋਈ ਆ, ਸਟੋਰ ਕੀਪਰ ਨੇ ਸਟੇਟਮੈਂਟ ਦਿੱਤੀ, ਪ੍ਰੈਸ ਨੂੰ ਪ੍ਰੈਸ ਕਾਨਫਰੰਸ ਕਰਕੇ ਉਹਨੇ ਦੱਸਿਆ ਕਿ ਮੈਨੂੰ ਤੇ ਚਿੱਟ ਹੀ ਆਉਂਦੀ ਸੀਗੀ ਵੱਡੇ ਲੋਕਾਂ ਦੀ, ਜਿਹਦੀ ਚਿੱਟ ਦੇ ਉੱਤੇ ਮੈਂ ਸਰੂਪ ਦੇ ਦਿੰਦਾ ਰਿਹਾ ਵਾਂ। ਅੱਜ ਮੈਂ ਪੰਜਾਬ ਦੇ ਸਾਰੇ ਲੀਡਰਾਂ ਨੂੰ ਕਹਿੰਦਾ ਕਿ ਜੇ ਤੁਹਾਡੇ ਵਿੱਚ ਜ਼ਮੀਰ ਹੈ
ਜੇ ਤੁਸੀਂ ਸਹੀ ਮਾਇਨੇ 'ਚ ਗੁਰੂ ਨੂੰ ਪਿਆਰ ਕਰਦੇ ਹੋ ਤੇ ਫਿਰ ਇਹਨਾਂ ਲੋਕਾਂ ਕੋਲ ਆ ਕੇ ਪੁੱਛੋ, ਇਹਨਾਂ ਦਾ ਚਾਹੇ ਧਰਨਾ, ਇਹਨਾਂ ਦੀਆਂ ਮੰਗਾਂ ਮੰਨ ਕੇ ਉਠਾਓ। ਤੁਹਾਨੂੰ ਸ਼ਰਮ ਨਹੀਂ ਆਉਂਦੀ ਯਾਰ ਲੀਡਰਾਂ ਨੂੰ? ਇੱਕ ਸਾਲ ਤੋਂ ਆ ਧੁੱਪੇ ਆ ਜੂਨ ਜੁਲਾਈ ਦਾ ਮਹੀਨਾ ਤੇ ਉਹ ਬੀਬੀਆਂ ਭੈਣਾਂ ਤੇ ਉਹ ਬੱਚੇ ਤੇ ਬਜ਼ੁਰਗ ਇੱਥੇ ਬੈਠੇ ਆ। ਲੱਖ ਲਾਹਨਤ ਇਹੋ ਜੀ ਸਰਕਾਰ ਦੇ ਉੱਤੇ। ਮੈਂ ਇਹਦੇ ਨਾਲ ਮੇਰੇ ਲੱਖ ਵੈਰ ਵਿਰੋਧ ਹੋਊਗਾ, ਮੇਰੇ ਲੱਖ ਮਤਭੇਦ ਹੋਣਗੇ। ਆ ਨਵਜੋਤ ਸਿੰਘ ਸਿੱਧੂ ਰੋਜ਼ ਟਵਿੱਟਰ ਦੇ ਉੱਤੇ ਬੇਅਦਬੀ ਦੇ ਉੱਤੇ ਬੋਲਦਾ। ਮੈਂ ਉਹਨੂੰ ਵੀ ਕਹਿਣਾ ਕਿ ਸਮਾਂ ਕੱਢ ਕੇ ਆਪਣੀ ਜੇ ਰਾਜਨੀਤੀ ਦੀ ਅਗਲੀ ਪਾਰੀ ਸ਼ੁਰੂ ਕਰਨੀ ਆ ਤੇ ਇੱਥੋਂ ਆ ਕੇ ਕਰ। ਆ ਦਿੱਲੀ ਜਿਹੜੇ ਮਿਨਿਸਟਰ ਜਾਂਦੇ ਫਿਰਦੇ ਆ ਕਾਂਗਰਸ ਦੇ, ਸੁਖੀ ਰੰਧਾਵਾ, ਚੰਨੀ, ਆ ਬਾਜਵਾ ਜੀ, ਤੇ ਇੱਥੇ ਆ ਕੇ ਪੁੱਛੋ ਪਹਿਲਾਂ 328 ਸਰੂਪਾਂ ਦਾ ਇਨਸਾਫ ਤੇ ਦਵਾਓ, ਇਹਦੇ ਨਾਲ ਵੀ ਸਿੱਟ ਬਣਾਓ। ਇਹਨਾਂ ਦੇ ਉੱਤੇ ਵੀ ਜਿਨ੍ਹਾਂ ਨੇ ਗਾਇਬ ਕੀਤੇ ਆ ਉਹ ਪਰਚਾ ਦਰਜ ਕੀਤਾ ਜਾਵੇ ਤੇ ਇਹ ਧੀਆਂ ਭੈਣਾਂ ਮਾਵਾਂ ਤੇ ਜਿਹੜੇ ਬਜ਼ੁਰਗ ਤੇ ਬੱਚੇ ਬੈਠੇ ਆ ਇਹਨਾਂ ਨੂੰ ਇਹਨਾਂ ਦੇ ਘਰ ਭੇਜੋ। ਅੱਜ ਮੈਂ ਸੰਗਤ ਨੂੰ ਪੁੱਛਦਾ, ਐਡਾ ਵੱਡਾ ਬਰਗਾੜੀ ਤੁਸੀਂ ਇਕੱਠ ਕੀਤਾ ਸੀ 2 ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਉੱਤੇ, ਆ ਐਡਾ ਵੱਡਾ ਬੋਰਡ ਲੱਗਾ, ਤੁਹਾਨੂੰ ਦਿਸਦਾ ਨਹੀਂ? 328 ਸਰੂਪ ਗਾਇਬ ਹੋਏ ਆ। ਕੀ ਗੱਲ ਇਹ ਇਕੱਲੇ ਇਨਸਾਫ ਮੰਗਣਗੇ? ਮੈਂ ਵੀ ਗਾਇਬ ਬਗਾਏ ਰੌਲਾ ਪਾਇਆ। ਮੈਂ ਇਹਨਾਂ ਵਾਂਗੂ ਕੁਰਬਾਨੀ ਨਹੀਂ ਦੇ ਸਕਦਾ ਕਿ ਮੈਂ ਪੱਕਾ ਹੀ ਧੁੱਪੇ ਬਹਿ ਜਾਵਾਂ। ਹਰ ਬੰਦੇ 'ਚ ਆਪੋ ਆਪਣਾ ਜਜ਼ਬਾ ਹੁੰਦਾ, ਸ਼ਾਇਦ ਮੈਂ ਇਸ ਕਾਬਲ ਨਹੀਂ ਹੈਗਾ, ਪਰ ਸੰਗਤ ਨੂੰ, ਗੁਰੂ ਘਰ ਦੇ ਪ੍ਰੇਮੀਆਂ ਨੂੰ ਇਹ ਚਾਹੀਦਾ ਗਾਏ ਬਗਾਏ ਜਿਹੜੇ ਲੋਕ ਵੀ ਤੁਹਾਨੂੰ ਮਿਲਦੇ ਆ, ਅਫਸਰ ਆ, ਲੀਡਰ ਆ, ਇਹਨਾਂ 328 ਸਰੂਪਾਂ ਦਾ ਹਿਸਾਬ ਵੀ ਮੰਗਿਆ ਜਾਵੇ ਔਰ ਇਹਨਾਂ ਦੋਸ਼ੀਆਂ ਨੂੰ ਵੀ ਸਜ਼ਾ ਸੁਣਵਾਈ ਜਾਵੇ। ਅਗਲੀ ਇਲੈਕਸ਼ਨ ਹੁਣ 328 ਸਰੂਪਾਂ ਦੇ ਨਾਂ ਤੇ ਕਰਨਗੇ, ਨਵੀਂ ਕੋਈ ਪਾਰਟੀ ਆ ਜਾਊਗੀ, ਉਹ ਕਹੂ ਅਸੀਂ ਇਨਸਾਫ ਦੇਵਾਂਗੇ 2 ਬੇਅਦਬੀ ਦਾ ਵੀ ਤੇ 328 ਦਾ ਵੀ। ਇਸੇ ਤਰੀਕੇ ਅਸੀਂ ਸ਼ਦਾਈ ਬਣਦੇ ਰਹਿਣਾ, ਸਾਡੇ ਗੁਰੂ ਦੀ ਵੀ ਬੇਅਦਬੀ ਹੁੰਦੀ ਰਹਿਣੀ ਆ ਤੇ ਸਾਨੂੰ ਵੀ ਛੱਤਰ ਪੈਂਦੇ ਰਹਿਣੇ ਆ। ਮੈਂ ਸਿਰਫ ਲੋਕਾਂ ਨੂੰ ਕਹਿੰਦਾ, ਜਾਗੋ ਜਾਗੋ ਤੇ ਜਾਗੋ। ਲੱਖ ਲਾਹਨਤ ਇਹੋ ਜੀ ਸਰਕਾਰ ਦੇ ਉੱਤੇ, ਲੱਖ ਲਾਹਨਤ ਇਹੋ ਜੀ ਸਰਕਾਰ ਦੇ ਉੱਤੇ। ਸਾਡੇ ਗੁਰੂ ਦੀ ਵੀ ਬੇਅਦਬੀ ਹੁੰਦੀ ਰਹਿਣੀ ਆ ਤੇ ਸਾਨੂੰ ਵੀ ਛੱਤਰ ਪੈਂਦੇ ਰਹਿਣੇ ਆ। ਸਾਥੀਓ, ਆਇਆ ਤੇ ਮੈਂ ਦਰਬਾਰ ਸਾਹਿਬ ਲਾਗੇ ਕੋਈ ਨੌਜਵਾਨਾਂ ਨੇ ਮੈਨੂੰ ਬੁਲਾਇਆ ਸੀਗਾ ਕਿ ਸ਼੍ਰੋਮਣੀ ਕਮੇਟੀ ਵਾਲੇ ਬਾਹਰ ਕੋਈ ਉਹਨਾਂ ਨੂੰ ਬਲੱਡ ਜਿਹੜਾ ਬੈਂਕ ਹੈ ਉਹ ਕੈਂਪ ਲਾਉਣਾ ਸੀਗਾ, ਉਹ ਲਾਉਣ ਨਹੀਂ ਸੀ ਦੇ ਰਹੇ। ਉਹਨਾਂ ਦੀ ਜਗ੍ਹਾ ਦਾ ਅਰੇਂਜਮੈਂਟ ਕਰਾਉਣ ਲਈ ਮੈਂ ਇੱਥੇ ਆਇਆ ਸੀਗਾ। ਪਰ ਜਦੋਂ ਮੈਂ ਇੱਥੋਂ ਲੰਘਿਆ ਤੇ ਮੇਰੇ ਕੋਲ ਪਹਿਲਾਂ ਤੇ ਮੈਂ ਅੱਗੇ ਚਲੇ ਗਿਆ, ਮੈਂ ਝੂਠ ਨਹੀਂ ਮਾਰਦਾ, ਪਰ ਫਿਰ ਮੇਰੇ ਮਨ ਦੇ ਵਿੱਚ ਆਇਆ ਵੀ ਇੰਨੀ ਦੇਰ ਤੋਂ ਇਹ ਧਰਨੇ ਤੇ ਬੈਠੇ ਨੇ, ਉਹਨਾਂ ਨੂੰ ਪੁੱਛਿਆ ਤੇ ਜਾਵੇ ਵੀ ਮਸਲਾ ਤੁਹਾਡਾ ਹੱਲ ਹੋਇਆ ਕਿ ਨਹੀਂ ਹੋਇਆ, ਕੋਈ ਤੁਹਾਨੂੰ ਪੁੱਛਣ ਆਇਆ ਕਿ ਨਹੀਂ ਆਇਆ। ਇਹ ਮੈਂ ਤੁਹਾਨੂੰ ਥੋੜਾ ਜਿਹਾ ਪੁਰਾਣਾ ਪਿੱਛੇ ਜਾ ਕੇ ਯਾਦ ਦਿਵਾਉਣਾ ਚਾਹੁੰਦਾ। ਪਹਿਲਾਂ ਤਾਂ ਮੈਂ ਇਹ ਦੱਸ ਦਵਾਂ ਕਿ ਸਾਰੀ ਦੁਨੀਆ ਨੂੰ ਪਤਾ ਕਿ ਧਰਨੇ ਜਿਹੜੇ ਲਾਏ ਜਾਂਦੇ ਨੇ ਉਹ ਸਿਰਫ ਤੇ ਸਿਰਫ ਸਰਕਾਰਾਂ ਦਾ ਜਿਹੜਾ ਧਿਆਨ ਖਿੱਚਣ ਲਈ ਤੇ ਮੁਸ਼ਕਲਾਂ ਨੂੰ ਹੱਲ ਕਰਾਉਣ ਲਈ ਲਾਏ ਜਾਂਦੇ ਨੇ। ਪਰ ਸਰਕਾਰਾਂ ਇੰਨੀਆਂ ਬਸ਼ਰਮ ਨੇ, ਚਾਹੇ ਉਹ ਦਿੱਲੀ ਵਾਲੀ ਦੇਖ ਲਓ, ਚਾਹੇ ਸਾਡੇ ਵਾਲੀ ਦੇਖ ਲਓ। ਇੱਥੇ ਲਿਖ ਕੇ ਲਾਇਆ, ਮੇਰੇ ਖਿਆਲ ਵੀ 234 ਦਿਨ ਹੋ ਗਏ ਆ ਇਹਨਾਂ ਨੂੰ ਇੱਥੇ ਧਰਨਾ ਲਾਇਆ ਨੂੰ। ਇਹ ਭਾਈ ਬਲਦੇਵ ਸਿੰਘ ਵਡਾਲਾ ਦੀ ਅਗਵਾਈ ਦੇ ਵਿੱਚ ਧਰਨਾ ਲਾਇਆ ਗਿਆ। ਧਰਨਾ ਤੇ ਕੋਈ ਕਾਮਨ ਮੈਨ ਵੀ ਲਾਵੇ, ਉਹ ਲਾਉਂਦਾ ਤੇ ਆਪਣੀਆਂ ਮੰਗਾਂ ਲਈ ਜਾਂ ਸਮਾਜ ਦੇ ਹਿੱਤਾਂ ਲਈ ਆ। ਹੁਣ ਮੈਂ ਤੁਹਾਨੂੰ ਯਾਦ ਦੱਸਣ ਲੱਗਾ ਕਿ ਧਰਨਾ ਲੱਗਾ ਕਿਉਂ ਹੈ। ਕਿ ਪਿੱਛੇ ਜੇ ਸਭ ਤੋਂ ਪਹਿਲਾਂ ਇਹ ਸਾਲ 1.5 ਸਾਲ ਪਹਿਲਾਂ ਮੇਰੇ ਵੱਲੋਂ ਇੱਕ ਮੁੱਦਾ ਚੁੱਕਿਆ ਗਿਆ ਸੀਗਾ ਕਿ ਸ਼੍ਰੋਮਣੀ ਕਮੇਟੀ ਦੇ 267 ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੇ, ਜਿਹੜੇ ਇਹਨਾਂ ਦੀ ਪ੍ਰੈਸ 'ਚ ਛਪਦੇ ਨੇ, ਉਹ ਗਾਇਬ ਹੋ ਗਏ ਨੇ ਔਰ ਉਹ ਵੱਖ-ਵੱਖ ਥਾਵਾਂ ਦੇ ਉੱਤੇ ਗਏ ਨੇ, ਜਿਨ੍ਹਾਂ ਲੋਕਾਂ ਨੂੰ ਉਹਨਾਂ ਦੀ ਮਹੱਤਤਾ ਨਹੀਂ ਪਤਾ। ਇੱਥੇ ਥੋੜਾ ਤਫਤੀਸ਼ ਦੇ ਵਿੱਚ ਮੈਂ ਤੁਹਾਨੂੰ ਦੱਸਾਂ ਕਿ ਜੇ ਕਿਸੇ ਨੇ ਘਰ ਦੇ ਵਿੱਚ ਪੂਰੀ ਮਰਿਆਦਾ ਦੇ ਨਾਲ ਸਰੂਪ ਰੱਖਣਾ ਹੋਵੇ ਤੇ ਉਹ ਤੇ ਇੱਥੇ ਸਿੰਪਲ ਜੀ ਐਪਲੀਕੇਸ਼ਨ ਸ਼੍ਰੋਮਣੀ ਕਮੇਟੀ ਨੂੰ ਦਿੰਦਾ ਕਿ ਮੈਂ ਇਹ ਸਰੂਪ ਗੁਰੂ ਗ੍ਰੰਥ ਸਾਹਿਬ ਦਾ ਆਪਣੇ ਘਰ 'ਚ ਰੱਖਣਾ, ਪ੍ਰਕਾਸ਼ ਕਰਨਾ, ਔਰ ਉਸ ਤੋਂ ਬਾਅਦ ਇਹਨਾਂ ਦਾ ਇੱਕ ਇੰਸਪੈਕਟਰ ਜਾਂਦਾ ਔਰ ਬਹੁਤ ਘੱਟ ਰੇਟ ਨੇ, ਮੇਰਾ ਖਿਆਲ 5100 ਕਿ 2100 ਹੋਊਗਾ। ਗੁਰੂ ਸਾਹਿਬ ਦਾ ਤੇ ਮੁੱਲ ਹੀ ਕੋਈ ਨਹੀਂਗਾ, ਪਰ ਫਿਰ ਵੀ ਇੰਨੇ ਪੈਸੇ ਦੇ ਕੇ ਤੇ ਉਹ ਉੱਥੋਂ ਆਪਣੇ ਘਰ ਦੇ ਵਿੱਚ ਉਹਨਾਂ ਨੂੰ ਉੱਥੇ ਉਹ ਪ੍ਰਕਾਸ਼ ਕਰਦਾ। ਪਰ ਇਹ ਚੋਰੀ ਕੋਏ, ਇਹ ਗਏ ਕਿਉਂ? 5100 ਰੁਪਈਆ ਤੇ ਕੋਈ ਬਹੁਤੀ ਮਤਲਬ ਅਮਾਉਂਟ ਨਹੀਂ ਹੈਗੀ। ਇਹ ਚੋਰੀ ਇਸ ਕਰਕੇ ਉਹਨਾਂ ਨੂੰ ਕਰਾ ਕੇ ਦਿੱਤੇ ਗਏ, ਵੱਖ-ਵੱਖ ਡੇਰਿਆਂ ਦੇ ਉੱਤੇ ਭੇਜੇ ਗਏ ਜਿਨ੍ਹਾਂ ਨੂੰ ਪੰਥ ਦੇ ਵਿੱਚੋਂ ਸਰੂਪ ਰੱਖਣ ਤੋਂ ਮਨਾਹੀ ਹੈ। ਔਰ ਇਹ ਕਿਹਦੇ ਆਰਡਰਾਂ ਤੇ ਗਏ, ਇਹ ਸਭ ਤੋਂ ਪਹਿਲਾਂ ਮੈਂ ਮੁੱਦਾ ਚੁੱਕਿਆ ਸੀਗਾ। ਔਰ ਉਸ ਤੋਂ ਬਾਅਦ ਸਿੰਘ ਸਾਹਿਬ ਨੇ ਸਾਡੇ ਪੰਥ ਦੀ, ਸਾਡੀ ਜਿਹੜੀ ਸੁਪਰੀਮ ਪਾਵਰ ਹੈ, ਉਹਦੀ ਪੰਥ ਦੀ ਮਹਾਨ ਹਸਤੀ ਗਿਆਨੀ ਹਰਪ੍ਰੀਤ ਸਿੰਘ ਹੋਣਾ ਦੀ ਜਾਂਚ ਕੀਤੀ ਔਰ ਉਹਨਾਂ ਜਾਂਚ ਦੇ ਵਿੱਚ ਇੱਕ ਗੱਲ ਤੇ ਬਿਲਕੁਲ ਸਾਫ਼ ਕੀਤੀ ਕਿ ਸਰੂਪ ਜਿਹੜੇ ਉਹ 267 ਨਹੀਂ ਗਾਇਬ ਹੋਏ, ਸਰੂਪ 328 ਨਹੀਂ ਹੈਗੇ। ਪਰ ਇਹਦੇ ਨਾਲ ਉਹਨਾਂ ਇੱਕ ਸਟੇਟਮੈਂਟ ਦਿੱਤੀ, ਇੱਕ ਵੀਡੀਓ ਉਹਨਾਂ ਦੀ ਕਿਸੇ ਚੈਨਲ ਦੇ ਉੱਤੇ ਆ, ਜਿਹਦੇ 'ਚ ਉਹ ਕਹਿੰਦੇ ਆ ਕਿ ਜਿਨ੍ਹਾਂ ਨੇ ਵੀ ਕੀਤਾ ਇਹ ਬੱਜਰ ਗੁਨਾਹ ਕੀਤਾ, ਇਹਨਾਂ ਲੋਕਾਂ ਨੂੰ ਫੜ ਕੇ ਅੰਦਰ ਦੇ ਦੇਣਾ ਚਾਹੀਦਾ। ਔਰ ਜੇ ਕੰਮ ਮੈਂ ਨਾ ਕਰਾ ਸਕਿਆ
ਤੇ ਮੈਂ ਸਾਰਾ ਕੁਝ ਛੱਡ ਕੇ ਲਾਂਭੇ ਹੋ ਜਾਊਂਗਾ। ਨਾ ਤੇ ਜਥੇਦਾਰ ਸਾਹਿਬ ਲਾਂਭੇ ਹੋਏ ਤੇ ਨਾ ਹੀ ਉਹਨਾਂ ਸਰੂਪਾਂ ਦਾ ਕੋਈ ਵਾਲੀ ਵਾਰਸ ਕਿੱਥੇ ਗਏ, ਨਾ ਕਿਸੇ ਨੇ ਪੁੱਛ ਪ੍ਰਤੀਤ ਕੀਤੀ, ਨਾ ਉਹ ਅੱਜ ਤੱਕ ਮਿਲੇ। ਉਹਦੇ ਕਰਕੇ ਇਹਨਾਂ ਨੇ ਇੱਥੇ ਪੱਕਾ ਜਿਹੜਾ ਧਰਨਾ 1 ਸਾਲ ਦੇ ਕਰੀਬ ਇਹਨਾਂ ਨੂੰ ਉਹ ਲਾ ਦਿੱਤਾ। ਇਹ ਕੇਸ ਲੈ ਕੇ ਜ਼ਿਲ੍ਹੇ ਦੇ ਪੁਲਿਸ ਕਮਿਸ਼ਨਰ ਕੋਲ ਵੀ ਗਏ, ਉਸ ਤੋਂ ਬਾਅਦ ਇਹ ਲੋਅਰ ਕੋਰਟ ਦੇ ਵਿੱਚ ਵੀ ਗਏ ਔਰ ਲੋਅਰ ਕੋਰਟ ਨੇ ਡਿਸਮਿਸ ਕਰ ਦਿੱਤਾ। 328 ਸਰੂਪ ਗਾਇਬ ਹੋਏ ਹੋਣ ਔਰ ਕੋਰਟ ਦੇ ਵਿੱਚ ਸੁਣਵਾਈ ਨਾ ਹੋਵੇ, ਉਹਨੂੰ ਲੈ ਕੇ ਹਾਈ ਕੋਰਟ ਚੱਲੇ ਨੇ। ਮੈਂ ਦੱਸ ਦਵਾਂ ਕਿ ਦੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਤੇ ਸਾਰੇ ਪੰਜਾਬ 'ਚ ਅੱਗ ਲੱਗੀ। ਅੱਜ ਸਾਰੇ ਪੰਜਾਬ ਦੀਆਂ ਪਾਰਟੀਆਂ 2 ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਦੇ ਉੱਤੇ ਰਾਜਨੀਤੀ ਕਰਦੀਆਂ ਵਾ ਔਰ 328 ਸਰੂਪ ਗਾਇਬ ਹੋਣ ਔਰ ਉਹਨਾਂ ਦਾ ਕੋਈ ਵਾਲੀ ਵਾਰਸ ਨਾ ਹੋਵੇ, ਉਹਨਾਂ ਦੀ ਕੋਈ ਜਾਂਚ ਨਾ ਚੱਲੀ ਹੋਵੇ। ਜਥੇਦਾਰ ਸਾਹਿਬ ਨੇ 267 ਦੇ 328 ਇਸ ਕਰਕੇ ਕੀਤੇ ਕਿ ਉਹਨਾਂ ਸੱਚੇ ਹੋਣਾ ਸੀਗਾ ਸੰਗਤ ਦੀ ਨਜ਼ਰ ਦੇ ਵਿੱਚ ਕਿ ਮੈਂ ਵੱਧ ਕੱਢ ਦਿੱਤੇ ਨੇ। ਪਰ ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਘਾਲ-ਮਾਲ ਕੀਤਾ, ਉਸ ਤੋਂ ਬਾਅਦ ਜਿਹੜੇ ਇਹਨਾਂ ਫਰਮਾਨ ਜਾਰੀ ਕੀਤੇ, ਉਹਦੇ 'ਚ ਕੀ ਕਹਿੰਦੇ ਨੇ। ਪਹਿਲਾਂ ਪ੍ਰਧਾਨ ਸਾਹਿਬ ਦੀ ਸਟੇਟਮੈਂਟ ਆਈ ਜਦੋਂ ਮੈਂ ਰੌਲਾ ਪਾਇਆ ਸੀਗਾ ਕਿ ਇੰਨੇ ਬੰਦੇ ਦੋਸ਼ੀ ਨੇ, ਵਿੱਚੋਂ ਕਈ ਅਸਤੀਫੇ ਦੇ ਗਏ ਤੇ ਕਈਆਂ ਦੇ ਬਾਰੇ ਉਹਨਾਂ ਨੇ ਬੋਲਿਆ ਕਿ ਇਹਨਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣਗੀਆਂ, ਇਹਨਾਂ ਦੇ ਉੱਤੇ ਜਿਹੜਾ ਕ੍ਰਿਮੀਨਲ ਪਰਚਾ ਦਰਜ ਹੋਊਗਾ। ਉਸ ਤੋਂ ਬਾਅਦ ਜਦੋਂ ਇਹਨਾਂ ਨੂੰ ਪਤਾ ਲੱਗਾ ਕਿ ਜਿਨ੍ਹਾਂ ਲੋਕਾਂ ਦੇ ਉੱਤੇ ਪਰਚਾ ਦਰਜ ਹੋਣ ਲੱਗਾ, ਛੋਟੇ ਲੈਵਲ ਤੋਂ ਪਰਚਾ ਦਰਜ ਹੋਣਾ ਸੀਗਾ ਤੇ ਇਹ ਜਿਹੜੀ ਚੇਨ ਆ, ਇਹ ਜਿਹੜੀ ਕੜੀ ਆ, ਉਹ ਕਿੱਥੋਂ ਤੱਕ ਪਹੁੰਚ ਜਾਣੀ ਟੀਸੀ ਤੇ, ਨਾ ਕਿਸੇ ਨੇ ਪਰਚਾ ਦਰਜ ਕਰਾਇਆ। ਇਸ ਸਬੰਧ ਦੇ ਵਿੱਚ ਮੈਂ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ 2 ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਨ੍ਹਾਂ ਦੀ ਬੇਅਦਬੀ ਹੋਈ ਤੇ ਸਿੱਟ ਤੱਕ ਬਿਠਾਈਆਂ ਗਈਆਂ, ਕੋਰਟ ਦੇ ਵਿੱਚ ਵਕੀਲਾਂ ਦੀ ਫੌਜ ਖੜੀ ਕੀਤੀ ਜਾਂਦੀ ਆ, ਉਹਦੇ ਵਿੱਚ ਵੀ ਇਨਸਾਫ ਨਹੀਂ ਮਿਲਿਆ। ਕਮ ਸੇ ਕਮ 328 ਸਰੂਪ ਤੇ ਤੇਰੇ ਰਾਜ ਦੇ ਵਿੱਚ ਗਾਇਬ ਹੋਏ ਜਾਂ ਸਾਹਮਣੇ ਆਏ ਆ। ਤੈਨੂੰ ਤੇ ਇਹਨਾਂ ਦੇ ਉੱਤੇ ਜਿਹੜਾ ਕ੍ਰਿਮੀਨਲ ਪਰਚਾ ਦਰਜ ਕਰਨਾ ਚਾਹੀਦਾ। ਹੁਣ ਮੈਂ ਤੁਹਾਨੂੰ ਸੰਗਤ ਨੂੰ ਪੁੱਛਣ ਲੱਗਾ ਕਿ ਜੇ ਮੈਂ ਦਰਬਾਰ ਸਾਹਿਬ ਦੇ ਅੰਦਰ ਜਾਣਾ, ਉੱਥੇ ਮੇਰੇ ਕੋਲੋਂ ਕੋਈ ਕਤਾਈ ਹੋ ਜਾਂਦੀ ਧਾਰਮਿਕ, ਉਹਦੀ ਸਜ਼ਾ ਤੇ ਦਵੇ ਮੈਨੂੰ ਸ਼੍ਰੋਮਣੀ ਕਮੇਟੀ, ਉਹਦੀ ਸਜ਼ਾ ਤੇ ਦਵੇ ਮੈਨੂੰ ਕਾਲ ਤਖਤ, ਤੇ ਜੇ ਅੰਦਰ ਜਾ ਕੇ ਮੈਂ ਤੁਹਾਡੀ ਜੇਬ ਕੱਟ ਲੈਣਾ, ਤੁਹਾਡਾ ਕਤਲ ਕਰ ਦਿੰਨਾ, ਤੁਹਾਨੂੰ ਕਿਸੇ ਨੂੰ ਸੱਟ ਪੇਟ ਲਾ ਦਿੰਨਾ, ਉਹਦੀ ਜਾਂਚ ਤੇ ਜਿਹੜੀ ਐਸਜੀਪੀਸੀ ਤੇ ਕਾਲ ਤਖਤ ਦਾ ਜਥੇਦਾਰ ਨਹੀਂ ਨਾ ਕਰ ਸਕਦਾ, ਉਹਦਾ ਪਰਚਾ ਤੇ ਤੁਸੀਂ ਪੁਲਿਸ ਕੋਲ ਹੀ ਦਰਜ ਕਰਾਉਂਦੇ ਹੋ ਨਾ। ਫਿਰ 328 ਸਰੂਪ ਤੁਸੀਂ ਮੰਨਦੇ ਹੋ ਚੋਰੀ ਹੋਏ ਆ, ਫਿਰ ਉਹਨਾਂ ਦਾ ਅੱਜ ਤੱਕ ਪਰਚਾ ਕਿਉਂ ਨਹੀਂ ਦਰਜ ਕਰਾਇਆ ਗਿਆ? ਸਾਲ ਬੰਦਿਆਂ ਨੂੰ ਇੱਥੇ ਬੈਠਿਆਂ ਨੂੰ ਹੋ ਗਿਆ ਹੋਵੇ ਤੇ ਇਹਨਾਂ ਦੀ ਕੋਈ ਬਾਤ ਨਾ ਪੁੱਛੇ। ਵੱਡੀਆਂ ਤੋਂ ਵੱਡੀਆਂ ਹਸਤੀਆਂ ਵੋਟਾਂ ਦੇ ਚੱਕਰ 'ਚ ਇੱਥੇ ਮੱਥਾ ਟੇਕਣ ਆਉਂਦੀਆਂ ਹੁਣ ਔਰ ਇਹਨਾਂ ਕੋਲ ਰੁਕ ਕੇ ਨਾ ਜਾਣ। ਕਿਉਂ ਨਹੀਂ ਹੁਣ ਤੱਕ ਨਿਆਂ ਮਿਲ ਰਿਹਾ? ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਕਹਿਣਾ ਕਿ ਬਥੇਰੀ ਖੱਜਲ ਖਰਾਬੀ ਤੇਰੀ ਦਿੱਲੀ ਹੋਣ ਡਈ ਆ, ਇਹਨਾਂ ਮੁੱਦਿਆਂ ਕਰਕੇ ਹੋਣ ਡਈ ਆ, ਇਹਨਾਂ ਚੀਜ਼ਾਂ ਕਰਕੇ ਹੋਣ ਡਈ ਆ। ਤੇ ਕਮ ਸੇ ਕਮ ਜੇ ਤੇਰਾ ਬਾਦਲਾਂ ਨਾਲ ਯਰਾਨਾ ਨਹੀਂਗਾ ਤੇ ਫਿਰ ਇੱਥੇ ਆ ਕੇ ਇਹਨਾਂ ਦੀ ਬਾਤ ਪੁੱਛ। ਤੇਰੇ ਜ਼ਿਲ੍ਹੇ ਦਾ ਕਮਿਸ਼ਨਰ ਇੱਥੇ ਆਵੇ, ਤੇਰੇ ਜ਼ਿਲ੍ਹੇ ਦਾ ਡੀਸੀ ਇੱਥੇ ਆਵੇ ਔਰ ਇਹਨਾਂ ਲੋਕਾਂ ਦੀ ਡਿਮਾਂਡ ਜਿਹੜੀ ਸੁਣੇ ਔਰ ਉਹ ਪਰਚਾ ਦਰਜ ਕਰੇ। ਮੈਂ ਨਹੀਂ ਕਹਿੰਦਾ ਉਹਦੇ ਵਿੱਚ ਕਿਸੇ ਨੂੰ ਫੜ ਕੇ ਤੁਸੀਂ ਅੰਦਰ ਦੋ, ਉਹਦੀ ਜਾਂਚ ਤੇ ਸ਼ੁਰੂ ਕਰੋ ਨਾ। ਜੇ ਉਹ ਛੋਟੇ ਲੈਵਲ ਤੋਂ ਸਟੋਰ ਕੀਪਰ ਤੋਂ ਸ਼ੁਰੂ ਹੋਈ ਆ, ਸਟੋਰ ਕੀਪਰ ਨੇ ਸਟੇਟਮੈਂਟ ਦਿੱਤੀ, ਪ੍ਰੈਸ ਨੂੰ ਪ੍ਰੈਸ ਕਾਨਫਰੰਸ ਕਰਕੇ ਉਹਨੇ ਦੱਸਿਆ ਕਿ ਮੈਨੂੰ ਤੇ ਚਿੱਟ ਹੀ ਆਉਂਦੀ ਸੀਗੀ ਵੱਡੇ ਲੋਕਾਂ ਦੀ, ਜਿਹਦੀ ਚਿੱਟ ਦੇ ਉੱਤੇ ਮੈਂ ਸਰੂਪ ਦੇ ਦਿੰਦਾ ਰਿਹਾ ਵਾਂ। ਅੱਜ ਮੈਂ ਪੰਜਾਬ ਦੇ ਸਾਰੇ ਲੀਡਰਾਂ ਨੂੰ ਕਹਿਣਾ ਕਿ ਜੇ ਤੁਹਾਡੇ ਵਿੱਚ ਜ਼ਮੀਰ ਹੈ, ਜੇ ਤੁਸੀਂ ਸਹੀ ਮਾਇਨੇ 'ਚ ਗੁਰੂ ਨੂੰ ਪਿਆਰ ਕਰਦੇ ਹੋ ਤੇ ਫਿਰ ਇਹਨਾਂ ਲੋਕਾਂ ਕੋਲ ਆ ਕੇ ਪੁੱਛੋ, ਇਹਨਾਂ ਦਾ ਚਾਹੇ ਧਰਨਾ, ਇਹਨਾਂ ਦੀਆਂ ਮੰਗਾਂ ਮਾਰ ਕੇ ਉਠਾਓ। ਤੁਹਾਨੂੰ ਸ਼ਰਮ ਨਹੀਂ ਆਉਂਦੀ ਯਾਰ ਲੀਡਰਾਂ ਨੂੰ? ਇੱਕ ਸਾਲ ਤੋਂ ਆ ਧੁੱਪੇ, ਆ ਜੂਨ ਜੁਲਾਈ ਦਾ ਮਹੀਨਾ ਤੇ ਉਹ ਬੀਬੀਆਂ ਭੈਣਾਂ ਤੇ ਉਹ ਬੱਚੇ ਤੇ ਬਜ਼ੁਰਗ ਇੱਥੇ ਬੈਠੇ ਆ। ਲੱਖ ਲਾਹਨਤ ਇਹੋ ਜੀ ਸਰਕਾਰ ਦੇ ਉੱਤੇ। ਮੈਂ ਇਹਦੇ ਨਾਲ ਮੇਰੇ ਲੱਖ ਵੈਰ ਵਿਰੋਧ ਹੋਊਗਾ, ਮੇਰੇ ਲੱਖ ਮਤਭੇਦ ਹੋਣਗੇ। ਆ ਨਵਜੋਤ ਸਿੰਘ ਸਿੱਧੂ ਰੋਜ਼ ਟਵਿੱਟਰ ਦੇ ਉੱਤੇ ਬੇਅਦਬੀ ਦੇ ਉੱਤੇ ਬੋਲਦਾ, ਮੈਂ ਉਹਨੂੰ ਵੀ ਕਹਿਣਾ ਕਿ ਸਮਾਂ ਕੱਢ ਕੇ ਆਪਣੀ ਜੇ ਰਾਜਨੀਤੀ ਦੀ ਅਗਲੀ ਪਾਰੀ ਸ਼ੁਰੂ ਕਰਨੀ ਆ ਤੇ ਇੱਥੋਂ ਆ ਕੇ ਕਰ। ਆ ਦਿੱਲੀ ਜਿਹੜੇ ਮਿਨਿਸਟਰ ਜਾਂਦੇ ਫਿਰਦੇ ਆ ਕਾਂਗਰਸ ਦੇ, ਸੁਖੀ ਰੰਧਾਵਾ, ਚੰਨੀ, ਆ ਬਾਜਵਾ ਜੀ, ਤੇ ਇੱਥੇ ਆ ਕੇ ਪੁੱਛੋ ਪਹਿਲਾਂ 328 ਸਰੂਪਾਂ ਦਾ ਇਨਸਾਫ ਤੇ ਦਵਾਓ, ਇਹਦੇ ਨਾਲ ਵੀ ਸਿੱਟ ਬਣਾਓ। ਇਹਨਾਂ ਦੇ ਉੱਤੇ ਵੀ ਜਿਨ੍ਹਾਂ ਨੇ ਗਾਇਬ ਕੀਤੇ ਆ ਉਹ ਪਰਚਾ ਦਰਜ ਕੀਤਾ ਜਾਵੇ ਤੇ ਇਹ ਧੀਆਂ ਭੈਣਾਂ ਮਾਵਾਂ ਤੇ ਜਿਹੜੇ ਬਜ਼ੁਰਗ ਤੇ ਬੱਚੇ ਬੈਠੇ ਆ ਇਹਨਾਂ ਨੂੰ ਇਹਨਾਂ ਦੇ ਘਰ ਭੇਜੋ। ਅੱਜ ਮੈਂ ਸੰਗਤ ਨੂੰ ਪੁੱਛਦਾ, ਐਡਾ ਵੱਡਾ ਬਰਗਾੜੀ ਤੁਸੀਂ ਇਕੱਠ ਕੀਤਾ ਸੀ 2 ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਉੱਤੇ, ਆ ਐਡਾ ਵੱਡਾ ਬੋਰਡ ਲੱਗਾ, ਤੁਹਾਨੂੰ ਦਿਸਦਾ ਨਹੀਂ? 328 ਸਰੂਪ ਗਾਇਬ ਹੋਏ ਆ। ਕੀ ਗੱਲ ਇਹ ਇਕੱਲੇ ਇਨਸਾਫ ਮੰਗਣਗੇ? ਮੈਂ ਵੀ ਗਾਇਬ ਬਗਾਏ ਰੌਲਾ ਪਾਇਆ, ਮੈਂ ਇਹਨਾਂ ਵਾਂਗੂ ਕੁਰਬਾਨੀ ਨਹੀਂ ਦੇ ਸਕਦਾ ਕਿ ਮੈਂ ਪੱਕਾ ਹੀ ਧੁੱਪੇ ਬਹਿ ਜਾਵਾਂ। ਹਰ ਬੰਦੇ 'ਚ ਆਪੋ ਆਪਣਾ ਜਜ਼ਬਾ ਹੁੰਦਾ, ਸ਼ਾਇਦ ਮੈਂ ਇਸ ਕਾਬਲ ਨਹੀਂ ਹੈਗਾ, ਪਰ ਸੰਗਤ ਨੂੰ, ਗੁਰੂ ਘਰ ਦੇ ਪ੍ਰੇਮੀਆਂ ਨੂੰ ਇਹ ਚਾਹੀਦਾ ਗਾਏ ਬਗਾਏ
ਜਿਹੜੇ ਲੋਕ ਵੀ ਤੁਹਾਨੂੰ ਮਿਲਦੇ ਆ ਅਫਸਰ ਆ ਲੀਡਰ ਆ ਇਹਨਾਂ 328 ਸਰੂਪਾਂ ਦਾ ਹਿਸਾਬ ਵੀ ਮੰਗਿਆ ਜਾਵੇ ਔਰ ਇਹਨਾਂ ਦੋਸ਼ੀਆਂ ਨੂੰ ਵੀ ਸਜ਼ਾ ਸੁਣਵਾਈ ਜਾਵੇ। ਅਗਲੀ ਇਲੈਕਸ਼ਨ ਹੁਣ 328 ਸਰੂਪਾਂ ਦੇ ਨਾਂ ਤੇ ਕਰਨਗੇ, ਨਵੀਂ ਕੋਈ ਪਾਰਟੀ ਆ ਜੂਗੀ ਉਹ ਕਹੂ ਅਸੀਂ ਇਨਸਾਫ ਦੇਵਾਂਗੇ 2 ਬੇਅਦਬੀ ਦਾ ਵੀ ਤੇ 328 ਦਾ ਵੀ। ਇਸੇ ਤਰੀਕੇ ਅਸੀਂ ਸ਼ਦਾਈ ਬਣਦੇ ਰਹਿਣਾ, ਸਾਡੇ ਗੁਰੂ ਦੀ ਵੀ ਬੇਅਦਬੀ ਹੁੰਦੀ ਰਹਿਣੀ ਆ ਤੇ ਸਾਨੂੰ ਵੀ ਛੱਤਰ ਪੈਂਦੇ ਰਹਿਣੇ ਆ। ਮੈਂ ਸਿਰਫ ਲੋਕਾਂ ਨੂੰ ਕਹਿੰਦਾ ਜਾਗੋ ਜਾਗੋ ਤੇ ਜਾਗੋ। ਲੱਖ ਲਾਹਨਤ ਇਹੋ ਜੀ ਸਰਕਾਰ ਦੇ ਉੱਤੇ, ਸਾਡੇ ਗੁਰੂ ਦੀ ਵੀ ਬੇਅਦਬੀ ਹੁੰਦੀ ਰਹਿਣੀ ਆ ਤੇ ਸਾਨੂੰ ਵੀ ਛੱਤਰ ਪੈਂਦੇ ਰਹਿਣੇ ਆ। ਸਾਥੀਓ ਆਇਆ ਤੇ ਮੈਂ ਦਰਬਾਰ ਸਾਹਿਬ ਲਾਗੇ ਕੋਈ ਨੌਜਵਾਨਾਂ ਨੇ ਮੈਨੂੰ ਬੁਲਾਇਆ ਸੀਗਾ ਕਿ ਸ਼੍ਰੋਮਣੀ ਕਮੇਟੀ ਵਾਲੇ ਬਾਹਰ ਕੋਈ ਉਹਨਾਂ ਨੂੰ ਬਲੱਡ ਜਿਹੜਾ ਬੈਂਕ ਹੈ ਉਹ ਕੈਂਪ ਲਾਉਣਾ ਸੀਗਾ ਉਹ ਤੇ ਉਹ ਲਾਉਣ ਨਹੀਂ ਸੀ ਦੇ ਰਹੇ, ਉਹਨਾਂ ਦੀ ਜਗ੍ਹਾ ਦਾ ਅਰੇਂਜਮੈਂਟ ਕਰਾਉਣ ਲਈ ਮੈਂ ਇੱਥੇ ਆਇਆ ਸੀਗਾ। ਪਰ ਜਦੋਂ ਮੈਂ ਇੱਥੋਂ ਲੰਘਿਆ ਤੇ ਮੇਰੇ ਕੋਲ ਪਹਿਲਾਂ ਤਾਂ ਮੈਂ ਅੱਗੇ ਚਲੇ ਗਿਆ, ਮੈਂ ਝੂਠ ਨਹੀਂ ਮਾਰਦਾ, ਪਰ ਫਿਰ ਮੇਰੇ ਮਨ ਦੇ ਵਿੱਚ ਆਇਆ ਵੀ ਇੰਨੀ ਦੇਰ ਤੋਂ ਇਹ ਧਰਨੇ ਤੇ ਬੈਠੇ ਨੇ, ਉਹਨਾਂ ਨੂੰ ਪੁੱਛਿਆ ਤੇ ਜਾਵੇ ਵੀ ਮਸਲਾ ਤੁਹਾਡਾ ਹੱਲ ਹੋਇਆ ਕਿ ਨਹੀਂ ਹੋਇਆ, ਕੋਈ ਤੁਹਾਨੂੰ ਪੁੱਛਣ ਆਇਆ ਕਿ ਨਹੀਂ ਆਇਆ। ਇਹ ਮੈਂ ਤੁਹਾਨੂੰ ਥੋੜਾ ਜਿਹਾ ਪੁਰਾਣਾ ਪਿੱਛੇ ਜਾ ਕੇ ਯਾਦ ਦਿਵਾਉਣਾ ਚਾਹੁੰਦਾ। ਪਹਿਲਾਂ ਤਾਂ ਮੈਂ ਇਹ ਦੱਸ ਦਵਾਂ ਕਿ ਸਾਰੀ ਦੁਨੀਆ ਨੂੰ ਪਤਾ ਕਿ ਧਰਨੇ ਜਿਹੜੇ ਲਾਏ ਜਾਂਦੇ ਨੇ ਉਹ ਸਿਰਫ ਤੇ ਸਿਰਫ ਸਰਕਾਰਾਂ ਦਾ ਜਿਹੜਾ ਧਿਆਨ ਖਿੱਚਣ ਲਈ ਤੇ ਮੁਸ਼ਕਲਾਂ ਨੂੰ ਹੱਲ ਕਰਾਉਣ ਲਈ ਲਾਏ ਜਾਂਦੇ ਨੇ। ਪਰ ਸਰਕਾਰਾਂ ਇੰਨੀਆਂ ਬਸ਼ਰਮ ਨੇ, ਚਾਹੇ ਉਹ ਦਿੱਲੀ ਵਾਲੀ ਦੇਖ ਲਓ ਚਾਹੇ ਸਾਡੇ ਵਾਲੀ ਦੇਖ ਲਓ, ਇੱਥੇ ਲਿਖ ਕੇ ਲਾਇਆ ਮੇਰੇ ਖਿਆਲ ਵੀ 234 ਦਿਨ ਹੋ ਗਏ ਆ ਇਹਨਾਂ ਨੂੰ ਇੱਥੇ ਧਰਨਾ ਲਾਇਆ ਨੂੰ। ਇਹ ਭਾਈ ਬਲਦੇਵ ਸਿੰਘ ਵਡਾਲਾ ਦੀ ਅਗਵਾਈ ਦੇ ਵਿੱਚ ਧਰਨਾ ਲਾਇਆ ਗਿਆ। ਧਰਨਾ ਤੇ ਕੋਈ ਕਾਮਨ ਮੈਨ ਵੀ ਲਾਵੇ, ਉਹ ਲਾਉਂਦਾ ਤੇ ਆਪਣੀਆਂ ਮੰਗਾਂ ਲਈ ਜਾਂ ਸਮਾਜ ਦੇ ਹਿੱਤਾਂ ਲਈ ਆ। ਹੁਣ ਮੈਂ ਤੁਹਾਨੂੰ ਯਾਦ ਦੱਸਣ ਲੱਗਾ ਕਿ ਧਰਨਾ ਲੱਗਾ ਕਿਉਂ ਹੈ ਕਿ ਪਿੱਛੇ ਜੇ ਸਭ ਤੋਂ ਪਹਿਲਾਂ ਇਹ ਸਾਲ 1.5 ਸਾਲ ਪਹਿਲਾਂ ਮੇਰੇ ਵੱਲੋਂ ਇੱਕ ਮੁੱਦਾ ਚੁੱਕਿਆ ਗਿਆ ਸੀਗਾ ਕਿ ਸ਼੍ਰੋਮਣੀ ਕਮੇਟੀ ਦੇ 267 ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੇ, ਜਿਹੜੇ ਇਹਨਾਂ ਦੀ ਪ੍ਰੈਸ 'ਚ ਛਪਦੇ ਨੇ, ਉਹ ਗਾਇਬ ਹੋ ਗਏ ਨੇ ਔਰ ਉਹ ਵੱਖ-ਵੱਖ ਥਾਵਾਂ ਦੇ ਉੱਤੇ ਗਏ ਨੇ ਜਿਨ੍ਹਾਂ ਲੋਕਾਂ ਨੂੰ ਉਹਨਾਂ ਦੀ ਮਹੱਤਤਾ ਨਹੀਂ ਪਤਾ। ਇੱਥੇ ਥੋੜਾ ਤਫਤੀਸ਼ ਦੇ ਵਿੱਚ ਮੈਂ ਤੁਹਾਨੂੰ ਦੱਸਾਂ ਕਿ ਜੇ ਕਿਸੇ ਨੇ ਘਰ ਦੇ ਵਿੱਚ ਪੂਰੀ ਮਰਿਆਦਾ ਦੇ ਨਾਲ ਸਰੂਪ ਰੱਖਣਾ ਹੋਵੇ ਤੇ ਉਹ ਤੇ ਇੱਥੇ ਸਿੰਪਲ ਜੀ ਐਪਲੀਕੇਸ਼ਨ ਸ਼੍ਰੋਮਣੀ ਕਮੇਟੀ ਨੂੰ ਦਿੰਦਾ ਕਿ ਮੈਂ ਇਹ ਸਰੂਪ ਗੁਰੂ ਗ੍ਰੰਥ ਸਾਹਿਬ ਦਾ ਆਪਣੇ ਘਰ 'ਚ ਰੱਖਣਾ, ਪ੍ਰਕਾਸ਼ ਕਰਨਾ, ਔਰ ਉਸ ਤੋਂ ਬਾਅਦ ਇਹਨਾਂ ਦਾ ਇੱਕ ਇੰਸਪੈਕਟਰ ਜਾਂਦਾ ਔਰ ਬਹੁਤ ਘੱਟ ਰੇਟ ਨੇ, ਮੇਰਾ ਖਿਆਲ 5100 ਕਿ 2100 ਹੋਊਗਾ। ਗੁਰੂ ਸਾਹਿਬ ਦਾ ਤੇ ਮੁੱਲ ਹੀ ਕੋਈ ਨਹੀਂਗਾ, ਪਰ ਫਿਰ ਵੀ ਇੰਨੇ ਪੈਸੇ ਦੇ ਕੇ ਤੇ ਉਹ ਉੱਥੋਂ ਆਪਣੇ ਘਰ ਦੇ ਵਿੱਚ ਉਹਨਾਂ ਨੂੰ ਉੱਥੇ ਉਹ ਪ੍ਰਕਾਸ਼ ਕਰਦਾ। ਪਰ ਇਹ ਚੋਰੀ ਕੋਏ ਇਹ ਗਏ ਕਿਉਂ? 5100 ਰੁਪਈਆ ਤੇ ਕੋਈ ਬਹੁਤੀ ਮਤਲਬ ਅਮਾਉਂਟ ਨਹੀਂ ਹੈਗੀ। ਇਹ ਚੋਰੀ ਇਸ ਕਰਕੇ ਉਹਨਾਂ ਨੂੰ ਕਰਾ ਕੇ ਦਿੱਤੇ ਗਏ, ਵੱਖ-ਵੱਖ ਡੇਰਿਆਂ ਦੇ ਉੱਤੇ ਭੇਜੇ ਗਏ ਜਿਨ੍ਹਾਂ ਨੂੰ ਪੰਥ ਦੇ ਵਿੱਚੋਂ ਸਰੂਪ ਰੱਖਣ ਤੋਂ ਮਨਾਹੀ ਹੈ। ਔਰ ਇਹ ਕਿਹਦੇ ਆਰਡਰਾਂ ਤੇ ਗਏ, ਇਹ ਸਭ ਤੋਂ ਪਹਿਲਾਂ ਮੈਂ ਮੁੱਦਾ ਚੁੱਕਿਆ ਸੀਗਾ। ਔਰ ਉਸ ਤੋਂ ਬਾਅਦ ਸਿੰਘ ਸਾਹਿਬ ਨੇ ਸਾਡੇ ਪੰਥ ਦੀ, ਸਾਡੀ ਜਿਹੜੀ ਸੁਪਰੀਮ ਪਾਵਰ ਹੈ ਉਹਦੀ ਪੰਥ ਦੀ ਮਹਾਨ ਹਸਤੀ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦੀ ਜਾਂਚ ਕੀਤੀ ਔਰ ਉਹਨਾਂ ਜਾਂਚ ਦੇ ਵਿੱਚ ਇੱਕ ਗੱਲ ਤੇ ਬਿਲਕੁਲ ਸਾਫ਼ ਕੀਤੀ ਕਿ ਸਰੂਪ ਜਿਹੜੇ ਉਹ 267 ਨਹੀਂ ਗਾਇਬ ਹੋਏ, ਸਰੂਪ 328 ਨਹੀਂ ਹੈਗੇ। ਪਰ ਇਹਦੇ ਨਾਲ ਉਹਨਾਂ ਇੱਕ ਸਟੇਟਮੈਂਟ ਦਿੱਤੀ, ਇੱਕ ਵੀਡੀਓ ਉਹਨਾਂ ਦੀ ਕਿਸੇ ਚੈਨਲ ਦੇ ਉੱਤੇ ਆ ਜਿਹਦੇ 'ਚ ਉਹ ਕਹਿੰਦੇ ਆ ਕਿ ਜਿਨ੍ਹਾਂ ਨੇ ਵੀ ਕੀਤਾ ਇਹ ਬੱਜਰ ਗੁਨਾਹ ਕੀਤਾ, ਇਹਨਾਂ ਲੋਕਾਂ ਨੂੰ ਫੜ ਕੇ ਅੰਦਰ ਦੇ ਦੇਣਾ ਚਾਹੀਦਾ ਔਰ ਜੇ ਕੰਮ ਮੈਂ ਨਾ ਕਰਾ ਸਕਿਆ ਤੇ ਮੈਂ ਸਾਰਾ ਕੁਝ ਛੱਡ ਕੇ ਲਾਂਭੇ ਹੋ ਜਾਊਂਗਾ। ਨਾ ਤੇ ਜਥੇਦਾਰ ਸਾਹਿਬ ਲਾਂਭੇ ਹੋਏ ਤੇ ਨਾ ਹੀ ਉਹਨਾਂ ਸਰੂਪਾਂ ਦਾ ਕੋਈ ਵਾਲੀ ਵਾਰਸ ਕਿੱਥੇ ਗਏ, ਨਾ ਕਿਸੇ ਨੇ ਪੁੱਛ ਪ੍ਰਤੀਤ ਕੀਤੀ, ਨਾ ਉਹ ਅੱਜ ਤੱਕ ਮਿਲੇ। ਉਹਦੇ ਕਰਕੇ ਇਹਨਾਂ ਨੇ ਇੱਥੇ ਪੱਕਾ ਜਿਹੜਾ ਧਰਨਾ 1 ਸਾਲ ਦੇ ਕਰੀਬ ਇਹਨਾਂ ਨੂੰ ਉਹ ਚੱਲਾ ਲਾ ਦਿੱਤਾ। ਇਹ ਕੇਸ ਲੈ ਕੇ ਜ਼ਿਲ੍ਹੇ ਦੇ ਪੁਲਿਸ ਕਮਿਸ਼ਨਰ ਕੋਲ ਵੀ ਗਏ, ਉਸ ਤੋਂ ਬਾਅਦ ਇਹ ਲੋਅਰ ਕੋਰਟ ਦੇ ਵਿੱਚ ਵੀ ਗਏ ਔਰ ਲੋਅਰ ਕੋਰਟ ਨੇ ਡਿਸਮਿਸ ਕਰ ਦਿੱਤਾ। 328 ਸਰੂਪ ਗਾਇਬ ਹੋਏ ਹੋਣ ਔਰ ਕੋਰਟ ਦੇ ਵਿੱਚ ਸੁਣਵਾਈ ਨਾ ਹੋਵੇ, ਉਹਨੂੰ ਲੈ ਕੇ ਹਾਈ ਕੋਰਟ ਚੱਲੇ ਨੇ। ਮੈਂ ਦੱਸ ਦਵਾਂ ਕਿ ਦੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਤੇ ਸਾਰੇ ਪੰਜਾਬ 'ਚ ਅੱਗ ਲੱਗੀ। ਅੱਜ ਸਾਰੇ ਪੰਜਾਬ ਦੀਆਂ ਪਾਰਟੀਆਂ 2 ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਦੇ ਉੱਤੇ ਰਾਜਨੀਤੀ ਕਰਦੀਆਂ ਵਾ ਔਰ 328 ਸਰੂਪ ਗਾਇਬ ਹੋਣ ਔਰ ਉਹਨਾਂ ਦਾ ਕੋਈ ਵਾਲੀ ਵਾਰਸ ਨਾ ਹੋਵੇ, ਉਹਨਾਂ ਦੀ ਕੋਈ ਜਾਂਚ ਨਾ ਚੱਲੀ ਹੋਵੇ। ਜਥੇਦਾਰ ਸਾਹਿਬ ਨੇ 267 ਤੇ 328 ਇਸ ਕਰਕੇ ਕੀਤੇ ਕਿ ਉਹਨਾਂ ਸੱਚੇ ਹੋਣਾ ਸੀਗਾ ਸੰਗਤ ਦੀ ਨਜ਼ਰ ਦੇ ਵਿੱਚ ਕਿ ਮੈਂ ਵੱਧ ਕੱਢ ਦਿੱਤੇ ਨੇ। ਪਰ ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਘਾਲ-ਮਾਲ ਕੀਤਾ, ਉਸ ਤੋਂ ਬਾਅਦ ਜਿਹੜੇ ਇਹਨਾਂ ਫਰਮਾਨ ਜਾਰੀ ਕੀਤੇ, ਉਹਦੇ 'ਚ ਕੀ ਕਹਿੰਦੇ ਨੇ, ਪਹਿਲਾਂ ਪ੍ਰਧਾਨ ਸਾਹਿਬ ਦੀ ਸਟੇਟਮੈਂਟ ਆਈ ਜਦੋਂ ਮੈਂ ਰੌਲਾ ਪਾਇਆ ਸੀਗਾ ਕਿ ਇੰਨੇ ਬੰਦੇ ਦੋਸ਼ੀ ਨੇ, ਵਿੱਚੋਂ ਕਈ ਅਸਤੀਫੇ ਦੇ ਗਏ ਤੇ ਕਈਆਂ ਦੇ ਬਾਰੇ ਉਹਨਾਂ ਨੇ ਬੋਲਿਆ ਕਿ ਇਹਨਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣਗੀਆਂ, ਇਹਨਾਂ ਦੇ ਉੱਤੇ ਜਿਹੜਾ ਕ੍ਰਿਮੀਨਲ ਪਰਚਾ ਦਰਜ ਹੋਊਗਾ। ਉਸ ਤੋਂ ਬਾਅਦ ਜਦੋਂ ਇਹਨਾਂ ਨੂੰ ਪਤਾ ਲੱਗਾ
कि जिन्हां लोकां दे उत्ते परचा दर्ज होण लगा छोटे लैवल तो परचा दर्ज होना सीगा ते इह जिहड़ी चेन आ ਇਹ ਜਿਹੜੀ ਕੜੀ ਆ ਉਹ ਕਿੱਥੋਂ ਤੱਕ ਪਹੁੰਚ ਜਾਣੀ ਟੀਸੀ ਤੇ ਨਾ ਕਿਸੇ ਨੇ ਪਰਚਾ ਦਰਜ ਕਰਾਇਆ। ਇਸ ਸਬੰਧ ਦੇ ਵਿੱਚ ਮੈਂ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ 2 ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਨ੍ਹਾਂ ਦੀ ਬੇਅਦਬੀ ਹੋਈ ਤੇ ਸਿੱਟ ਤੱਕ ਬਿਠਾਈਆਂ ਗਈਆਂ ਕੋਰਟ ਦੇ ਵਿੱਚ ਵਕੀਲਾਂ ਦੀ ਫੌਜ ਖੜੀ ਕੀਤੀ ਜਾਂਦੀ ਆ ਉਹਦੇ ਵਿੱਚ ਵੀ ਇਨਸਾਫ ਨਹੀਂ ਮਿਲਿਆ। ਕਮ ਸੇ ਕਮ 328 ਸਰੂਪ ਤੇ ਤੇਰੇ ਰਾਜ ਦੇ ਵਿੱਚ ਗਾਇਬ ਹੋਏ ਜਾਂ ਸਾਹਮਣੇ ਆਏ ਆ। ਤੈਨੂੰ ਤੇ ਇਹਨਾਂ ਦੇ ਉੱਤੇ ਜਿਹੜਾ ਕ੍ਰਿਮੀਨਲ ਪਰਚਾ ਦਰਜ ਕਰਨਾ ਚਾਹੀਦਾ। ਹੁਣ ਮੈਂ ਤੁਹਾਨੂੰ ਸੰਗਤ ਨੂੰ ਪੁੱਛਣ ਲੱਗਾ ਕਿ ਜੇ ਮੈਂ ਦਰਬਾਰ ਸਾਹਿਬ ਦੇ ਅੰਦਰ ਜਾਣਾ ਉੱਥੇ ਮੇਰੇ ਕੋਲੋਂ ਕੋਈ ਕਤਾਈ ਹੋ ਜਾਂਦੀ ਧਾਰਮਿਕ ਉਹਦੀ ਸਜ਼ਾ ਤੇ ਦਵੇ ਮੈਨੂੰ ਸ਼੍ਰੋਮਣੀ ਕਮੇਟੀ ਉਹਦੀ ਸਜ਼ਾ ਤੇ ਦਵੇ ਮੈਨੂੰ ਕਾਲ ਤਖਤ ਤੇ ਜੇ ਅੰਦਰ ਜਾ ਕੇ ਮੈਂ ਤੁਹਾਡੀ ਜੇਬ ਕੱਟ ਲੈਣਾ ਤੁਹਾਡਾ ਕਤਲ ਕਰ ਦਿੰਨਾ ਤੁਹਾਨੂੰ ਕਿਸੇ ਨੂੰ ਸੱਟ ਪੇਟ ਲਾ ਦਿੰਨਾ ਉਹਦੀ ਜਾਂਚ ਤੇ ਜਿਹੜੀ ਐਸਜੀਪੀਸੀ ਤੇ ਕਾਲ ਤਖਤ ਦਾ ਜਹੇਦਾਰ ਨਹੀਂ ਨਾ ਕਰ ਸਕਦਾ ਉਹਦਾ ਪਰਚਾ ਤੇ ਤੁਸੀਂ ਪੁਲਿਸ ਕੋਲ ਹੀ ਦਰਜ ਕਰਾਉਂਦੇ ਹੋ ਨਾ। ਫਿਰ 328 ਸਰੂਪ ਤੁਸੀਂ ਮੰਨਦੇ ਹੋ ਚੋਰੀ ਹੋਏ ਆ ਫਿਰ ਉਹਨਾਂ ਦਾ ਅੱਜ ਤੱਕ ਪਰਚਾ ਕਿਉਂ ਨਹੀਂ ਦਰਜ ਕਰਾਇਆ ਗਿਆ। ਸਾਲ ਬੰਦਿਆਂ ਨੂੰ ਇੱਥੇ ਬੈਠਿਆਂ ਨੂੰ ਹੋ ਗਿਆ ਹੋਵੇ ਤੇ ਇਹਨਾਂ ਦੀ ਕੋਈ ਬਾਤ ਨਾ ਪੁੱਛੇ। ਵੱਡੀਆਂ ਤੋਂ ਵੱਡੀਆਂ ਹਸਤੀਆਂ ਵੋਟਾਂ ਦੇ ਚੱਕਰ 'ਚ ਇੱਥੇ ਮੱਥਾ ਟੇਕਣ ਆਉਂਦੀਆਂ ਹੁਣ ਔਰ ਇਹਨਾਂ ਕੋਲ ਰੋਕ ਕੇ ਨਾ ਜਾਣ ਕਿਉਂ ਨਹੀਂ ਹੁਣ ਤੱਕ ਨਿਆਂ ਮਿਲ ਰਿਹਾ। ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਕਹਿਣਾ ਕਿ ਬਥੇਰੀ ਖੱਜਲ ਖਰਾਬੀ ਤੇਰੀ ਦਿੱਲੀ ਹੋਣ ਡਈ ਆ ਇਹਨਾਂ ਮੁੱਦਿਆਂ ਕਰਕੇ ਹੋਣ ਡਈ ਆ ਇਹਨਾਂ ਚੀਜ਼ਾਂ ਕਰਕੇ ਹੋਣ ਡਈ ਆ ਤੇ ਕਮ ਸੇ ਕਮ ਜੇ ਤੇਰਾ ਬਾਦਲਾਂ ਨਾਲ ਯਰਾਨਾ ਨਹੀਂਗਾ ਤੇ ਫਿਰ ਇੱਥੇ ਆ ਕੇ ਇਹਨਾਂ ਦੀ ਬਾਤ ਪੁੱਛ। ਤੇਰੇ ਜ਼ਿਲ੍ਹੇ ਦਾ ਕਮਿਸ਼ਨਰ ਇੱਥੇ ਆਵੇ ਤੇਰੇ ਜ਼ਿਲ੍ਹੇ ਦਾ ਡੀਸੀ ਇੱਥੇ ਆਵੇ ਔਰ ਇਹਨਾਂ ਲੋਕਾਂ ਦੀ ਡਿਮਾਂਡ ਜਿਹੜੀ ਸੁਣੇ ਔਰ ਉਹ ਪਰਚਾ ਦਰਜ ਕਰੇ। ਮੈਂ ਨਹੀਂ ਕਹਿੰਦਾ ਉਹਦੇ ਵਿੱਚ ਕਿਸੇ ਨੂੰ ਫੜ ਕੇ ਤੁਸੀਂ ਅੰਦਰ ਦੋ ਉਹਦੀ ਜਾਂਚ ਤੇ ਸ਼ੁਰੂ ਕਰੋ ਨਾ। ਜੇ ਉਹ ਛੋਟੇ ਲੈਵਲ ਤੋਂ ਸਟੋਰ ਕੀਪਰ ਤੋਂ ਸ਼ੁਰੂ ਹੋਈ ਆ ਸਟੋਰ ਕੀਪਰ ਨੇ ਸਟੇਟਮੈਂਟ ਦਿੱਤੀ ਪ੍ਰੈਸ ਨੂੰ ਪ੍ਰੈਸ ਕਾਨਫਰੰਸ ਕਰਕੇ ਉਹਨੇ ਦੱਸਿਆ ਕਿ ਮੈਨੂੰ ਤੇ ਚਿੱਟ ਹੀ ਆਉਂਦੀ ਸੀਗੀ ਵੱਡੇ ਲੋਕਾਂ ਦੀ ਜਿਹਦੀ ਚਿੱਟ ਦੇ ਉੱਤੇ ਮੈਂ ਸਰੂਪ ਦੇ ਦਿੰਦਾ ਰਿਹਾ ਵਾਂ। ਅੱਜ ਮੈਂ ਪੰਜਾਬ ਦੇ ਸਾਰੇ ਲੀਡਰਾਂ ਨੂੰ ਕਹਿਣਾ ਕਿ ਜੇ ਤੁਹਾਡੇ ਵਿੱਚ ਜ਼ਮੀਰ ਹੈ ਜੇ ਤੁਸੀਂ ਸਹੀ ਮਾਇਨੇ 'ਚ ਗੁਰੂ ਨੂੰ ਪਿਆਰ ਕਰਦੇ ਹੋ ਤੇ ਫਿਰ ਇਹਨਾਂ ਲੋਕਾਂ ਕੋਲ ਆ ਕੇ ਪੁੱਛੋ ਇਹਨਾਂ ਦਾ ਚਾਹੇ ਧਰਨਾ ਇਹਨਾਂ ਦੀਆਂ ਮੰਗਾਂ ਮੰਨ ਕੇ ਉਠਾਓ। ਤੁਹਾਨੂੰ ਸ਼ਰਮ ਨਹੀਂ ਆਉਂਦੀ ਯਾਰ ਲੀਡਰਾਂ ਨੂੰ। ਇੱਕ ਸਾਲ ਤੋਂ ਆ ਧੁੱਪੇ ਆ ਜੂਨ ਜੁਲਾਈ ਦਾ ਮਹੀਨਾ ਤੇ ਉਹ ਬੀਬੀਆਂ ਭੈਣਾਂ ਤੇ ਉਹ ਬੱਚੇ ਤੇ ਬਜ਼ੁਰਗ ਇੱਥੇ ਬੈਠੇ ਆ ਲੱਖ ਲਾਹਨਤ ਇਹੋ ਜੀ ਸਰਕਾਰ ਦੇ ਉੱਤੇ। ਮੈਂ ਇਹਦੇ ਨਾਲ ਮੇਰੇ ਲੱਖ ਵੈਰ ਵਿਰੋਧ ਹੋਊਗਾ ਮੇਰੇ ਲੱਖ ਮਤਭੇਦ ਹੋਣਗੇ। ਆ ਨਵਜੋਤ ਸਿੰਘ ਸਿੱਧੂ ਰੋਜ਼ ਟਵਿੱਟਰ ਦੇ ਉੱਤੇ ਬੇਅਦਬੀ ਦੇ ਉੱਤੇ ਬੋਲਦਾ ਮੈਂ ਉਹਨੂੰ ਵੀ ਕਹਿਣਾ ਕਿ ਸਮਾਂ ਕੱਢ ਕੇ ਆਪਣੀ ਜੇ ਰਾਜਨੀਤੀ ਦੀ ਅਗਲੀ ਪਾਰੀ ਸ਼ੁਰੂ ਕਰਨੀ ਆ ਤੇ ਇੱਥੋਂ ਆ ਕੇ ਕਰ। ਆ ਦਿੱਲੀ ਜਿਹੜੇ ਮਿਨਿਸਟਰ ਜਾਂਦੇ ਫਿਰਦੇ ਆ ਕਾਂਗਰਸ ਦੇ ਸੁਖੀ ਰੰਧਾਵਾ ਚੰਨੀ ਆ ਬਾਜਵਾ ਜੀ ਤੇ ਇੱਥੇ ਆ ਕੇ ਪੁੱਛੋ ਪਹਿਲਾਂ 328 ਸਰੂਪਾਂ ਦਾ ਇਨਸਾਫ ਤੇ ਦਵਾਓ ਇਹਦੇ ਨਾਲ ਵੀ ਸਿੱਟ ਬਣਾਓ ਇਹਨਾਂ ਦੇ ਉੱਤੇ ਵੀ ਜਿਨ੍ਹਾਂ ਨੇ ਗਾਇਬ ਕੀਤੇ ਆ ਉਹ ਪਰਚਾ ਦਰਜ ਕੀਤਾ ਜਾਵੇ ਤੇ ਇਹ ਧੀਆਂ ਭੈਣਾਂ ਮਾਵਾਂ ਤੇ ਜਿਹੜੇ ਬਜ਼ੁਰਗ ਤੇ ਬੱਚੇ ਬੈਠੇ ਆ ਇਹਨਾਂ ਨੂੰ ਇਹਨਾਂ ਦੇ ਘਰ ਭੇਜੋ। ਅੱਜ ਮੈਂ ਸੰਗਤ ਨੂੰ ਪੁੱਛਦਾ ਐਡਾ ਵੱਡਾ ਬਰਗਾੜੀ ਤੁਸੀਂ ਇਕੱਠ ਕੀਤਾ ਸੀ 2 ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਉੱਤੇ ਐਡਾ ਵੱਡਾ ਬੋਰਡ ਲੱਗਾ ਤੁਹਾਨੂੰ ਦਿਸਦਾ ਨਹੀਂ 328 ਸਰੂਪ ਗਾਇਬ ਹੋਏ ਆ ਕੀ ਗੱਲ ਇਕੱਲੇ ਇਨਸਾਫ ਮੰਗਣਗੇ। ਮੈਂ ਵੀ ਗਾਇਬ ਗਾਏ ਰੌਲਾ ਪਾਇਆ ਮੈਂ ਇਹਨਾਂ ਵਾਂਗੂ ਕੁਰਬਾਨੀ ਨਹੀਂ ਦੇ ਸਕਦਾ ਕਿ ਮੈਂ ਪੱਕਾ ਹੀ ਧੁੱਪੇ ਬਹਿ ਜਾਵਾਂ। ਹਰ ਬੰਦੇ 'ਚ ਆਪੋ ਆਪਣਾ ਜਜ਼ਬਾ ਹੁੰਦਾ ਸ਼ਾਇਦ ਮੈਂ ਇਸ ਕਾਬਲ ਨਹੀਂ ਹੈਗਾ ਪਰ ਸੰਗਤ ਨੂੰ ਗੁਰੂ ਘਰ ਦੇ ਪ੍ਰੇਮੀਆਂ ਨੂੰ ਇਹ ਚਾਹੀਦਾ ਗਾਇਬ ਗਾਏ ਜਿਹੜੇ ਲੋਕ ਵੀ ਤੁਹਾਨੂੰ ਮਿਲਦੇ ਆ ਅਫਸਰ ਆ ਲੀਡਰ ਆ ਇਹਨਾਂ 328 ਸਰੂਪਾਂ ਦਾ ਹਿਸਾਬ ਵੀ ਮੰਗਿਆ ਜਾਵੇ ਔਰ ਇਹਨਾਂ ਦੋਸ਼ੀਆਂ ਨੂੰ ਵੀ ਸਜ਼ਾ ਸੁਣਵਾਈ ਜਾਵੇ। ਅਗਲੀ ਇਲੈਕਸ਼ਨ ਹੁਣ 328 ਸਰੂਪਾਂ ਦੇ ਨਾਂ ਤੇ ਕਰਨਗੇ ਨਵੀਂ ਕੋ ਪਾਰਟੀ ਆ ਜੂਗੀ ਉਹ ਕਹੂ ਅਸੀਂ ਇਨਸਾਫ ਦੇਵਾਂਗੇ 2 ਬੇਅਦਬੀ ਦਾ ਵੀ ਤੇ 328 ਦਾ ਵੀ। ਇਸੇ ਤਰੀਕੇ ਅਸੀਂ ਸ਼ਦਾਈ ਬਣਦੇ ਰਹਿਣਾ ਸਾਡੇ ਗੁਰੂ ਦੀ ਵੀ ਬੇਅਦਬੀ ਹੁੰਦੀ ਰਹਿਣੀ ਆ ਤੇ ਸਾਨੂੰ ਵੀ ਛੱਤਰ ਪੈਂਦੇ ਰਹਿਣੇ ਆ। ਮੈਂ ਸਿਰਫ ਲੋਕਾਂ ਨੂੰ ਕਹਿੰਦਾ ਜਾਗੋ ਜਾਗੋ ਤੇ ਜਾਗੋ ਲੱਖ ਲਾਹਨਤ ਇਹੋ ਜੀ ਸਰਕਾਰ ਦੇ ਉੱਤੇ। ਸਾਡੇ ਗੁਰੂ ਦੀ ਵੀ ਬੇਅਦਬੀ ਹੁੰਦੀ ਰਹਿਣੀ ਆ ਤੇ ਸਾਨੂੰ ਵੀ ਛੱਤਰ ਪੈਂਦੇ ਰਹਿਣੇ ਆ। ਸਾਥੀਓ ਆਇਆ ਤੇ ਮੈਂ ਦਰਬਾਰ ਸਾਹਿਬ ਲਾਗੇ ਕੋਈ ਨੌਜਵਾਨਾਂ ਨੇ ਮੈਨੂੰ ਬੁਲਾਇਆ ਸੀਗਾ ਕਿ ਸ਼੍ਰੋਮਣੀ ਕਮੇਟੀ ਵਾਲੇ ਬਾਹਰ ਕੋ ਉਹਨਾਂ ਨੂੰ ਬਲੱਡ ਜਿਹੜਾ ਬੈਂਕ ਹੈ ਉਹ ਕੈਂਪ ਲਾਉਣਾ ਸੀਗਾ ਉਹ ਤੇ ਉਹ ਲਾਉਣ ਨਹੀਂ ਸੀ ਦੇ ਰਹੇ ਉਹਨਾਂ ਦੀ ਜਗ੍ਹਾ ਦਾ ਅਰੇਂਜਮੈਂਟ ਕਰਾਉਣ ਲਈ ਮੈਂ ਇੱਥੇ ਆਇਆ ਸੀਗਾ। ਪਰ ਜਦੋਂ ਮੈਂ ਇੱਥੋਂ ਲੰਘਿਆ ਤੇ ਮੇਰੇ ਕੋਲ ਪਹਿਲਾਂ ਤੇ ਮੈਂ ਅੱਗੇ ਚਲੇ ਗਿਆ ਮੈਂ ਝੂਠ ਨਹੀਂ ਮਾਰਦਾ ਪਰ ਫਿਰ ਮੇਰੇ ਮਨ ਦੇ ਵਿੱਚ ਆਇਆ ਵੀ ਇੰਨੀ ਦੇਰ ਤੋਂ ਇਹ ਧਰਨੇ ਤੇ ਬੈਠੇ ਨੇ ਉਹਨਾਂ ਨੂੰ ਪੁੱਛਿਆ ਤੇ ਜਾਵੇ ਵੀ ਮਸਲਾ ਤੁਹਾਡਾ ਹੱਲ ਹੋਇਆ ਕਿ ਨਹੀਂ ਹੋਇਆ ਕੋਈ ਤੁਹਾਨੂੰ ਪੁੱਛਣ ਆਇਆ ਕਿ ਨਹੀਂ ਆਇਆ। ਇਹ ਮੈਂ ਤੁਹਾਨੂੰ ਥੋੜਾ ਜਿਹਾ ਪੁਰਾਣਾ ਪਿੱਛੇ ਜਾ ਕੇ ਯਾਦ ਦਿਵਾਉਣਾ ਚਾਹੁੰਦਾ। ਪਹਿਲਾਂ ਤਾਂ ਮੈਂ ਇਹ ਦੱਸ ਦਵਾਂ ਕਿ ਸਾਰੀ ਦੁਨੀਆ ਨੂੰ ਪਤਾ ਕਿ ਧਰਨੇ ਜਿਹੜੇ ਲਾਏ ਜਾਂਦੇ ਨੇ ਉਹ ਸਿਰਫ ਤੇ ਸਿਰਫ ਸਰਕਾਰਾਂ ਦਾ ਜਿਹੜਾ ਧਿਆਨ ਖਿੱਚਣ ਲਈ ਤੇ ਮੁਸ਼ਕਲਾਂ ਨੂੰ ਹੱਲ ਕਰਾਉਣ ਲਈ ਲਾਏ ਜਾਂਦੇ ਨੇ। ਪਰ ਸਰਕਾਰਾਂ ਇੰਨੀਆਂ ਬਸ਼ਰਮ ਨੇ ਚਾਹੇ ਉਹ ਦਿੱਲੀ ਵਾਲੀ ਦੇਖ ਲਓ ਚਾਹੇ ਸਾਡੇ ਵਾਲੀ ਦੇਖ ਲਓ ਇੱਥੇ ਲਿਖ ਕੇ ਲਾਇਆ ਮੇਰੇ ਖਿਆਲ ਵੀ 234 ਦਿਨ ਹੋ ਗਏ ਆ ਇਹਨਾਂ ਨੂੰ ਇੱਥੇ ਧਰਨਾ ਲਾਇਆ ਨੂੰ
ਇਹ ਭਾਈ ਬਲਦੇਵ ਸਿੰਘ ਵਡਾਲਾ ਦੀ ਅਗਵਾਈ ਦੇ ਵਿੱਚ ਧਰਨਾ ਲਾਇਆ ਗਿਆ। ਧਰਨਾ ਤੇ ਕੋਈ ਕਾਮਨ ਮੈਨ ਵੀ ਲਾਵੇ, ਉਹ ਲਾਉਂਦਾ ਤੇ ਆਪਣੀਆਂ ਮੰਗਾਂ ਲਈ ਜਾਂ ਸਮਾਜ ਦੇ ਹਿੱਤਾਂ ਲਈ ਆ। ਹੁਣ ਮੈਂ ਤੁਹਾਨੂੰ ਯਾਦ ਦੱਸਣ ਲੱਗਾ ਕਿ ਧਰਨਾ ਲੱਗਾ ਕਿਉਂ ਹੈ। ਕਿ ਪਿੱਛੇ ਜੇ ਸਭ ਤੋਂ ਪਹਿਲਾਂ ਇਹ ਸਾਲ 1.5 ਸਾਲ ਪਹਿਲਾਂ ਮੇਰੇ ਵੱਲੋਂ ਇੱਕ ਮੁੱਦਾ ਚੁੱਕਿਆ ਗਿਆ ਸੀਗਾ ਕਿ ਸ਼੍ਰੋਮਣੀ ਕਮੇਟੀ ਦੇ 267 ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੇ, ਜਿਹੜੇ ਇਹਨਾਂ ਦੀ ਪ੍ਰੈਸ 'ਚ ਛਪਦੇ ਨੇ, ਉਹ ਗਾਇਬ ਹੋ ਗਏ ਨੇ ਔਰ ਉਹ ਵੱਖ-ਵੱਖ ਥਾਵਾਂ ਦੇ ਉੱਤੇ ਗਏ ਨੇ, ਜਿਨ੍ਹਾਂ ਲੋਕਾਂ ਨੂੰ ਉਹਨਾਂ ਦੀ ਮਹੱਤਤਾ ਨਹੀਂ ਪਤਾ। ਇੱਥੇ ਥੋੜਾ ਤਫਤੀਸ਼ ਦੇ ਵਿੱਚ ਮੈਂ ਤੁਹਾਨੂੰ ਦੱਸਾਂ ਕਿ ਜੇ ਕਿਸੇ ਨੇ ਘਰ ਦੇ ਵਿੱਚ ਪੂਰੀ ਮਰਿਆਦਾ ਦੇ ਨਾਲ ਸਰੂਪ ਰੱਖਣਾ ਹੋਵੇ ਤੇ ਉਹ ਤੇ ਇੱਥੇ ਸਿੰਪਲ ਜੀ ਐਪਲੀਕੇਸ਼ਨ ਸ਼੍ਰੋਮਣੀ ਕਮੇਟੀ ਨੂੰ ਦਿੰਦਾ ਕਿ ਮੈਂ ਇਹ ਸਰੂਪ ਗੁਰੂ ਗ੍ਰੰਥ ਸਾਹਿਬ ਦਾ ਆਪਣੇ ਘਰ 'ਚ ਰੱਖਣਾ, ਪ੍ਰਕਾਸ਼ ਕਰਨਾ, ਔਰ ਉਸ ਤੋਂ ਬਾਅਦ ਇਹਨਾਂ ਦਾ ਇੱਕ ਇੰਸਪੈਕਟਰ ਜਾਂਦਾ ਔਰ ਬਹੁਤ ਘੱਟ ਰੇਟ ਨੇ, ਮੇਰੇ ਖਿਆਲ 5100 ਕਿ 2100 ਹੋਊਗਾ। ਗੁਰੂ ਸਾਹਿਬ ਦਾ ਤੇ ਮੁੱਲ ਹੀ ਕੋਈ ਨਹੀਂਗਾ, ਪਰ ਫਿਰ ਵੀ ਇੰਨੇ ਪੈਸੇ ਦੇ ਕੇ ਤੇ ਉਹ ਉੱਥੋਂ ਆਪਣੇ ਘਰ ਦੇ ਵਿੱਚ ਉਹਨਾਂ ਨੂੰ ਉੱਥੇ ਉਹ ਪ੍ਰਕਾਸ਼ ਕਰਦਾ। ਪਰ ਇਹ ਚੋਰੀ ਕੋਏ ਇਹ ਗਏ ਕਿਉਂ? 5100 ਰੁਪਈਆ ਤੇ ਕੋਈ ਬਹੁਤੀ ਮਤਲਬ ਅਮਾਉਂਟ ਨਹੀਂ ਹੈਗੀ। ਇਹ ਚੋਰੀ ਇਸ ਕਰਕੇ ਉਹਨਾਂ ਨੂੰ ਕਰਾ ਕੇ ਦਿੱਤੇ ਗਏ, ਵੱਖ-ਵੱਖ ਡੇਰਿਆਂ ਦੇ ਉੱਤੇ ਭੇਜੇ ਗਏ ਜਿਨ੍ਹਾਂ ਨੂੰ ਪੰਥ ਦੇ ਵਿੱਚੋਂ ਸਰੂਪ ਰੱਖਣ ਤੋਂ ਮਨਾਹੀ ਹੈ। ਔਰ ਇਹ ਕਿਹਦੇ ਆਰਡਰਾਂ ਤੇ ਗਏ, ਇਹ ਸਭ ਤੋਂ ਪਹਿਲਾਂ ਮੈਂ ਮੁੱਦਾ ਚੁੱਕਿਆ ਸੀਗਾ। ਔਰ ਉਸ ਤੋਂ ਬਾਅਦ ਸਿੰਘ ਸਾਹਿਬ ਨੇ ਸਾਡੇ ਪੰਥ ਦੀ, ਸਾਡੀ ਜਿਹੜੀ ਸੁਪਰੀਮ ਪਾਵਰ ਹੈ, ਉਹਦੀ ਪੰਥ ਦੀ ਮਹਾਨ ਹਸਤੀ ਗਿਆਨੀ ਹਰਪ੍ਰੀਤ ਸਿੰਘ ਹੋਣਾ ਦੀ ਜਾਂਚ ਕੀਤੀ ਔਰ ਉਹਨਾਂ ਜਾਂਚ ਦੇ ਵਿੱਚ ਇੱਕ ਗੱਲ ਤੇ ਬਿਲਕੁਲ ਸਾਫ਼ ਕੀਤੀ ਕਿ ਸਰੂਪ ਜਿਹੜੇ ਉਹ 267 ਨਹੀਂ ਗਾਇਬ ਹੋਏ, ਸਰੂਪ 328 ਨਹੀਂ ਹੈਗੇ। ਪਰ ਇਹਦੇ ਨਾਲ ਨਾਲ ਉਹਨਾਂ ਇੱਕ ਸਟੇਟਮੈਂਟ ਦਿੱਤੀ, ਇੱਕ ਵੀਡੀਓ ਉਹਨਾਂ ਦੀ ਕਿਸੇ ਚੈਨਲ ਦੇ ਉੱਤੇ ਆ ਜਿਹਦੇ ਚੋਂ ਕਹਿੰਦੇ ਆ ਕਿ ਜਿਨ੍ਹਾਂ ਨੇ ਵੀ ਕੀਤਾ ਇਹ ਬੱਜਰ ਗੁਨਾਹ ਕੀਤਾ, ਇਹਨਾਂ ਲੋਕਾਂ ਨੂੰ ਫੜ ਕੇ ਅੰਦਰ ਦੇ ਦੇਣਾ ਚਾਹੀਦਾ। ਔਰ ਜੇ ਕੰਮ ਮੈਂ ਨਾ ਕਰਾ ਸਕਿਆ ਤੇ ਮੈਂ ਸਾਰਾ ਕੁਝ ਛੱਡ ਕੇ ਲਾਂਭੇ ਹੋ ਜਾਊਂਗਾ। ਨਾ ਤੇ ਜਥੇਦਾਰ ਸਾਹਿਬ ਲਾਂਭੇ ਹੋਏ ਤੇ ਨਾ ਹੀ ਉਹਨਾਂ ਸਰੂਪਾਂ ਦਾ ਕੋਈ ਵਾਲੀ ਵਾਰਸ ਕਿੱਥੇ ਗਏ, ਨਾ ਕਿਸੇ ਨੇ ਪੁੱਛ ਪ੍ਰਤੀਤ ਕੀਤੀ, ਨਾ ਉਹ ਅੱਜ ਤੱਕ ਮਿਲੇ। ਉਹਦੇ ਕਰਕੇ ਇਹਨਾਂ ਨੇ ਇੱਥੇ ਪੱਕਾ ਜਿਹੜਾ ਧਰਨਾ 1 ਸਾਲ ਦੇ ਕਰੀਬ ਇਹਨਾਂ ਨੂੰ ਉਹ ਚੱਲਾ ਲਾ ਦਿੱਤਾ। ਇਹ ਕੇਸ ਲੈ ਕੇ ਜ਼ਿਲ੍ਹੇ ਦੇ ਪੁਲਿਸ ਕਮਿਸ਼ਨਰ ਕੋਲ ਵੀ ਗਏ, ਉਸ ਤੋਂ ਬਾਅਦ ਇਹ ਲੋਅਰ ਕੋਰਟ ਦੇ ਵਿੱਚ ਵੀ ਗਏ ਔਰ ਲੋਅਰ ਕੋਰਟ ਨੇ ਡਿਸਮਿਸ ਕਰ ਦਿੱਤਾ। 328 ਸਰੂਪ ਗਾਇਬ ਹੋਏ ਹੋਣ ਔਰ ਕੋਰਟ ਦੇ ਵਿੱਚ ਸੁਣਵਾਈ ਨਾ ਹੋਵੇ, ਉਹਨੂੰ ਲੈ ਕੇ ਹਾਈ ਕੋਰਟ ਚੱਲੇ ਨੇ। ਮੈਂ ਦੱਸ ਦਵਾਂ ਕਿ ਦੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਤੇ ਸਾਰੇ ਪੰਜਾਬ 'ਚ ਅੱਗ ਲੱਗੀ। ਅੱਜ ਸਾਰੇ ਪੰਜਾਬ ਦੀਆਂ ਪਾਰਟੀਆਂ 2 ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਦੇ ਉੱਤੇ ਰਾਜਨੀਤੀ ਕਰਦੀਆਂ ਵਾ ਔਰ 328 ਸਰੂਪ ਗਾਇਬ ਹੋਣ ਔਰ ਉਹਨਾਂ ਦਾ ਕੋਈ ਵਾਲੀ ਵਾਰਸ ਨਾ ਹੋਵੇ, ਉਹਨਾਂ ਦੀ ਕੋਈ ਜਾਂਚ ਨਾ ਚੱਲੀ ਹੋਵੇ। ਜਥੇਦਾਰ ਸਾਹਿਬ ਨੇ 267 ਦੇ 328 ਇਸ ਕਰਕੇ ਕੀਤੇ ਕਿ ਉਹਨਾਂ ਸੱਚੇ ਹੋਣਾ ਸੀਗਾ ਸੰਗਤ ਦੀ ਨਜ਼ਰ ਦੇ ਵਿੱਚ ਕਿ ਮੈਂ ਵੱਧ ਕਰ ਦਿੱਤੇ ਨੇ। ਪਰ ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਘਾਲ-ਮਾਲ ਕੀਤਾ, ਉਸ ਤੋਂ ਬਾਅਦ ਜਿਹੜੇ ਇਹਨਾਂ ਫਰਮਾਨ ਜਾਰੀ ਕੀਤੇ, ਉਹਦੇ 'ਚ ਕੀ ਕਹਿੰਦੇ ਨੇ, ਪਹਿਲਾਂ ਪ੍ਰਧਾਨ ਸਾਹਿਬ ਦੀ ਸਟੇਟਮੈਂਟ ਆਈ ਜਦੋਂ ਮੈਂ ਰੌਲਾ ਪਾਇਆ ਸੀਗਾ ਕਿ ਇੰਨੇ ਬੰਦੇ ਦੋਸ਼ੀ ਨੇ, ਵਿੱਚੋਂ ਕਈ ਅਸਤੀਫੇ ਦੇ ਗਏ ਤੇ ਕਈਆਂ ਦੇ ਬਾਰੇ ਉਹਨਾਂ ਨੇ ਬੋਲਿਆ ਕਿ ਇਹਨਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣਗੀਆਂ, ਇਹਨਾਂ ਦੇ ਉੱਤੇ ਜਿਹੜਾ ਕ੍ਰਿਮੀਨਲ ਪਰਚਾ ਦਰਜ ਹੋਊਗਾ। ਉਸ ਤੋਂ ਬਾਅਦ ਜਦੋਂ ਇਹਨਾਂ ਨੂੰ ਪਤਾ ਲੱਗਾ ਕਿ ਜਿਨ੍ਹਾਂ ਲੋਕਾਂ ਦੇ ਉੱਤੇ ਪਰਚਾ ਦਰਜ ਹੋਣ ਲੱਗਾ, ਛੋਟੇ ਲੈਵਲ ਤੋਂ ਪਰਚਾ ਦਰਜ ਹੋਣਾ ਸੀਗਾ ਤੇ ਇਹ ਜਿਹੜੀ ਚੇਨ ਆ, ਇਹ ਜਿਹੜੀ ਕੜੀ ਆ, ਉਹ ਕਿੱਥੋਂ ਤੱਕ ਪਹੁੰਚ ਜਾਣੀ ਟੀਸੀ ਤੇ, ਨਾ ਕਿਸੇ ਨੇ ਪਰਚਾ ਦਰਜ ਕਰਾਇਆ। ਇਸ ਸਬੰਧ ਦੇ ਵਿੱਚ ਮੈਂ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ 2 ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਨ੍ਹਾਂ ਦੀ ਬੇਅਦਬੀ ਹੋਈ ਤੇ ਸਿੱਟ ਤੱਕ ਬਿਠਾਈਆਂ ਗਈਆਂ, ਕੋਰਟ ਦੇ ਵਿੱਚ ਵਕੀਲਾਂ ਦੀ ਫੌਜ ਖੜੀ ਕੀਤੀ ਜਾਂਦੀ ਆ, ਉਹਦੇ ਵਿੱਚ ਵੀ ਇਨਸਾਫ ਨਹੀਂ ਮਿਲਿਆ। ਕਮ ਸੇ ਕਮ 328 ਸਰੂਪ ਤੇ ਤੇਰੇ ਰਾਜ ਦੇ ਵਿੱਚ ਗਾਇਬ ਹੋਏ ਜਾਂ ਸਾਹਮਣੇ ਆਏ ਆ। ਤੈਨੂੰ ਤੇ ਇਹਨਾਂ ਦੇ ਉੱਤੇ ਜਿਹੜਾ ਕ੍ਰਿਮੀਨਲ ਪਰਚਾ ਦਰਜ ਕਰਨਾ ਚਾਹੀਦਾ। ਹੁਣ ਮੈਂ ਤੁਹਾਨੂੰ ਸੰਗਤ ਨੂੰ ਪੁੱਛਣ ਲੱਗਾ ਕਿ ਜੇ ਮੈਂ ਦਰਬਾਰ ਸਾਹਿਬ ਦੇ ਅੰਦਰ ਜਾਣਾ, ਉੱਥੇ ਮੇਰੇ ਕੋਲੋਂ ਕੋਈ ਕਤਾਈ ਹੋ ਜਾਂਦੀ ਧਾਰਮਿਕ, ਉਹਦੀ ਸਜ਼ਾ ਤੇ ਦਵੇ ਮੈਨੂੰ ਸ਼੍ਰੋਮਣੀ ਕਮੇਟੀ, ਉਹਦੀ ਸਜ਼ਾ ਤੇ ਦਵੇ ਮੈਨੂੰ ਕਾਲ ਤਖਤ, ਤੇ ਜੇ ਅੰਦਰ ਜਾ ਕੇ ਮੈਂ ਤੁਹਾਡੀ ਜੇਬ ਕੱਟ ਲੈਣਾ, ਤੁਹਾਡਾ ਕਤਲ ਕਰ ਦਿੰਨਾ, ਤੁਹਾਨੂੰ ਕਿਸੇ ਨੂੰ ਸੱਟ ਪੇਟ ਲਾ ਦਿੰਨਾ, ਉਹਦੀ ਜਾਂਚ ਤੇ ਜਿਹੜੀ ਐਸਜੀਪੀਸੀ ਤੇ ਕਾਲ ਤਖਤ ਦਾ ਜਥੇਦਾਰ ਨਹੀਂ ਨਾ ਕਰ ਸਕਦਾ, ਉਹਦਾ ਪਰਚਾ ਤੇ ਤੁਸੀਂ ਪੁਲਿਸ ਕੋਲ ਹੀ ਦਰਜ ਕਰਾਉਂਦੇ ਹੋ ਨਾ। ਫਿਰ 328 ਸਰੂਪ ਤੁਸੀਂ ਮੰਨਦੇ ਹੋ ਚੋਰੀ ਹੋਏ ਆ, ਫਿਰ ਉਹਨਾਂ ਦਾ ਅੱਜ ਤੱਕ ਪਰਚਾ ਕਿਉਂ ਨਹੀਂ ਦਰਜ ਕਰਾਇਆ ਗਿਆ? ਸਾਲ ਬੰਦਿਆਂ ਨੂੰ ਇੱਥੇ ਬੈਠਿਆਂ ਨੂੰ ਹੋ ਗਿਆ ਹੋਵੇ ਤੇ ਇਹਨਾਂ ਦੀ ਕੋਈ ਬਾਤ ਨਾ ਪੁੱਛੇ। ਵੱਡੀਆਂ ਤੋਂ ਵੱਡੀਆਂ ਹਸਤੀਆਂ ਵੋਟਾਂ ਦੇ ਚੱਕਰ 'ਚ ਇੱਥੇ ਮੱਥਾ ਟੇਕਣ ਆਉਂਦੀਆਂ ਹੁਣ ਔਰ ਇਹਨਾਂ ਕੋਲ ਰੁਕ ਕੇ ਨਾ ਜਾਣ। ਕਿਉਂ ਨਹੀਂ ਹੁਣ ਤੱਕ ਨਿਆਂ ਮਿਲ ਰਿਹਾ? ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਕਹਿਣਾ ਕਿ ਬਥੇਰੀ ਖੱਜਲ ਖਰਾਬੀ ਤੇਰੀ ਦਿੱਲੀ ਹੋਣ ਡਈ ਆ, ਇਹਨਾਂ ਮੁੱਦਿਆਂ ਕਰਕੇ ਹੋਣ ਡਈ ਆ।
ਇਹਨਾਂ ਚੀਜ਼ਾਂ ਕਰਕੇ ਹੋਣ ਡਈ ਆ। ਤੇ ਕਮ ਸੇ ਕਮ ਜੇ ਤੇਰਾ ਬਾਦਲਾਂ ਨਾਲ ਯਰਾਨਾ ਨੀਗਾ ਤੇ ਫਿਰ ਇੱਥੇ ਆ ਕੇ ਇਹਨਾਂ ਦੀ ਬਾਤ ਪੁੱਛ। ਤੇਰੇ ਜ਼ਿਲ੍ਹੇ ਦਾ ਕਮਿਸ਼ਨਰ ਇੱਥੇ ਆਵੇ, ਤੇਰੇ ਜ਼ਿਲ੍ਹੇ ਦਾ ਡੀਸੀ ਇੱਥੇ ਆਵੇ ਔਰ ਇਹਨਾਂ ਲੋਕਾਂ ਦੀ ਡਿਮਾਂਡ ਜਿਹੜੀ ਸੁਣੇ ਔਰ ਉਹ ਪਰਚਾ ਦਰਜ ਕਰੇ। ਮੈਂ ਨਹੀਂ ਕਹਿੰਦਾ ਉਹਦੇ ਵਿੱਚ ਕਿਸੇ ਨੂੰ ਫੜ ਕੇ ਤੁਸੀਂ ਅੰਦਰ ਦੋ, ਉਹਦੀ ਜਾਂਚ ਤੇ ਸ਼ੁਰੂ ਕਰੋ ਨਾ। ਜੇ ਉਹ ਛੋਟੇ ਲੈਵਲ ਤੋਂ ਸਟੋਰ ਕੀਪਰ ਤੋਂ ਸ਼ੁਰੂ ਹੋਈ ਆ, ਸਟੋਰ ਕੀਪਰ ਨੇ ਸਟੇਟਮੈਂਟ ਦਿੱਤੀ, ਪ੍ਰੈਸ ਨੂੰ ਪ੍ਰੈਸ ਕਾਨਫਰੰਸ ਕਰਕੇ ਉਹਨੇ ਦੱਸਿਆ ਕਿ ਮੈਨੂੰ ਤੇ ਚਿੱਟ ਹੀ ਆਉਂਦੀ ਸੀਗੀ ਵੱਡੇ ਲੋਕਾਂ ਦੀ, ਜਿਹਦੀ ਚਿੱਟ ਦੇ ਉੱਤੇ ਮੈਂ ਸਰੂਪ ਦੇ ਦਿੰਦਾ ਰਿਹਾ ਵਾਂ। ਅੱਜ ਮੈਂ ਪੰਜਾਬ ਦੇ ਸਾਰੇ ਲੀਡਰਾਂ ਨੂੰ ਕਹਿੰਦਾ ਕਿ ਜੇ ਤੁਹਾਡੇ ਵਿੱਚ ਜ਼ਮੀਰ ਹੈ, ਜੇ ਤੁਸੀਂ ਸਹੀ ਮਾਇਨੇ 'ਚ ਗੁਰੂ ਨੂੰ ਪਿਆਰ ਕਰਦੇ ਹੋ ਤੇ ਫਿਰ ਇਹਨਾਂ ਲੋਕਾਂ ਕੋਲ ਆ ਕੇ ਪੁੱਛੋ। ਇਹਨਾਂ ਦਾ ਚਾਹੇ ਧਰਨਾ, ਇਹਨਾਂ ਦੀਆਂ ਮੰਗਾਂ ਮੰਨ ਕੇ ਉਠਾਓ। ਤੁਹਾਨੂੰ ਸ਼ਰਮ ਨਹੀਂ ਆਉਂਦੀ ਯਾਰ ਲੀਡਰਾਂ ਨੂੰ? ਇੱਕ ਸਾਲ ਤੋਂ ਆ ਧੁੱਪੇ ਆ ਜੂਨ ਜੁਲਾਈ ਦਾ ਮਹੀਨਾ ਤੇ ਉਹ ਬੀਬੀਆਂ ਭੈਣਾਂ ਤੇ ਉਹ ਬੱਚੇ ਤੇ ਬਜ਼ੁਰਗ ਇੱਥੇ ਬੈਠੇ ਆ। ਲੱਖ ਲਾਹਨਤ ਇਹੋ ਜੀ ਸਰਕਾਰ ਦੇ ਉੱਤੇ। ਮੈਂ ਇਹਦੇ ਨਾਲ ਮੇਰੇ ਲੱਖ ਵੈਰ ਵਿਰੋਧ ਹੋਊਗਾ, ਮੇਰੇ ਲੱਖ ਮਤਭੇਦ ਹੋਣਗੇ। ਆ ਨਵਜੋਤ ਸਿੰਘ ਸਿੱਧੂ ਰੋਜ਼ ਟਵਿੱਟਰ ਦੇ ਉੱਤੇ ਬੇਅਦਬੀ ਦੇ ਉੱਤੇ ਬੋਲਦਾ। ਮੈਂ ਉਹਨੂੰ ਵੀ ਕਹਿਣਾ ਕਿ ਸਮਾਂ ਕੱਢ ਕੇ ਆਪਣੀ ਜੇ ਰਾਜਨੀਤੀ ਦੀ ਅਗਲੀ ਪਾਰੀ ਸ਼ੁਰੂ ਕਰਨੀ ਆ ਤੇ ਇੱਥੋਂ ਆ ਕੇ ਕਰ। ਆ ਦਿੱਲੀ ਜਿਹੜੇ ਮਿਨਿਸਟਰ ਜਾਂਦੇ ਫਿਰਦੇ ਆ ਕਾਂਗਰਸ ਦੇ, ਸੁਖੀ ਰੰਧਾਵਾ, ਚੰਨੀ, ਆ ਬਾਜਵਾ ਜੀ, ਤੇ ਇੱਥੇ ਆ ਕੇ ਪੁੱਛੋ। ਪਹਿਲਾਂ 328 ਸਰੂਪਾਂ ਦਾ ਇਨਸਾਫ ਤੇ ਦਵਾਓ, ਇਹਦੇ ਨਾਲ ਵੀ ਸਿੱਟ ਬਣਾਓ। ਇਹਨਾਂ ਦੇ ਉੱਤੇ ਵੀ ਜਿਨ੍ਹਾਂ ਨੇ ਗਾਇਬ ਕੀਤੇ ਆ ਉਹ ਪਰਚਾ ਦਰਜ ਕੀਤਾ ਜਾਵੇ ਤੇ ਇਹ ਧੀਆਂ ਭੈਣਾਂ ਮਾਵਾਂ ਤੇ ਜਿਹੜੇ ਬਜ਼ੁਰਗ ਤੇ ਬੱਚੇ ਬੈਠੇ ਆ ਇਹਨਾਂ ਨੂੰ ਇਹਨਾਂ ਦੇ ਘਰ ਭੇਜੋ। ਅੱਜ ਮੈਂ ਸੰਗਤ ਨੂੰ ਪੁੱਛਦਾ, ਐਡਾ ਵੱਡਾ ਬਰਗਾੜੀ ਤੁਸੀਂ ਇਕੱਠ ਕੀਤਾ ਸੀ 2 ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਉੱਤੇ, ਆ ਐਡਾ ਵੱਡਾ ਬੋਰਡ ਲੱਗਾ, ਤੁਹਾਨੂੰ ਦਿਸਦਾ ਨਹੀਂ? 328 ਸਰੂਪ ਗਾਇਬ ਹੋਏ ਆ। ਕੀ ਗੱਲ ਇਹ ਕੱਲੇ ਇਨਸਾਫ ਮੰਗਣਗੇ? ਮੈਂ ਵੀ ਗਾਇਬ ਬਗਾਏ ਰੌਲਾ ਪਾਇਆ। ਮੈਂ ਇਹਨਾਂ ਵਾਂਗੂ ਕੁਰਬਾਨੀ ਨਹੀਂ ਦੇ ਸਕਦਾ ਕਿ ਮੈਂ ਪੱਕਾ ਹੀ ਧੁੱਪੇ ਬਹਿ ਜਾਵਾਂ। ਹਰ ਬੰਦੇ 'ਚ ਆਪੋ ਆਪਣਾ ਜਜ਼ਬਾ ਹੁੰਦਾ, ਸ਼ਾਇਦ ਮੈਂ ਇਸ ਕਾਬਲ ਨਹੀਂ ਹੈਗਾ, ਪਰ ਸੰਗਤ ਨੂੰ, ਗੁਰੂ ਘਰ ਦੇ ਪ੍ਰੇਮੀਆਂ ਨੂੰ ਇਹ ਚਾਹੀਦਾ ਗਾਏ ਬਗਾਏ ਜਿਹੜੇ ਲੋਕ ਵੀ ਤੁਹਾਨੂੰ ਮਿਲਦੇ ਆ, ਅਫਸਰ ਆ, ਲੀਡਰ ਆ, ਇਹਨਾਂ 328 ਸਰੂਪਾਂ ਦਾ ਹਿਸਾਬ ਵੀ ਮੰਗਿਆ ਜਾਵੇ ਔਰ ਇਹਨਾਂ ਦੋਸ਼ੀਆਂ ਨੂੰ ਵੀ ਸਜ਼ਾ ਸੁਣਵਾਈ ਜਾਵੇ। ਅਗਲੀ ਇਲੈਕਸ਼ਨ ਹੁਣ 328 ਸਰੂਪਾਂ ਦੇ ਨਾਂ ਤੇ ਕਰਨਗੇ, ਨਵੀਂ ਕੋਈ ਪਾਰਟੀ ਆ ਜੂਗੀ, ਉਹ ਕਹੂ ਅਸੀਂ ਇਨਸਾਫ ਦੇਵਾਂਗੇ 2 ਬੇਅਦਬੀ ਦਾ ਵੀ ਤੇ 328 ਦਾ ਵੀ। ਇਸੇ ਤਰੀਕੇ ਅਸੀਂ ਸ਼ਦਾਈ ਬਣਦੇ ਰਹਿਣਾ, ਸਾਡੇ ਗੁਰੂ ਦੀ ਵੀ ਬੇਅਦਬੀ ਹੁੰਦੀ ਰਹਿਣੀ ਆ ਤੇ ਸਾਨੂੰ ਵੀ ਛੱਤਰ ਪੈਂਦੇ ਰਹਿਣੇ ਆ। ਮੈਂ ਸਿਰਫ ਲੋਕਾਂ ਨੂੰ ਕਹਿੰਦਾ, ਜਾਗੋ ਜਾਗੋ ਤੇ ਜਾਗੋ। ਲੱਖ ਲਾਹਨਤ ਇਹੋ ਜੀ ਸਰਕਾਰ ਦੇ ਉੱਤੇ। ਸਾਡੇ ਗੁਰੂ ਦੀ ਵੀ ਬੇਅਦਬੀ ਹੁੰਦੀ ਰਹਿਣੀ ਆ ਤੇ ਸਾਨੂੰ ਵੀ ਛੱਤਰ ਪੈਂਦੇ ਰਹਿਣੇ ਆ। ਸਾਥੀਓ, ਆਇਆ ਤੇ ਮੈਂ ਦਰਬਾਰ ਸਾਹਿਬ ਲਾਗੇ ਕੋਈ ਨੌਜਵਾਨਾਂ ਨੇ ਮੈਨੂੰ ਬੁਲਾਇਆ ਸੀਗਾ ਕਿ ਸ਼੍ਰੋਮਣੀ ਕਮੇਟੀ ਵਾਲੇ ਬਾਹਰ ਕੋ ਉਹਨਾਂ ਨੂੰ ਬਲੱਡ ਜਿਹੜਾ ਬੈਂਕ ਹੈ ਉਹ ਕੈਂਪ ਲਾਉਣਾ ਸੀਗਾ ਤੇ ਉਹ ਲਾਉਣ ਨਹੀਂ ਸੀ ਦੇ ਰਹੇ। ਉਹਨਾਂ ਦੀ ਜਗ੍ਹਾ ਦਾ ਅਰੇਂਜਮੈਂਟ ਕਰਾਉਣ ਲਈ ਮੈਂ ਇੱਥੇ ਆਇਆ ਸੀਗਾ। ਪਰ ਜਦੋਂ ਮੈਂ ਇੱਥੋਂ ਲੰਘਿਆ ਤੇ ਮੇਰੇ ਕੋਲ ਪਹਿਲਾਂ ਤਾਂ ਮੈਂ ਅੱਗੇ ਚਲੇ ਗਿਆ, ਮੈਂ ਝੂਠ ਨਹੀਂ ਮਾਰਦਾ, ਪਰ ਫਿਰ ਮੇਰੇ ਮਨ ਦੇ ਵਿੱਚ ਆਇਆ ਵੀ ਇੰਨੀ ਦੇਰ ਤੋਂ ਇਹ ਧਰਨੇ ਤੇ ਬੈਠੇ ਨੇ, ਉਹਨਾਂ ਨੂੰ ਪੁੱਛਿਆ ਤੇ ਜਾਵੇ ਵੀ ਮਸਲਾ ਤੁਹਾਡਾ ਹੱਲ ਹੋਇਆ ਕਿ ਨਹੀਂ ਹੋਇਆ, ਕੋਈ ਤੁਹਾਨੂੰ ਪੁੱਛਣ ਆਇਆ ਕਿ ਨਹੀਂ ਆਇਆ। ਇਹ ਮੈਂ ਤੁਹਾਨੂੰ ਥੋੜਾ ਜਿਹਾ ਪੁਰਾਣਾ ਪਿੱਛੇ ਜਾ ਕੇ ਯਾਦ ਦਿਵਾਉਣਾ ਚਾਹੁੰਦਾ। ਪਹਿਲਾਂ ਤਾਂ ਮੈਂ ਇਹ ਦੱਸ ਦਵਾਂ ਕਿ ਸਾਰੀ ਦੁਨੀਆ ਨੂੰ ਪਤਾ ਕਿ ਧਰਨੇ ਜਿਹੜੇ ਲਾਏ ਜਾਂਦੇ ਨੇ ਉਹ ਸਿਰਫ ਤੇ ਸਿਰਫ ਸਰਕਾਰਾਂ ਦਾ ਜਿਹੜਾ ਧਿਆਨ ਖਿੱਚਣ ਲਈ ਤੇ ਮੁਸ਼ਕਲਾਂ ਨੂੰ ਹੱਲ ਕਰਾਉਣ ਲਈ ਲਾਏ ਜਾਂਦੇ ਨੇ। ਪਰ ਸਰਕਾਰਾਂ ਇੰਨੀਆਂ ਬਸ਼ਰਮ ਨੇ, ਚਾਹੇ ਉਹ ਦਿੱਲੀ ਵਾਲੀ ਦੇਖ ਲਓ, ਚਾਹੇ ਸਾਡੇ ਵਾਲੀ ਦੇਖ ਲਓ। ਇੱਥੇ ਲਿਖ ਕੇ ਲਾਇਆ, ਮੇਰੇ ਖਿਆਲ ਵੀ 234 ਦਿਨ ਹੋ ਗਏ ਆ ਇਹਨਾਂ ਨੂੰ ਇੱਥੇ ਧਰਨਾ ਲਾਇਆ ਨੂੰ। ਇਹ ਭਾਈ ਬਲਦੇਵ ਸਿੰਘ ਵਡਾਲਾ ਦੀ ਅਗਵਾਈ ਦੇ ਵਿੱਚ ਧਰਨਾ ਲਾਇਆ ਗਿਆ। ਧਰਨਾ ਤੇ ਕੋਈ ਕਾਮਨ ਮੈਨ ਵੀ ਲਾਵੇ, ਉਹ ਲਾਉਂਦਾ ਤੇ ਆਪਣੀਆਂ ਮੰਗਾਂ ਲਈ ਜਾਂ ਸਮਾਜ ਦੇ ਹਿੱਤਾਂ ਲਈ ਆ। ਹੁਣ ਮੈਂ ਤੁਹਾਨੂੰ ਯਾਦ ਦੱਸਣ ਲੱਗਾ ਕਿ ਧਰਨਾ ਲੱਗਾ ਕਿਉਂ ਹੈ। ਕਿ ਪਿੱਛੇ ਜੇ ਸਭ ਤੋਂ ਪਹਿਲਾਂ ਇਹ ਸਾਲ 1.5 ਸਾਲ ਪਹਿਲਾਂ ਮੇਰੇ ਵੱਲੋਂ ਇੱਕ ਮੁੱਦਾ ਚੁੱਕਿਆ ਗਿਆ ਸੀਗਾ ਕਿ ਸ਼੍ਰੋਮਣੀ ਕਮੇਟੀ ਦੇ 267 ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੇ, ਜਿਹੜੇ ਇਹਨਾਂ ਦੀ ਪ੍ਰੈਸ 'ਚ ਛਪਦੇ ਨੇ, ਉਹ ਗਾਇਬ ਹੋ ਗਏ ਨੇ ਔਰ ਉਹ ਵੱਖ-ਵੱਖ ਥਾਵਾਂ ਦੇ ਉੱਤੇ ਗਏ ਨੇ, ਜਿਨ੍ਹਾਂ ਲੋਕਾਂ ਨੂੰ ਉਹਨਾਂ ਦੀ ਮਹੱਤਤਾ ਨਹੀਂ ਪਤਾ। ਇੱਥੇ ਥੋੜਾ ਤਫਤੀਸ਼ ਦੇ ਵਿੱਚ ਮੈਂ ਤੁਹਾਨੂੰ ਦੱਸਾਂ ਕਿ ਜੇ ਕਿਸੇ ਨੇ ਘਰ ਦੇ ਵਿੱਚ ਪੂਰੀ ਮਰਿਆਦਾ ਦੇ ਨਾਲ ਸਰੂਪ ਰੱਖਣਾ ਹੋਵੇ ਤੇ ਉਹ ਤੇ ਇੱਥੇ ਸਿੰਪਲ ਜੀ ਐਪਲੀਕੇਸ਼ਨ ਸ਼੍ਰੋਮਣੀ ਕਮੇਟੀ ਨੂੰ ਦਿੰਦਾ ਕਿ ਮੈਂ ਇਹ ਸਰੂਪ ਗੁਰੂ ਗ੍ਰੰਥ ਸਾਹਿਬ ਦਾ ਆਪਣੇ ਘਰ 'ਚ ਰੱਖਣਾ, ਪ੍ਰਕਾਸ਼ ਕਰਨਾ, ਔਰ ਉਸ ਤੋਂ ਬਾਅਦ ਇਹਨਾਂ ਦਾ ਇੱਕ ਇੰਸਪੈਕਟਰ ਜਾਂਦਾ ਔਰ ਬਹੁਤ ਘੱਟ ਰੇਟ ਨੇ, ਮੇਰਾ ਖਿਆਲ 5100 ਕਿ 2100 ਹੋਊਗਾ। ਗੁਰੂ ਸਾਹਿਬ ਦਾ ਤੇ ਮੁੱਲ ਹੀ ਕੋਈ ਨਹੀਂਗਾ, ਪਰ ਫਿਰ ਵੀ ਇੰਨੇ ਪੈਸੇ ਦੇ ਕੇ ਤੇ ਉਹ ਉੱਥੋਂ ਆਪਣੇ ਘਰ ਦੇ ਵਿੱਚ ਉਹਨਾਂ ਨੂੰ ਉੱਥੇ ਉਹ ਪ੍ਰਕਾਸ਼ ਕਰਦਾ। ਪਰ ਇਹ ਚੋਰੀ ਕੋਏ ਇਹ ਗਏ ਕਿਉਂ? 5100 ਰੁਪਈਆ ਤੇ ਕੋਈ ਬਹੁਤੀ ਮਤਲਬ ਅਮਾਉਂਟ ਨਹੀਂ ਹੈਗੀ। ਇਹ ਚੋਰੀ ਇਸ ਕਰਕੇ ਉਹਨਾਂ ਨੂੰ ਕਰਾ ਕੇ ਦਿੱਤੇ ਗਏ, ਵੱਖ-ਵੱਖ ਡੇਰਿਆਂ ਦੇ ਉੱਤੇ ਭੇਜੇ ਗਏ ਜਿਨ੍ਹਾਂ ਨੂੰ ਪੰਥ ਦੇ ਵਿੱਚੋਂ ਸਰੂਪ ਰੱਖਣ ਤੋਂ ਮਨਾਹੀ ਹੈ। ਔਰ ਇਹ ਕਿਹਦੇ ਆਰਡਰਾਂ ਤੇ ਗਏ, ਇਹ ਸਭ ਤੋਂ ਪਹਿਲਾਂ ਮੈਂ ਮੁੱਦਾ ਚੁੱਕਿਆ ਸੀਗਾ। ਔਰ ਉਸ ਤੋਂ ਬਾਅਦ ਸਿੰਘ ਸਾਹਿਬ ਨੇ ਸਾਡੇ ਪੰਥ ਦੀ, ਸਾਡੀ ਜਿਹੜੀ ਸੁਪਰੀਮ ਪਾਵਰ ਹੈ, ਉਹਦੀ ਪੰਥ ਦੀ ਮਹਾਨ ਹਸਤੀ
ਗਿਆਨੀ ਹਰਪ੍ਰੀਤ ਸਿੰਘ ਹੋਣਾ ਉਹਦੀ ਜਾਂਚ ਕੀਤੀ ਔਰ ਉਹਨਾਂ ਜਾਂਚ ਦੇ ਵਿੱਚ ਇੱਕ ਗੱਲ ਤੇ ਬਿਲਕੁਲ ਸਾਫ਼ ਕੀਤੀ ਕਿ ਸਰੂਪ ਜਿਹੜੇ ਉਹ 267 ਨਹੀਂ ਗਾਇਬ ਹੋਏ, ਸਰੂਪ 328 ਨਹੀਂ ਹੈਗੇ। ਪਰ ਇਹਦੇ ਨਾਲ ਉਹਨਾਂ ਇੱਕ ਸਟੇਟਮੈਂਟ ਦਿੱਤੀ, ਇੱਕ ਵੀਡੀਓ ਉਹਨਾਂ ਦੀ ਕਿਸੇ ਚੈਨਲ ਦੇ ਉੱਤੇ ਆ ਜਿਹਦੇ 'ਚ ਉਹ ਕਹਿੰਦੇ ਆ ਕਿ ਜਿਨ੍ਹਾਂ ਨੇ ਵੀ ਕੀਤਾ ਇਹ ਬੱਜਰ ਗੁਨਾਹ ਕੀਤਾ, ਇਹਨਾਂ ਲੋਕਾਂ ਨੂੰ ਫੜ ਕੇ ਅੰਦਰ ਦੇ ਦੇਣਾ ਚਾਹੀਦਾ ਔਰ ਜੇ ਕੰਮ ਮੈਂ ਨਾ ਕਰਾ ਸਕਿਆ ਤੇ ਮੈਂ ਸਾਰਾ ਕੁਝ ਛੱਡ ਕੇ ਲਾਂਭੇ ਹੋ ਜਾਊਂਗਾ। ਨਾ ਤੇ ਜਥੇਦਾਰ ਸਾਹਿਬ ਲਾਂਭੇ ਹੋਏ ਤੇ ਨਾ ਹੀ ਉਹਨਾਂ ਸਰੂਪਾਂ ਦਾ ਕੋਈ ਵਾਲੀ ਵਾਰਸ ਕਿੱਥੇ ਗਏ, ਨਾ ਕਿਸੇ ਨੇ ਪੁੱਛ ਪ੍ਰਤੀਤ ਕੀਤੀ, ਨਾ ਉਹ ਅੱਜ ਤੱਕ ਮਿਲੇ। ਉਹਦੇ ਕਰਕੇ ਇਹਨਾਂ ਨੇ ਇੱਥੇ ਪੱਕਾ ਜਿਹੜਾ ਧਰਨਾ 1 ਸਾਲ ਦੇ ਕਰੀਬ ਇਹਨਾਂ ਨੂੰ ਉਹ ਚੱਲਾ ਲਾ ਦਿੱਤਾ। ਇਹ ਕੇਸ ਲੈ ਕੇ ਜ਼ਿਲ੍ਹੇ ਦੇ ਪੁਲਿਸ ਕਮਿਸ਼ਨਰ ਕੋਲ ਵੀ ਗਏ, ਉਸ ਤੋਂ ਬਾਅਦ ਇਹ ਲੋਅਰ ਕੋਰਟ ਦੇ ਵਿੱਚ ਵੀ ਗਏ ਔਰ ਲੋਅਰ ਕੋਰਟ ਨੇ ਡਿਸਮਿਸ ਕਰ ਦਿੱਤਾ। 328 ਸਰੂਪ ਗਾਇਬ ਹੋਏ ਹੋਣ ਔਰ ਕੋਰਟ ਦੇ ਵਿੱਚ ਸੁਣਵਾਈ ਨਾ ਹੋਵੇ, ਉਹਨੂੰ ਲੈ ਕੇ ਹਾਈ ਕੋਰਟ ਚੱਲੇ ਨੇ। ਮੈਂ ਦੱਸ ਦਵਾਂ ਕਿ ਦੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਤੇ ਸਾਰੇ ਪੰਜਾਬ 'ਚ ਅੱਗ ਲੱਗੀ। ਅੱਜ ਸਾਰੇ ਪੰਜਾਬ ਦੀਆਂ ਪਾਰਟੀਆਂ 2 ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਦੇ ਉੱਤੇ ਰਾਜਨੀਤੀ ਕਰਦੀਆਂ ਵਾ ਔਰ 328 ਸਰੂਪ ਗਾਇਬ ਹੋਣ ਔਰ ਉਹਨਾਂ ਦਾ ਕੋਈ ਵਾਲੀ ਵਾਰਸ ਨਾ ਹੋਵੇ, ਉਹਨਾਂ ਦੀ ਕੋਈ ਜਾਂਚ ਨਾ ਚੱਲੀ ਹੋਵੇ। ਜਥੇਦਾਰ ਸਾਹਿਬ ਨੇ 267 ਦੇ 328 ਇਸ ਕਰਕੇ ਕੀਤੇ ਕਿ ਉਹਨਾਂ ਸੱਚੇ ਹੋਣਾ ਸੀਗਾ ਸੰਗਤ ਦੀ ਨਜ਼ਰ ਦੇ ਵਿੱਚ ਕਿ ਮੈਂ ਵੱਧ ਕਰ ਦਿੱਤੇ ਨੇ। ਪਰ ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਘਾਲ-ਮਾਲ ਕੀਤਾ, ਉਸ ਤੋਂ ਬਾਅਦ ਜਿਹੜੇ ਇਹਨਾਂ ਫਰਮਾਨ ਜਾਰੀ ਕੀਤੇ, ਉਹਦੇ 'ਚ ਕੀ ਕਹਿੰਦੇ ਨੇ, ਪਹਿਲਾਂ ਪ੍ਰਧਾਨ ਸਾਹਿਬ ਦੀ ਸਟੇਟਮੈਂਟ ਆਈ ਜਦੋਂ ਮੈਂ ਰੌਲਾ ਪਾਇਆ ਸੀਗਾ ਕਿ ਇੰਨੇ ਬੰਦੇ ਦੋਸ਼ੀ ਨੇ, ਵਿੱਚੋਂ ਕਈ ਅਸਤੀਫੇ ਦੇ ਗਏ ਤੇ ਕਈਆਂ ਦੇ ਬਾਰੇ ਉਹਨਾਂ ਨੇ ਬੋਲਿਆ ਕਿ ਇਹਨਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣਗੀਆਂ, ਇਹਨਾਂ ਦੇ ਉੱਤੇ ਜਿਹੜਾ ਕ੍ਰਿਮੀਨਲ ਪਰਚਾ ਦਰਜ ਹੋਊਗਾ। ਉਸ ਤੋਂ ਬਾਅਦ ਜਦੋਂ ਇਹਨਾਂ ਨੂੰ ਪਤਾ ਲੱਗਾ ਕਿ ਜਿਨ੍ਹਾਂ ਲੋਕਾਂ ਦੇ ਉੱਤੇ ਪਰਚਾ ਦਰਜ ਹੋਣ ਲੱਗਾ, ਛੋਟੇ ਲੈਵਲ ਤੋਂ ਪਰਚਾ ਦਰਜ ਹੋਣਾ ਸੀਗਾ ਤੇ ਇਹ ਜਿਹੜੀ ਚੇਨ ਆ, ਇਹ ਜਿਹੜੀ ਕੜੀ ਆ, ਉਹ ਕਿੱਥੋਂ ਤੱਕ ਪਹੁੰਚ ਜਾਣੀ ਟੀਸੀ ਤੇ, ਨਾ ਕਿਸੇ ਨੇ ਪਰਚਾ ਦਰਜ ਕਰਾਇਆ। ਇਸ ਸਬੰਧ ਦੇ ਵਿੱਚ ਮੈਂ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ 2 ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਨ੍ਹਾਂ ਦੀ ਬੇਅਦਬੀ ਹੋਈ ਤੇ ਸਿੱਟ ਤੱਕ ਬਿਠਾਈਆਂ ਗਈਆਂ, ਕੋਰਟ ਦੇ ਵਿੱਚ ਵਕੀਲਾਂ ਦੀ ਫੌਜ ਖੜੀ ਕੀਤੀ ਜਾਂਦੀ ਆ, ਉਹਦੇ ਵਿੱਚ ਵੀ ਇਨਸਾਫ ਨਹੀਂ ਮਿਲਿਆ। ਕਮ ਸੇ ਕਮ 328 ਸਰੂਪ ਤੇ ਤੇਰੇ ਰਾਜ ਦੇ ਵਿੱਚ ਗਾਇਬ ਹੋਏ ਜਾਂ ਸਾਹਮਣੇ ਆਏ ਆ, ਤੈਨੂੰ ਤੇ ਇਹਨਾਂ ਦੇ ਉੱਤੇ ਜਿਹੜਾ ਕ੍ਰਿਮੀਨਲ ਪਰਚਾ ਦਰਜ ਕਰਨਾ ਚਾਹੀਦਾ। ਹੁਣ ਮੈਂ ਤੁਹਾਨੂੰ ਸੰਗਤ ਨੂੰ ਪੁੱਛਣ ਲੱਗਾ ਕਿ ਜੇ ਮੈਂ ਦਰਬਾਰ ਸਾਹਿਬ ਦੇ ਅੰਦਰ ਜਾਣਾ, ਉੱਥੇ ਮੇਰੇ ਕੋਲੋਂ ਕੋਈ ਕਤਾਈ ਹੋ ਜਾਂਦੀ ਧਾਰਮਿਕ, ਉਹਦੀ ਸਜ਼ਾ ਤੇ ਦਵੇ ਮੈਨੂੰ ਸ਼੍ਰੋਮਣੀ ਕਮੇਟੀ, ਉਹਦੀ ਸਜ਼ਾ ਤੇ ਦਵੇ ਮੈਨੂੰ ਕਾਲ ਤਖਤ, ਤੇ ਜੇ ਅੰਦਰ ਜਾ ਕੇ ਮੈਂ ਤੁਹਾਡੀ ਜੇਬ ਕੱਟ ਲੈਣਾ, ਤੁਹਾਡਾ ਕਤਲ ਕਰ ਦਿੰਨਾ, ਤੁਹਾਨੂੰ ਕਿਸੇ ਨੂੰ ਸੱਟ ਪੇਟ ਲਾ ਦਿੰਨਾ, ਉਹਦੀ ਜਾਂਚ ਤੇ ਜਿਹੜੀ ਐਸਜੀਪੀਸੀ ਤੇ ਕਾਲ ਤਖਤ ਦਾ ਜਥੇਦਾਰ ਨਹੀਂ ਨਾ ਕਰ ਸਕਦਾ, ਉਹਦਾ ਪਰਚਾ ਤੇ ਤੁਸੀਂ ਪੁਲਿਸ ਕੋਲ ਹੀ ਦਰਜ ਕਰਾਉਂਦੇ ਹੋ ਨਾ। ਫਿਰ 328 ਸਰੂਪ ਤੁਸੀਂ ਮੰਨਦੇ ਹੋ ਚੋਰੀ ਹੋਏ ਆ, ਫਿਰ ਉਹਨਾਂ ਦਾ ਅੱਜ ਤੱਕ ਪਰਚਾ ਕਿਉਂ ਨਹੀਂ ਦਰਜ ਕਰਾਇਆ ਗਿਆ? ਸਾਲ ਬੰਦਿਆਂ ਨੂੰ ਇੱਥੇ ਬੈਠਿਆਂ ਨੂੰ ਹੋ ਗਿਆ ਹੋਵੇ ਤੇ ਇਹਨਾਂ ਦੀ ਕੋਈ ਬਾਤ ਨਾ ਪੁੱਛੇ। ਵੱਡੀਆਂ ਤੋਂ ਵੱਡੀਆਂ ਹਸਤੀਆਂ ਵੋਟਾਂ ਦੇ ਚੱਕਰ 'ਚ ਇੱਥੇ ਮੱਥਾ ਟੇਕਣ ਆਉਂਦੀਆਂ ਹੁਣ ਔਰ ਇਹਨਾਂ ਕੋਲ ਰੋਕ ਕੇ ਨਾ ਜਾਣ। ਕਿਉਂ ਨਹੀਂ ਹੁਣ ਤੱਕ ਨਿਆਂ ਮਿਲ ਰਿਹਾ? ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਕਹਿਣਾ ਕਿ ਬਥੇਰੀ ਖੱਜਲ ਖਰਾਬੀ ਤੇਰੀ ਦਿੱਲੀ ਹੋਣ ਡਈ ਆ, ਇਹਨਾਂ ਮੁੱਦਿਆਂ ਕਰਕੇ ਹੋਣ ਡਈ ਆ, ਇਹਨਾਂ ਚੀਜ਼ਾਂ ਕਰਕੇ ਹੋਣ ਡਈ ਆ, ਤੇ ਕਮ ਸੇ ਕਮ ਜੇ ਤੇਰਾ ਬਾਦਲਾਂ ਨਾਲ ਯਰਾਨਾ ਨਹੀਂਗਾ ਤੇ ਫਿਰ ਇੱਥੇ ਆ ਕੇ ਇਹਨਾਂ ਦੀ ਬਾਤ ਪੁੱਛ। ਤੇਰੇ ਜ਼ਿਲ੍ਹੇ ਦਾ ਕਮਿਸ਼ਨਰ ਇੱਥੇ ਆਵੇ, ਤੇਰੇ ਜ਼ਿਲ੍ਹੇ ਦਾ ਡੀਸੀ ਇੱਥੇ ਆਵੇ ਔਰ ਇਹਨਾਂ ਲੋਕਾਂ ਦੀ ਡਿਮਾਂਡ ਜਿਹੜੀ ਸੁਣੇ ਔਰ ਉਹ ਪਰਚਾ ਦਰਜ ਕਰੇ। ਮੈਂ ਨਹੀਂ ਕਹਿੰਦਾ ਉਹਦੇ ਵਿੱਚ ਕਿਸੇ ਨੂੰ ਫੜ ਕੇ ਤੁਸੀਂ ਅੰਦਰ ਦੋ, ਉਹਦੀ ਜਾਂਚ ਤੇ ਸ਼ੁਰੂ ਕਰੋ ਨਾ। ਜੇ ਉਹ ਛੋਟੇ ਲੈਵਲ ਤੋਂ ਸਟੋਰ ਕੀਪਰ ਤੋਂ ਸ਼ੁਰੂ ਹੋਈ ਆ, ਸਟੋਰ ਕੀਪਰ ਨੇ ਸਟੇਟਮੈਂਟ ਦਿੱਤੀ, ਪ੍ਰੈਸ ਨੂੰ ਪ੍ਰੈਸ ਕਾਨਫਰੰਸ ਕਰਕੇ ਉਹਨੇ ਦੱਸਿਆ ਕਿ ਮੈਨੂੰ ਤੇ ਚਿੱਟ ਹੀ ਆਉਂਦੀ ਸੀਗੀ ਵੱਡੇ ਲੋਕਾਂ ਦੀ, ਜਿਹਦੀ ਚਿੱਟ ਦੇ ਉੱਤੇ ਮੈਂ ਸਰੂਪ ਦੇ ਦਿੰਦਾ ਰਿਹਾ ਵਾਂ। ਅੱਜ ਮੈਂ ਪੰਜਾਬ ਦੇ ਸਾਰੇ ਲੀਡਰਾਂ ਨੂੰ ਕਹਿਣਾ ਕਿ ਜੇ ਤੁਹਾਡੇ ਵਿੱਚ ਜ਼ਮੀਰ ਹੈ, ਜੇ ਤੁਸੀਂ ਸਹੀ ਮਾਇਨੇ 'ਚ ਗੁਰੂ ਨੂੰ ਪਿਆਰ ਕਰਦੇ ਹੋ ਤੇ ਫਿਰ ਇਹਨਾਂ ਲੋਕਾਂ ਕੋਲ ਆ ਕੇ ਪੁੱਛੋ, ਇਹਨਾਂ ਦਾ ਚਾਹੇ ਧਰਨਾ, ਇਹਨਾਂ ਦੀਆਂ ਮੰਗਾਂ ਮਾਰ ਕੇ ਉਠਾਓ। ਤੁਹਾਨੂੰ ਸ਼ਰਮ ਨਹੀਂ ਆਉਂਦੀ ਯਾਰ ਲੀਡਰਾਂ ਨੂੰ? ਇੱਕ ਸਾਲ ਤੋਂ ਆ ਧੁੱਪੇ, ਆ ਜੂਨ ਜੁਲਾਈ ਦਾ ਮਹੀਨਾ ਤੇ ਉਹ ਬੀਬੀਆਂ ਭੈਣਾਂ ਤੇ ਉਹ ਬੱਚੇ ਤੇ ਬਜ਼ੁਰਗ ਇੱਥੇ ਬੈਠੇ ਆ। ਲੱਖ ਲਾਹਨਤ ਇਹੋ ਜੀ ਸਰਕਾਰ ਦੇ ਉੱਤੇ। ਮੈਂ ਇਹਦੇ ਨਾਲ ਮੇਰੇ ਲੱਖ ਵੈਰ ਵਿਰੋਧ ਹੋਊਗਾ, ਮੇਰੇ ਲੱਖ ਮਤਭੇਦ ਹੋਣਗੇ। ਆ ਨਵਜੋਤ ਸਿੰਘ ਸਿੱਧੂ ਰੋਜ਼ ਟਵਿੱਟਰ ਦੇ ਉੱਤੇ ਬੇਅਦਬੀ ਦੇ ਉੱਤੇ ਬੋਲਦਾ, ਮੈਂ ਉਹਨੂੰ ਵੀ ਕਹਿਣਾ ਕਿ ਸਮਾਂ ਕੱਢ ਕੇ ਆਪਣੀ ਜੇ ਰਾਜਨੀਤੀ ਦੀ ਅਗਲੀ ਪਾਰੀ ਸ਼ੁਰੂ ਕਰਨੀ ਆ ਤੇ ਇੱਥੋਂ ਆ ਕੇ ਕਰ। ਆ ਦਿੱਲੀ ਜਿਹੜੇ ਮਿਨਿਸਟਰ ਜਾਂਦੇ ਫਿਰਦੇ ਆ ਕਾਂਗਰਸ ਦੇ, ਸੁਖੀ ਰੰਧਾਵਾ, ਚੰਨੀ, ਆ ਬਾਜਵਾ ਜੀ, ਤੇ ਇੱਥੇ ਆ ਕੇ ਪੁੱਛੋ ਪਹਿਲਾਂ 328 ਸਰੂਪਾਂ ਦਾ ਇਨਸਾਫ ਤੇ ਦਵਾਓ, ਇਹਦੇ ਨਾਲ ਵੀ ਸਿੱਟ ਬਣਾਓ। ਇਹਨਾਂ ਦੇ ਉੱਤੇ ਵੀ ਜਿਨ੍ਹਾਂ ਨੇ ਗਾਇਬ ਕੀਤੇ ਆ ਉਹ ਪਰਚਾ ਦਰਜ ਕੀਤਾ ਜਾਵੇ ਤੇ ਇਹ ਧੀਆਂ ਭੈਣਾਂ ਮਾਵਾਂ ਤੇ ਜਿਹੜੇ ਬਜ਼ੁਰਗ ਤੇ ਬੱਚੇ ਬੈਠੇ ਆ ਇਹਨਾਂ ਨੂੰ ਇਹਨਾਂ ਦੇ ਘਰ ਭੇਜੋ। ਅੱਜ ਮੈਂ ਸੰਗਤ ਨੂੰ ਪੁੱਛਦਾ,
ਐਡਾ ਵੱਡਾ ਬਰਗਾੜੀ ਤੁਸੀਂ ਇਕੱਠ ਕੀਤਾ ਸੀ 2 ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਉੱਤੇ। ਆ ਐਡਾ ਵੱਡਾ ਬੋਰਡ ਲੱਗਾ, ਤੁਹਾਨੂੰ ਦਿਸਦਾ ਨਹੀਂ? 328 ਸਰੂਪ ਗਾਇਬ ਹੋਏ ਆ। ਕੀ ਗੱਲ ਇਹ ਇਕੱਲੇ ਇਨਸਾਫ ਮੰਗਣਗੇ? ਮੈਂ ਵੀ ਗਾਇਬ ਬਗਾਏ ਰੌਲਾ ਪਾਇਆ। ਮੈਂ ਇਹਨਾਂ ਵਾਂਗੂ ਕੁਰਬਾਨੀ ਨਹੀਂ ਦੇ ਸਕਦਾ ਕਿ ਮੈਂ ਪੱਕਾ ਹੀ ਧੁੱਪੇ ਬਹਿ ਜਾਵਾਂ। ਹਰ ਬੰਦੇ 'ਚ ਆਪੋ ਆਪਣਾ ਜਜ਼ਬਾ ਹੁੰਦਾ। ਸ਼ਾਇਦ ਮੈਂ ਇਸ ਕਾਬਲ ਨਹੀਂ ਹੈਗਾ, ਪਰ ਸੰਗਤ ਨੂੰ, ਗੁਰੂ ਘਰ ਦੇ ਪ੍ਰੇਮੀਆਂ ਨੂੰ ਇਹ ਚਾਹੀਦਾ ਗਾਇਬ ਬਗਾਏ ਜਿਹੜੇ ਲੋਕ ਵੀ ਤੁਹਾਨੂੰ ਮਿਲਦੇ ਆ, ਅਫਸਰ ਆ, ਲੀਡਰ ਆ, ਇਹਨਾਂ 328 ਸਰੂਪਾਂ ਦਾ ਹਿਸਾਬ ਵੀ ਮੰਗਿਆ ਜਾਵੇ ਔਰ ਇਹਨਾਂ ਦੋਸ਼ੀਆਂ ਨੂੰ ਵੀ ਸਜ਼ਾ ਸੁਣਵਾਈ ਜਾਵੇ। ਅਗਲੀ ਇਲੈਕਸ਼ਨ ਹੁਣ 328 ਸਰੂਪਾਂ ਦੇ ਨਾਂ ਤੇ ਕਰਨਗੇ। ਨਵੀਂ ਕੋਈ ਪਾਰਟੀ ਆ ਜਾਊਗੀ, ਉਹ ਕਹੂ ਅਸੀਂ ਇਨਸਾਫ ਦੇਵਾਂਗੇ 2 ਬੇਅਦਬੀ ਦਾ ਵੀ ਤੇ 328 ਦਾ ਵੀ। ਇਸੇ ਤਰੀਕੇ ਅਸੀਂ ਸ਼ਦਾਈ ਬਣਦੇ ਰਹਿਣਾ। ਸਾਡੇ ਗੁਰੂ ਦੀ ਵੀ ਬੇਅਦਬੀ ਹੁੰਦੀ ਰਹਿਣੀ ਆ ਤੇ ਸਾਨੂੰ ਵੀ ਛੱਤਰ ਪੈਂਦੇ ਰਹਿਣੇ ਆ। ਮੈਂ ਸਿਰਫ ਲੋਕਾਂ ਨੂੰ ਕਹਿੰਦਾ, ਜਾਗੋ ਜਾਗੋ ਤੇ ਜਾਗੋ। ਲੱਖ ਲਾਹਨਤ ਇਹੋ ਜੀ ਸਰਕਾਰ ਦੇ ਉੱਤੇ। ਸਾਡੇ ਗੁਰੂ ਦੀ ਵੀ ਬੇਅਦਬੀ ਹੁੰਦੀ ਰਹਿਣੀ ਆ ਤੇ ਸਾਨੂੰ ਵੀ ਛੱਤਰ ਪੈਂਦੇ ਰਹਿਣੇ ਆ। ਸਾਥੀਓ, ਆਇਆ ਤੇ ਮੈਂ ਦਰਬਾਰ ਸਾਹਿਬ ਲਾਗੇ ਕੋਈ ਨੌਜਵਾਨਾਂ ਨੇ ਮੈਨੂੰ ਬੁਲਾਇਆ ਸੀਗਾ ਕਿ ਸ਼੍ਰੋਮਣੀ ਕਮੇਟੀ ਵਾਲੇ ਬਾਹਰ ਕੋਈ ਉਹਨਾਂ ਨੂੰ ਬਲੱਡ ਜਿਹੜਾ ਬੈਂਕ ਹੈ ਉਹ ਕੈਂਪ ਲਾਉਣਾ ਸੀਗਾ, ਉਹ ਤੇ ਉਹ ਲਾਉਣ ਨਹੀਂ ਸੀ ਦੇ ਰਹੇ। ਉਹਨਾਂ ਦੀ ਜਗ੍ਹਾ ਦਾ ਅਰੇਂਜਮੈਂਟ ਕਰਾਉਣ ਲਈ ਮੈਂ ਇੱਥੇ ਆਇਆ ਸੀਗਾ। ਪਰ ਜਦੋਂ ਮੈਂ ਇੱਥੋਂ ਲੰਘਿਆ ਤੇ ਮੇਰੇ ਕੋਲ ਪਹਿਲਾਂ ਤਾਂ ਮੈਂ ਅੱਗੇ ਚਲੇ ਗਿਆ, ਮੈਂ ਝੂਠ ਨਹੀਂ ਮਾਰਦਾ, ਪਰ ਫਿਰ ਮੇਰੇ ਮਨ ਦੇ ਵਿੱਚ ਆਇਆ ਵੀ ਇੰਨੀ ਦੇਰ ਤੋਂ ਇਹ ਧਰਨੇ ਤੇ ਬੈਠੇ ਨੇ, ਉਹਨਾਂ ਨੂੰ ਪੁੱਛਿਆ ਤੇ ਜਾਵੇ ਵੀ ਮਸਲਾ ਤੁਹਾਡਾ ਹੱਲ ਹੋਇਆ ਕਿ ਨਹੀਂ ਹੋਇਆ, ਕੋਈ ਤੁਹਾਨੂੰ ਪੁੱਛਣ ਆਇਆ ਕਿ ਨਹੀਂ ਆਇਆ। ਇਹ ਮੈਂ ਤੁਹਾਨੂੰ ਥੋੜਾ ਜਿਹਾ ਪੁਰਾਣਾ ਪਿੱਛੇ ਜਾ ਕੇ ਯਾਦ ਦਿਵਾਉਣਾ ਚਾਹੁੰਦਾ। ਪਹਿਲਾਂ ਤਾਂ ਮੈਂ ਇਹ ਦੱਸ ਦਵਾਂ ਕਿ ਸਾਰੀ ਦੁਨੀਆ ਨੂੰ ਪਤਾ ਕਿ ਧਰਨੇ ਜਿਹੜੇ ਲਾਏ ਜਾਂਦੇ ਨੇ ਉਹ ਸਿਰਫ ਤੇ ਸਿਰਫ ਸਰਕਾਰਾਂ ਦਾ ਜਿਹੜਾ ਧਿਆਨ ਖਿੱਚਣ ਲਈ ਤੇ ਮੁਸ਼ਕਲਾਂ ਨੂੰ ਹੱਲ ਕਰਾਉਣ ਲਈ ਲਾਏ ਜਾਂਦੇ ਨੇ। ਪਰ ਸਰਕਾਰਾਂ ਇੰਨੀਆਂ ਬਸ਼ਰਮ ਨੇ, ਚਾਹੇ ਉਹ ਦਿੱਲੀ ਵਾਲੀ ਦੇਖ ਲਓ, ਚਾਹੇ ਸਾਡੇ ਵਾਲੀ ਦੇਖ ਲਓ। ਇੱਥੇ ਲਿਖ ਕੇ ਲਾਇਆ, ਮੇਰੇ ਖਿਆਲ ਵੀ 234 ਦਿਨ ਹੋ ਗਏ ਆ ਇਹਨਾਂ ਨੂੰ ਇੱਥੇ ਧਰਨਾ ਲਾਇਆ ਨੂੰ। ਇਹ ਭਾਈ ਬਲਦੇਵ ਸਿੰਘ ਵਡਾਲਾ ਦੀ ਅਗਵਾਈ ਦੇ ਵਿੱਚ ਧਰਨਾ ਲਾਇਆ ਗਿਆ। ਧਰਨਾ ਤੇ ਕੋਈ ਕਾਮਨ ਮੈਨ ਵੀ ਲਾਵੇ, ਉਹ ਲਾਉਂਦਾ ਤੇ ਆਪਣੀਆਂ ਮੰਗਾਂ ਲਈ ਜਾਂ ਸਮਾਜ ਦੇ ਹਿੱਤਾਂ ਲਈ ਆ। ਹੁਣ ਮੈਂ ਤੁਹਾਨੂੰ ਯਾਦ ਦੱਸਣ ਲੱਗਾ ਕਿ ਧਰਨਾ ਲੱਗਾ ਕਿਉਂ ਹੈ। ਕਿ ਪਿੱਛੇ ਜੇ ਸਭ ਤੋਂ ਪਹਿਲਾਂ ਇਹ ਸਾਲ 1.5 ਸਾਲ ਪਹਿਲਾਂ ਮੇਰੇ ਵੱਲੋਂ ਇੱਕ ਮੁੱਦਾ ਚੁੱਕਿਆ ਗਿਆ ਸੀਗਾ ਕਿ ਸ਼੍ਰੋਮਣੀ ਕਮੇਟੀ ਦੇ 267 ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੇ, ਜਿਹੜੇ ਇਹਨਾਂ ਦੀ ਪ੍ਰੈਸ 'ਚ ਛਪਦੇ ਨੇ, ਉਹ ਗਾਇਬ ਹੋ ਗਏ ਨੇ ਔਰ ਉਹ ਵੱਖ-ਵੱਖ ਥਾਵਾਂ ਦੇ ਉੱਤੇ ਗਏ ਨੇ ਜਿਨ੍ਹਾਂ ਲੋਕਾਂ ਨੂੰ ਉਹਨਾਂ ਦੀ ਮਹੱਤਤਾ ਨਹੀਂ ਪਤਾ। ਇੱਥੇ ਥੋੜਾ ਤਫਤੀਸ਼ ਦੇ ਵਿੱਚ ਮੈਂ ਤੁਹਾਨੂੰ ਦੱਸਾਂ ਕਿ ਜੇ ਕਿਸੇ ਨੇ ਘਰ ਦੇ ਵਿੱਚ ਪੂਰੀ ਮਰਿਆਦਾ ਦੇ ਨਾਲ ਸਰੂਪ ਰੱਖਣਾ ਹੋਵੇ ਤੇ ਉਹ ਤੇ ਇੱਥੇ ਸਿੰਪਲ ਜੀ ਐਪਲੀਕੇਸ਼ਨ ਸ਼੍ਰੋਮਣੀ ਕਮੇਟੀ ਨੂੰ ਦਿੰਦਾ ਕਿ ਮੈਂ ਇਹ ਸਰੂਪ ਗੁਰੂ ਗ੍ਰੰਥ ਸਾਹਿਬ ਦਾ ਆਪਣੇ ਘਰ 'ਚ ਰੱਖਣਾ, ਪ੍ਰਕਾਸ਼ ਕਰਨਾ, ਔਰ ਉਸ ਤੋਂ ਬਾਅਦ ਇਹਨਾਂ ਦਾ ਇੱਕ ਇੰਸਪੈਕਟਰ ਜਾਂਦਾ ਔਰ ਬਹੁਤ ਘੱਟ ਰੇਟ ਨੇ, ਮੇਰਾ ਖਿਆਲ 5100 ਕਿ 2100 ਹੋਊਗਾ। ਗੁਰੂ ਸਾਹਿਬ ਦਾ ਤੇ ਮੁੱਲ ਹੀ ਕੋਈ ਨਹੀਂਗਾ, ਪਰ ਫਿਰ ਵੀ ਇੰਨੇ ਪੈਸੇ ਦੇ ਕੇ ਤੇ ਉਹ ਉੱਥੋਂ ਆਪਣੇ ਘਰ ਦੇ ਵਿੱਚ ਉਹਨਾਂ ਨੂੰ ਉੱਥੇ ਉਹ ਪ੍ਰਕਾਸ਼ ਕਰਦਾ। ਪਰ ਇਹ ਚੋਰੀ ਕੋਏ, ਇਹ ਗਏ ਕਿਉਂ? 5100 ਰੁਪਈਆ ਤੇ ਕੋਈ ਬਹੁਤੀ ਮਤਲਬ ਅਮਾਉਂਟ ਨਹੀਂ ਹੈਗੀ। ਇਹ ਚੋਰੀ ਇਸ ਕਰਕੇ ਉਹਨਾਂ ਨੂੰ ਕਰਾ ਕੇ ਦਿੱਤੇ ਗਏ, ਵੱਖ-ਵੱਖ ਡੇਰਿਆਂ ਦੇ ਉੱਤੇ ਭੇਜੇ ਗਏ ਜਿਨ੍ਹਾਂ ਨੂੰ ਪੰਥ ਦੇ ਵਿੱਚੋਂ ਸਰੂਪ ਰੱਖਣ ਤੋਂ ਮਨਾਹੀ ਹੈ। ਔਰ ਇਹ ਕਿਹਦੇ ਆਰਡਰਾਂ ਤੇ ਗਏ, ਇਹ ਸਭ ਤੋਂ ਪਹਿਲਾਂ ਮੈਂ ਮੁੱਦਾ ਚੁੱਕਿਆ ਸੀਗਾ। ਔਰ ਉਸ ਤੋਂ ਬਾਅਦ ਸਿੰਘ ਸਾਹਿਬ ਨੇ ਸਾਡੇ ਪੰਥ ਦੀ, ਸਾਡੀ ਜਿਹੜੀ ਸੁਪਰੀਮ ਪਾਵਰ ਹੈ, ਉਹਦੀ ਪੰਥ ਦੀ ਮਹਾਨ ਹਸਤੀ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦੀ ਜਾਂਚ ਕੀਤੀ ਔਰ ਉਹਨਾਂ ਜਾਂਚ ਦੇ ਵਿੱਚ ਇੱਕ ਗੱਲ ਤੇ ਬਿਲਕੁਲ ਸਾਫ਼ ਕੀਤੀ ਕਿ ਸਰੂਪ ਜਿਹੜੇ ਉਹ 267 ਨਹੀਂ ਗਾਇਬ ਹੋਏ, ਸਰੂਪ 328 ਨਹੀਂ ਹੈਗੇ। ਪਰ ਇਹਦੇ ਨਾਲ ਉਹਨਾਂ ਇੱਕ ਸਟੇਟਮੈਂਟ ਦਿੱਤੀ, ਇੱਕ ਵੀਡੀਓ ਉਹਨਾਂ ਦੀ ਕਿਸੇ ਚੈਨਲ ਦੇ ਉੱਤੇ ਆ ਜਿਹਦੇ 'ਚ ਉਹ ਕਹਿੰਦੇ ਆ ਕਿ ਜਿਨ੍ਹਾਂ ਨੇ ਵੀ ਕੀਤਾ ਇਹ ਬੱਜਰ ਗੁਨਾਹ ਕੀਤਾ, ਇਹਨਾਂ ਲੋਕਾਂ ਨੂੰ ਫੜ ਕੇ ਅੰਦਰ ਦੇ ਦੇਣਾ ਚਾਹੀਦਾ। ਔਰ ਜੇ ਕੰਮ ਮੈਂ ਨਾ ਕਰਾ ਸਕਿਆ ਤੇ ਮੈਂ ਸਾਰਾ ਕੁਝ ਛੱਡ ਕੇ ਲਾਂਭੇ ਹੋ ਜਾਊਂਗਾ। ਨਾ ਤੇ ਜਥੇਦਾਰ ਸਾਹਿਬ ਲਾਂਭੇ ਹੋਏ ਤੇ ਨਾ ਹੀ ਉਹਨਾਂ ਸਰੂਪਾਂ ਦਾ ਕੋਈ ਵਾਲੀ ਵਾਰਸ ਕਿੱਥੇ ਗਏ, ਨਾ ਕਿਸੇ ਨੇ ਪੁੱਛ ਪ੍ਰਤੀਤ ਕੀਤੀ, ਨਾ ਉਹ ਅੱਜ ਤੱਕ ਮਿਲੇ। ਉਹਦੇ ਕਰਕੇ ਇਹਨਾਂ ਨੇ ਇੱਥੇ ਪੱਕਾ ਜਿਹੜਾ ਧਰਨਾ 1 ਸਾਲ ਦੇ ਕਰੀਬ ਇਹਨਾਂ ਨੂੰ ਉਹ ਚੱਲਾ ਲਾ ਦਿੱਤਾ। ਇਹ ਕੇਸ ਲੈ ਕੇ ਜ਼ਿਲ੍ਹੇ ਦੇ ਪੁਲਿਸ ਕਮਿਸ਼ਨਰ ਕੋਲ ਵੀ ਗਏ, ਉਸ ਤੋਂ ਬਾਅਦ ਇਹ ਲੋਅਰ ਕੋਰਟ ਦੇ ਵਿੱਚ ਵੀ ਗਏ ਔਰ ਲੋਅਰ ਕੋਰਟ ਨੇ ਡਿਸਮਿਸ ਕਰ ਦਿੱਤਾ। 328 ਸਰੂਪ ਗਾਇਬ ਹੋਏ ਹੋਣ ਔਰ ਕੋਰਟ ਦੇ ਵਿੱਚ ਸੁਣਵਾਈ ਨਾ ਹੋਵੇ, ਉਹਨੂੰ ਲੈ ਕੇ ਹਾਈ ਕੋਰਟ ਚੱਲੇ ਨੇ। ਮੈਂ ਦੱਸ ਦਵਾਂ ਕਿ ਦੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਤੇ ਸਾਰੇ ਪੰਜਾਬ 'ਚ ਅੱਗ ਲੱਗੀ। ਅੱਜ ਸਾਰੇ ਪੰਜਾਬ ਦੀਆਂ ਪਾਰਟੀਆਂ 2 ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਦੇ ਉੱਤੇ ਰਾਜਨੀਤੀ ਕਰਦੀਆਂ ਵਾ ਔਰ 328 ਸਰੂਪ ਗਾਇਬ ਹੋਣ ਔਰ ਉਹਨਾਂ ਦਾ ਕੋਈ ਵਾਲੀ ਵਾਰਸ ਨਾ ਹੋਵੇ, ਉਹਨਾਂ ਦੀ ਕੋਈ ਜਾਂਚ ਨਾ ਚੱਲੀ ਹੋਵੇ। ਜਥੇਦਾਰ ਸਾਹਿਬ ਨੇ 267 ਤੇ 328 ਇਸ ਕਰਕੇ ਕੀਤੇ ਕਿ ਉਹਨਾਂ ਸੱਚੇ ਹੋਣਾ ਸੀਗਾ ਸੰਗਤ ਦੀ ਨਜ਼ਰ ਦੇ ਵਿੱਚ ਕਿ ਮੈਂ ਵੱਧ ਕੱਢ ਦਿੱਤੇ ਨੇ। ਪਰ ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਘਾਲ-ਮਾਲ ਕੀਤਾ, ਉਸ ਤੋਂ ਬਾਅਦ ਜਿਹੜੇ ਇਹਨਾਂ ਫਰਮਾਨ ਜਾਰੀ ਕੀਤੇ, ਉਹਦੇ 'ਚ ਕੀ ਕਹਿੰਦੇ ਨੇ, ਪਹਿਲਾਂ ਪ੍ਰਧਾਨ ਸਾਹਿਬ ਦੀ ਸਟੇਟਮੈਂਟ ਆਈ ਜਦੋਂ ਮੈਂ ਰੌਲਾ ਪਾਇਆ ਸੀਗਾ
कि इन्ने बंदे दोषी ने, विचों कई इस्तीफे दे गए ते कईयां दे बारे उन्होंने बोलिया कि इन्हां नूं सख्त सजावां दित्तियां जाणगीਆਂ, इन्हां दे उत्ते जिहड़ा क्रिमिनल परचा दर्ज होऊगा। उस तो बाद जदों इन्हां नूं पता लगा कि जिन्हां लोकां दे उत्ते परचा दर्ज होण लगा छोटे लैवल तो परचा दर्ज होना सीगा ते इह जिहड़ी चेन आ, ਇਹ ਜਿਹੜੀ ਕੜੀ ਆ ਉਹ ਕਿੱਥੋਂ ਤੱਕ ਪਹੁੰਚ ਜਾਣੀ ਟੀਸੀ ਤੇ, ਨਾ ਕਿਸੇ ਨੇ ਪਰਚਾ ਦਰਜ ਕਰਾਇਆ। ਇਸ ਸਬੰਧ ਦੇ ਵਿੱਚ ਮੈਂ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ 2 ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਨ੍ਹਾਂ ਦੀ ਬੇਅਦਬੀ ਹੋਈ ਤੇ ਸਿੱਟ ਤੱਕ ਬਿਠਾਈਆਂ ਗਈਆਂ, ਕੋਰਟ ਦੇ ਵਿੱਚ ਵਕੀਲਾਂ ਦੀ ਫੌਜ ਖੜੀ ਕੀਤੀ ਜਾਂਦੀ ਆ, ਉਹਦੇ ਵਿੱਚ ਵੀ ਇਨਸਾਫ ਨਹੀਂ ਮਿਲਿਆ। ਕਮ ਸੇ ਕਮ 328 ਸਰੂਪ ਤੇ ਤੇਰੇ ਰਾਜ ਦੇ ਵਿੱਚ ਗਾਇਬ ਹੋਏ ਜਾਂ ਸਾਹਮਣੇ ਆਏ ਆ। ਤੈਨੂੰ ਤੇ ਇਹਨਾਂ ਦੇ ਉੱਤੇ ਜਿਹੜਾ ਕ੍ਰਿਮੀਨਲ ਪਰਚਾ ਦਰਜ ਕਰਨਾ ਚਾਹੀਦਾ। ਹੁਣ ਮੈਂ ਤੁਹਾਨੂੰ ਸੰਗਤ ਨੂੰ ਪੁੱਛਣ ਲੱਗਾ ਕਿ ਜੇ ਮੈਂ ਦਰਬਾਰ ਸਾਹਿਬ ਦੇ ਅੰਦਰ ਜਾਣਾ ਉੱਥੇ ਮੇਰੇ ਕੋਲੋਂ ਕੋਈ ਕਤਾਈ ਹੋ ਜਾਂਦੀ ਧਾਰਮਿਕ, ਉਹਦੀ ਸਜ਼ਾ ਤੇ ਦਵੇ ਮੈਨੂੰ ਸ਼੍ਰੋਮਣੀ ਕਮੇਟੀ, ਉਹਦੀ ਸਜ਼ਾ ਤੇ ਦਵੇ ਮੈਨੂੰ ਕਾਲ ਤਖਤ, ਤੇ ਜੇ ਅੰਦਰ ਜਾ ਕੇ ਮੈਂ ਤੁਹਾਡੀ ਜੇਬ ਕੱਟ ਲੈਣਾ, ਤੁਹਾਡਾ ਕਤਲ ਕਰ ਦਿੰਨਾ, ਤੁਹਾਨੂੰ ਕਿਸੇ ਨੂੰ ਸੱਟ ਪੇਟ ਲਾ ਦਿੰਨਾ, ਉਹਦੀ ਜਾਂਚ ਤੇ ਜਿਹੜੀ ਐਸਜੀਪੀਸੀ ਤੇ ਕਾਲ ਤਖਤ ਦਾ ਜਹੇਦਾਰ ਨਹੀਂ ਨਾ ਕਰ ਸਕਦਾ, ਉਹਦਾ ਪਰਚਾ ਤੇ ਤੁਸੀਂ ਪੁਲਿਸ ਕੋਲ ਹੀ ਦਰਜ ਕਰਾਉਂਦੇ ਹੋ ਨਾ। ਫਿਰ 328 ਸਰੂਪ ਤੁਸੀਂ ਮੰਨਦੇ ਹੋ ਚੋਰੀ ਹੋਏ ਆ, ਫਿਰ ਉਹਨਾਂ ਦਾ ਅੱਜ ਤੱਕ ਪਰਚਾ ਕਿਉਂ ਨਹੀਂ ਦਰਜ ਕਰਾਇਆ ਗਿਆ? ਸਾਲ ਬੰਦਿਆਂ ਨੂੰ ਇੱਥੇ ਬੈਠਿਆਂ ਨੂੰ ਹੋ ਗਿਆ ਹੋਵੇ ਤੇ ਇਹਨਾਂ ਦੀ ਕੋਈ ਬਾਤ ਨਾ ਪੁੱਛੇ। ਵੱਡੀਆਂ ਤੋਂ ਵੱਡੀਆਂ ਹਸਤੀਆਂ ਵੋਟਾਂ ਦੇ ਚੱਕਰ 'ਚ ਇੱਥੇ ਮੱਥਾ ਟੇਕਣ ਆਉਂਦੀਆਂ ਹੁਣ, ਔਰ ਇਹਨਾਂ ਕੋਲ ਰੋਕ ਕੇ ਨਾ ਜਾਣ। ਕਿਉਂ ਨਹੀਂ ਹੁਣ ਤੱਕ ਨਿਆਂ ਮਿਲ ਰਿਹਾ? ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਕਹਿਣਾ ਕਿ ਬਥੇਰੀ ਖੱਜਲ ਖਰਾਬੀ ਤੇਰੀ ਦਿੱਲੀ ਹੋਣ ਡਈ ਆ, ਇਹਨਾਂ ਮੁੱਦਿਆਂ ਕਰਕੇ ਹੋਣ ਡਈ ਆ, ਇਹਨਾਂ ਚੀਜ਼ਾਂ ਕਰਕੇ ਹੋਣ ਡਈ ਆ, ਤੇ ਕਮ ਸੇ ਕਮ ਜੇ ਤੇਰਾ ਬਾਦਲਾਂ ਨਾਲ ਯਰਾਨਾ ਨਹੀਂਗਾ ਤੇ ਫਿਰ ਇੱਥੇ ਆ ਕੇ ਇਹਨਾਂ ਦੀ ਬਾਤ ਪੁੱਛ। ਤੇਰੇ ਜ਼ਿਲ੍ਹੇ ਦਾ ਕਮਿਸ਼ਨਰ ਇੱਥੇ ਆਵੇ, ਤੇਰੇ ਜ਼ਿਲ੍ਹੇ ਦਾ ਡੀਸੀ ਇੱਥੇ ਆਵੇ, ਔਰ ਇਹਨਾਂ ਲੋਕਾਂ ਦੀ ਡਿਮਾਂਡ ਜਿਹੜੀ ਸੁਣੇ ਔਰ ਉਹ ਪਰਚਾ ਦਰਜ ਕਰੇ। ਮੈਂ ਨਹੀਂ ਕਹਿੰਦਾ ਉਹਦੇ ਵਿੱਚ ਕਿਸੇ ਨੂੰ ਫੜ ਕੇ ਤੁਸੀਂ ਅੰਦਰ ਦੋ, ਉਹਦੀ ਜਾਂਚ ਤੇ ਸ਼ੁਰੂ ਕਰੋ ਨਾ। ਜੇ ਉਹ ਛੋਟੇ ਲੈਵਲ ਤੋਂ ਸਟੋਰ ਕੀਪਰ ਤੋਂ ਸ਼ੁਰੂ ਹੋਈ ਆ, ਸਟੋਰ ਕੀਪਰ ਨੇ ਸਟੇਟਮੈਂਟ ਦਿੱਤੀ, ਪ੍ਰੈਸ ਨੂੰ ਪ੍ਰੈਸ ਕਾਨਫਰੰਸ ਕਰਕੇ ਉਹਨੇ ਦੱਸਿਆ ਕਿ ਮੈਨੂੰ ਤੇ ਚਿੱਟ ਹੀ ਆਉਂਦੀ ਸੀਗੀ ਵੱਡੇ ਲੋਕਾਂ ਦੀ, ਜਿਹਦੀ ਚਿੱਟ ਦੇ ਉੱਤੇ ਮੈਂ ਸਰੂਪ ਦੇ ਦਿੰਦਾ ਰਿਹਾ ਵਾਂ। ਅੱਜ ਮੈਂ ਪੰਜਾਬ ਦੇ ਸਾਰੇ ਲੀਡਰਾਂ ਨੂੰ ਕਹਿਣਾ ਕਿ ਜੇ ਤੁਹਾਡੇ ਵਿੱਚ ਜ਼ਮੀਰ ਹੈ, ਜੇ ਤੁਸੀਂ ਸਹੀ ਮਾਇਨੇ 'ਚ ਗੁਰੂ ਨੂੰ ਪਿਆਰ ਕਰਦੇ ਹੋ ਤੇ ਫਿਰ ਇਹਨਾਂ ਲੋਕਾਂ ਕੋਲ ਆ ਕੇ ਪੁੱਛੋ, ਇਹਨਾਂ ਦਾ ਚਾਹੇ ਧਰਨਾ, ਇਹਨਾਂ ਦੀਆਂ ਮੰਗਾਂ ਮੰਨ ਕੇ ਉਠਾਓ। ਤੁਹਾਨੂੰ ਸ਼ਰਮ ਨਹੀਂ ਆਉਂਦੀ ਯਾਰ ਲੀਡਰਾਂ ਨੂੰ? ਇੱਕ ਸਾਲ ਤੋਂ ਆ ਧੁੱਪੇ, ਆ ਜੂਨ ਜੁਲਾਈ ਦਾ ਮਹੀਨਾ ਤੇ ਉਹ ਬੀਬੀਆਂ ਭੈਣਾਂ ਤੇ ਉਹ ਬੱਚੇ ਤੇ ਬਜ਼ੁਰਗ ਇੱਥੇ ਬੈਠੇ ਆ। ਲੱਖ ਲਾਹਨਤ ਇਹੋ ਜੀ ਸਰਕਾਰ ਦੇ ਉੱਤੇ। ਮੈਂ ਇਹਦੇ ਨਾਲ ਮੇਰੇ ਲੱਖ ਵੈਰ ਵਿਰੋਧ ਹੋਊਗਾ, ਮੇਰੇ ਲੱਖ ਮਤਭੇਦ ਹੋਣਗੇ। ਆ ਨਵਜੋਤ ਸਿੰਘ ਸਿੱਧੂ ਰੋਜ਼ ਟਵਿੱਟਰ ਦੇ ਉੱਤੇ ਬੇਅਦਬੀ ਦੇ ਉੱਤੇ ਬੋਲਦਾ, ਮੈਂ ਉਹਨੂੰ ਵੀ ਕਹਿਣਾ ਕਿ ਸਮਾਂ ਕੱਢ ਕੇ ਆ, ਆਪਣੀ ਜੇ ਰਾਜਨੀਤੀ ਦੀ ਅਗਲੀ ਪਾਰੀ ਸ਼ੁਰੂ ਕਰਨੀ ਆ ਤੇ ਇੱਥੋਂ ਆ ਕੇ ਕਰ। ਆ ਦਿੱਲੀ ਜਿਹੜੇ ਮਿਨਿਸਟਰ ਜਾਂਦੇ ਫਿਰਦੇ ਆ ਕਾਂਗਰਸ ਦੇ, ਸੁਖੀ ਰੰਧਾਵਾ, ਚੰਨੀ, ਆ ਬਾਜਵਾ ਜੀ, ਤੇ ਇੱਥੇ ਆ ਕੇ ਪੁੱਛੋ ਪਹਿਲਾਂ 328 ਸਰੂਪਾਂ ਦਾ ਇਨਸਾਫ ਤੇ ਦਵਾਓ, ਇਹਦੇ ਨਾਲ ਵੀ ਸਿੱਟ ਬਣਾਓ। ਇਹਨਾਂ ਦੇ ਉੱਤੇ ਵੀ ਜਿਨ੍ਹਾਂ ਨੇ ਗਾਇਬ ਕੀਤੇ ਆ ਉਹ ਪਰਚਾ ਦਰਜ ਕੀਤਾ ਜਾਵੇ ਤੇ ਇਹ ਧੀਆਂ ਭੈਣਾਂ ਮਾਵਾਂ ਤੇ ਜਿਹੜੇ ਬਜ਼ੁਰਗ ਤੇ ਬੱਚੇ ਬੈਠੇ ਆ ਇਹਨਾਂ ਨੂੰ ਇਹਨਾਂ ਦੇ ਘਰ ਭੇਜੋ। ਅੱਜ ਮੈਂ ਸੰਗਤ ਨੂੰ ਪੁੱਛਦਾ, ਐਡਾ ਵੱਡਾ ਬਰਗਾੜੀ ਤੁਸੀਂ ਇਕੱਠ ਕੀਤਾ ਸੀ 2 ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਉੱਤੇ, ਆ ਐਡਾ ਵੱਡਾ ਬੋਰਡ ਲੱਗਾ, ਤੁਹਾਨੂੰ ਦਿਸਦਾ ਨਹੀਂ? 328 ਸਰੂਪ ਗਾਇਬ ਹੋਏ ਆ। ਕੀ ਗੱਲ ਇਹ ਕੱਲੇ ਇਨਸਾਫ ਮੰਗਣਗੇ? ਮੈਂ ਵੀ ਗਾਇਬ ਗਾਇ ਰੌਲਾ ਪਾਇਆ, ਮੈਂ ਇਹਨਾਂ ਵਾਂਗੂ ਕੁਰਬਾਨੀ ਨਹੀਂ ਦੇ ਸਕਦਾ ਕਿ ਮੈਂ ਪੱਕਾ ਹੀ ਧੁੱਪੇ ਬਹਿ ਜਾਵਾਂ। ਹਰ ਬੰਦੇ 'ਚ ਆਪੋ ਆਪਣਾ ਜਜ਼ਬਾ ਹੁੰਦਾ, ਸ਼ਾਇਦ ਮੈਂ ਇਸ ਕਾਬਲ ਨਹੀਂ ਹੈਗਾ, ਪਰ ਸੰਗਤ ਨੂੰ, ਗੁਰੂ ਘਰ ਦੇ ਪ੍ਰੇਮੀਆਂ ਨੂੰ ਇਹ ਚਾਹੀਦਾ ਗਾਇਬ ਗਾਏ। ਜਿਹੜੇ ਲੋਕ ਵੀ ਤੁਹਾਨੂੰ ਮਿਲਦੇ ਆ ਅਫਸਰ ਆ, ਲੀਡਰ ਆ, ਇਹਨਾਂ 328 ਸਰੂਪਾਂ ਦਾ ਹਿਸਾਬ ਵੀ ਮੰਗਿਆ ਜਾਵੇ ਔਰ ਇਹਨਾਂ ਦੋਸ਼ੀਆਂ ਨੂੰ ਵੀ ਸਜ਼ਾ ਸੁਣਵਾਈ ਜਾਵੇ। ਅਗਲੀ ਇਲੈਕਸ਼ਨ ਹੁਣ 328 ਸਰੂਪਾਂ ਦੇ ਨਾਂ ਤੇ ਕਰਨਗੇ, ਨਵੀਂ ਕੋ ਪਾਰਟੀ ਆ ਜੂਗੀ, ਉਹ ਕਹੂ ਅਸੀਂ ਇਨਸਾਫ ਦੇਵਾਂਗੇ 2 ਬੇਅਦਬੀ ਦਾ ਵੀ ਤੇ 328 ਦਾ ਵੀ। ਇਸੇ ਤਰੀਕੇ ਅਸੀਂ ਸ਼ਦਾਈ ਬਣਦੇ ਰਹਿਣਾ, ਸਾਡੇ ਗੁਰੂ ਦੀ ਵੀ ਬੇਅਦਬੀ ਹੁੰਦੀ ਰਹਿਣੀ ਆ ਤੇ ਸਾਨੂੰ ਵੀ ਛੱਤਰ ਪੈਂਦੇ ਰਹਿਣੇ ਆ। ਮੈਂ ਸਿਰਫ ਲੋਕਾਂ ਨੂੰ ਕਹਿੰਦਾ ਜਾਗੋ, ਜਾਗੋ ਤੇ ਜਾਗੋ। ਲੱਖ ਲਾਹਨਤ ਇਹੋ ਜੀ ਸਰਕਾਰ ਦੇ ਉੱਤੇ। ਸਾਡੇ ਗੁਰੂ ਦੀ ਵੀ ਬੇਅਦਬੀ ਹੁੰਦੀ ਰਹਿਣੀ ਆ ਤੇ ਸਾਨੂੰ ਵੀ ਛੱਤਰ ਪੈਂਦੇ ਰਹਿਣੇ ਆ। ਸਾਥੀਓ, ਆਇਆ ਤੇ ਮੈਂ ਦਰਬਾਰ ਸਾਹਿਬ ਲਾਗੇ ਕੋਈ ਨੌਜਵਾਨਾਂ ਨੇ ਮੈਨੂੰ ਬੁਲਾਇਆ ਸੀਗਾ ਕਿ ਸ਼੍ਰੋਮਣੀ ਕਮੇਟੀ ਵਾਲੇ ਬਾਹਰ ਕੋਈ ਉਹਨਾਂ ਨੂੰ ਬਲੱਡ ਜਿਹੜਾ ਬੈਂਕ ਹੈ ਉਹ ਕੈਂਪ ਲਾਉਣਾ ਸੀਗਾ, ਉਹ ਲਾਉਣ ਨਹੀਂ ਸੀ ਦੇ ਰਹੇ। ਉਹਨਾਂ ਦੀ ਜਗ੍ਹਾ ਦਾ ਅਰੇਂਜਮੈਂਟ ਕਰਾਉਣ ਲਈ ਮੈਂ ਇੱਥੇ ਆਇਆ ਸੀਗਾ। ਪਰ ਜਦੋਂ ਮੈਂ ਇੱਥੋਂ ਲੰਘਿਆ ਤੇ ਮੇਰੇ ਕੋਲ ਪਹਿਲਾਂ ਤਾਂ ਮੈਂ ਅੱਗੇ ਚਲੇ ਗਿਆ, ਮੈਂ ਝੂਠ ਨਹੀਂ ਮਾਰਦਾ, ਪਰ ਫਿਰ ਮੇਰੇ ਮਨ ਦੇ ਵਿੱਚ ਆਇਆ ਵੀ ਇੰਨੀ ਦੇਰ ਤੋਂ ਇਹ ਧਰਨੇ ਤੇ ਬੈਠੇ ਨੇ, ਉਹਨਾਂ ਨੂੰ ਪੁੱਛਿਆ ਤੇ ਜਾਵੇ ਵੀ ਮਸਲਾ ਤੁਹਾਡਾ ਹੱਲ ਹੋਇਆ ਕਿ ਨਹੀਂ ਹੋਇਆ, ਕੋਈ ਤੁਹਾਨੂੰ ਪੁੱਛਣ ਆਇਆ ਕਿ ਨਹੀਂ ਆਇਆ। ਇਹ ਮੈਂ ਤੁਹਾਨੂੰ ਥੋੜਾ ਜਿਹਾ ਪੁਰਾਣਾ ਪਿੱਛੇ ਜਾ ਕੇ ਯਾਦ ਦਿਵਾਉਣਾ ਚਾਹੁੰਦਾ। ਪਹਿਲਾਂ ਤਾਂ ਮੈਂ ਇਹ ਦੱਸ ਦਵਾਂ ਕਿ ਸਾਰੀ ਦੁਨੀਆ ਨੂੰ ਪਤਾ
ਕਿ ਧਰਨੇ ਜਿਹੜੇ ਲਾਏ ਜਾਂਦੇ ਨੇ ਉਹ ਸਿਰਫ ਤੇ ਸਿਰਫ ਸਰਕਾਰਾਂ ਦਾ ਜਿਹੜਾ ਧਿਆਨ ਖਿੱਚਣ ਲਈ ਤੇ ਮੁਸ਼ਕਲਾਂ ਨੂੰ ਹੱਲ ਕਰਾਉਣ ਲਈ ਲਾਏ ਜਾਂਦੇ ਨੇ। ਪਰ ਸਰਕਾਰਾਂ ਇੰਨੀਆਂ ਬਸ਼ਰਮ ਨੇ, ਚਾਹੇ ਉਹ ਦਿੱਲੀ ਵਾਲੀ ਦੇਖ ਲਓ, ਚਾਹੇ ਸਾਡੇ ਵਾਲੀ ਦੇਖ ਲਓ। ਇੱਥੇ ਲਿਖ ਕੇ ਲਾਇਆ, ਮੇਰੇ ਖਿਆਲ ਵੀ 234 ਦਿਨ ਹੋ ਗਏ ਆ ਇਹਨਾਂ ਨੂੰ ਇੱਥੇ ਧਰਨਾ ਲਾਇਆ ਨੂੰ। ਇਹ ਭਾਈ ਬਲਦੇਵ ਸਿੰਘ ਵਡਾਲਾ ਦੀ ਅਗਵਾਈ ਦੇ ਵਿੱਚ ਧਰਨਾ ਲਾਇਆ ਗਿਆ। ਧਰਨਾ ਤੇ ਕੋਈ ਕਾਮਨ ਮੈਨ ਵੀ ਲਾਵੇ, ਉਹ ਲਾਉਂਦਾ ਤੇ ਆਪਣੀਆਂ ਮੰਗਾਂ ਲਈ ਜਾਂ ਸਮਾਜ ਦੇ ਹਿੱਤਾਂ ਲਈ ਆ। ਹੁਣ ਮੈਂ ਤੁਹਾਨੂੰ ਯਾਦ ਦੱਸਣ ਲੱਗਾ ਕਿ ਧਰਨਾ ਲੱਗਾ ਕਿਉਂ ਹੈ। ਕਿ ਪਿੱਛੇ ਜੇ ਸਭ ਤੋਂ ਪਹਿਲਾਂ ਇਹ ਸਾਲ 1.5 ਸਾਲ ਪਹਿਲਾਂ ਮੇਰੇ ਵੱਲੋਂ ਇੱਕ ਮੁੱਦਾ ਚੁੱਕਿਆ ਗਿਆ ਸੀਗਾ ਕਿ ਸ਼੍ਰੋਮਣੀ ਕਮੇਟੀ ਦੇ 267 ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੇ, ਜਿਹੜੇ ਇਹਨਾਂ ਦੀ ਪ੍ਰੈਸ 'ਚ ਛਪਦੇ ਨੇ, ਉਹ ਗਾਇਬ ਹੋ ਗਏ ਨੇ ਔਰ ਉਹ ਵੱਖ-ਵੱਖ ਥਾਵਾਂ ਦੇ ਉੱਤੇ ਗਏ ਨੇ, ਜਿਨ੍ਹਾਂ ਲੋਕਾਂ ਨੂੰ ਉਹਨਾਂ ਦੀ ਮਹੱਤਤਾ ਨਹੀਂ ਪਤਾ। ਇੱਥੇ ਥੋੜਾ ਤਫਤੀਸ਼ ਦੇ ਵਿੱਚ ਮੈਂ ਤੁਹਾਨੂੰ ਦੱਸਾਂ ਕਿ ਜੇ ਕਿਸੇ ਨੇ ਘਰ ਦੇ ਵਿੱਚ ਪੂਰੀ ਮਰਿਆਦਾ ਦੇ ਨਾਲ ਸਰੂਪ ਰੱਖਣਾ ਹੋਵੇ ਤੇ ਉਹ ਤੇ ਇੱਥੇ ਸਿੰਪਲ ਜੀ ਐਪਲੀਕੇਸ਼ਨ ਸ਼੍ਰੋਮਣੀ ਕਮੇਟੀ ਨੂੰ ਦਿੰਦਾ ਕਿ ਮੈਂ ਇਹ ਸਰੂਪ ਗੁਰੂ ਗ੍ਰੰਥ ਸਾਹਿਬ ਦਾ ਆਪਣੇ ਘਰ 'ਚ ਰੱਖਣਾ, ਪ੍ਰਕਾਸ਼ ਕਰਨਾ, ਔਰ ਉਸ ਤੋਂ ਬਾਅਦ ਇਹਨਾਂ ਦਾ ਇੱਕ ਇੰਸਪੈਕਟਰ ਜਾਂਦਾ ਔਰ ਬਹੁਤ ਘੱਟ ਰੇਟ ਨੇ, ਮੇਰਾ ਖਿਆਲ 5100 ਕਿ 2100 ਹੋਊਗਾ। ਗੁਰੂ ਸਾਹਿਬ ਦਾ ਤੇ ਮੁੱਲ ਹੀ ਕੋਈ ਨਹੀਂਗਾ, ਪਰ ਫਿਰ ਵੀ ਇੰਨੇ ਪੈਸੇ ਦੇ ਕੇ ਤੇ ਉਹ ਉੱਥੋਂ ਆਪਣੇ ਘਰ ਦੇ ਵਿੱਚ ਉਹਨਾਂ ਨੂੰ ਉੱਥੇ ਉਹ ਪ੍ਰਕਾਸ਼ ਕਰਦਾ। ਪਰ ਇਹ ਚੋਰੀ ਕੋਏ, ਇਹ ਗਏ ਕਿਉਂ? 5100 ਰੁਪਈਆ ਤੇ ਕੋਈ ਬਹੁਤੀ ਮਤਲਬ ਅਮਾਉਂਟ ਨਹੀਂ ਹੈਗੀ। ਇਹ ਚੋਰੀ ਇਸ ਕਰਕੇ ਉਹਨਾਂ ਨੂੰ ਕਰਾ ਕੇ ਦਿੱਤੇ ਗਏ, ਵੱਖ-ਵੱਖ ਡੇਰਿਆਂ ਦੇ ਉੱਤੇ ਭੇਜੇ ਗਏ ਜਿਨ੍ਹਾਂ ਨੂੰ ਪੰਥ ਦੇ ਵਿੱਚੋਂ ਸਰੂਪ ਰੱਖਣ ਤੋਂ ਮਨਾਹੀ ਹੈ। ਔਰ ਇਹ ਕਿਹਦੇ ਆਰਡਰਾਂ ਤੇ ਗਏ, ਇਹ ਸਭ ਤੋਂ ਪਹਿਲਾਂ ਮੈਂ ਮੁੱਦਾ ਚੁੱਕਿਆ ਸੀਗਾ। ਔਰ ਉਸ ਤੋਂ ਬਾਅਦ ਸਿੰਘ ਸਾਹਿਬ ਨੇ ਸਾਡੇ ਪੰਥ ਦੀ, ਸਾਡੀ ਜਿਹੜੀ ਸੁਪਰੀਮ ਪਾਵਰ ਹੈ, ਉਹਦੀ ਪੰਥ ਦੀ ਮਹਾਨ ਹਸਤੀ ਗਿਆਨੀ ਹਰਪ੍ਰੀਤ ਸਿੰਘ ਹੋਣਾ ਦੀ ਜਾਂਚ ਕੀਤੀ ਔਰ ਉਹਨਾਂ ਜਾਂਚ ਦੇ ਵਿੱਚ ਇੱਕ ਗੱਲ ਤੇ ਬਿਲਕੁਲ ਸਾਫ਼ ਕੀਤੀ ਕਿ ਸਰੂਪ ਜਿਹੜੇ ਉਹ 267 ਨਹੀਂ ਗਾਇਬ ਹੋਏ, ਸਰੂਪ 328 ਨਹੀਂ ਹੈਗੇ। ਪਰ ਇਹਦੇ ਨਾਲ ਨਾਲ ਉਹਨਾਂ ਇੱਕ ਸਟੇਟਮੈਂਟ ਦਿੱਤੀ, ਇੱਕ ਵੀਡੀਓ ਉਹਨਾਂ ਦੀ ਕਿਸੇ ਚੈਨਲ ਦੇ ਉੱਤੇ ਆ, ਜਿਹਦੇ 'ਚ ਉਹ ਕਹਿੰਦੇ ਆ ਕਿ ਜਿਨ੍ਹਾਂ ਨੇ ਵੀ ਕੀਤਾ ਇਹ ਬੱਜਰ ਗੁਨਾਹ ਕੀਤਾ, ਇਹਨਾਂ ਲੋਕਾਂ ਨੂੰ ਫੜ ਕੇ ਅੰਦਰ ਦੇ ਦੇਣਾ ਚਾਹੀਦਾ। ਔਰ ਜੇ ਕੰਮ ਮੈਂ ਨਾ ਕਰਾ ਸਕਿਆ ਤੇ ਮੈਂ ਸਾਰਾ ਕੁਝ ਛੱਡ ਕੇ ਲਾਂਭੇ ਹੋ ਜਾਊਂਗਾ। ਨਾ ਤੇ ਜਥੇਦਾਰ ਸਾਹਿਬ ਲਾਂਭੇ ਹੋਏ ਤੇ ਨਾ ਹੀ ਉਹਨਾਂ ਸਰੂਪਾਂ ਦਾ ਕੋਈ ਵਾਲੀ ਵਾਰਸ ਕਿੱਥੇ ਗਏ, ਨਾ ਕਿਸੇ ਨੇ ਪੁੱਛ ਪ੍ਰਤੀਤ ਕੀਤੀ, ਨਾ ਉਹ ਅੱਜ ਤੱਕ ਮਿਲੇ। ਉਹਦੇ ਕਰਕੇ ਇਹਨਾਂ ਨੇ ਇੱਥੇ ਪੱਕਾ ਜਿਹੜਾ ਧਰਨਾ 1 ਸਾਲ ਦੇ ਕਰੀਬ ਇਹਨਾਂ ਨੂੰ ਉਹ ਲਾ ਦਿੱਤਾ। ਇਹ ਕੇਸ ਲੈ ਕੇ ਜ਼ਿਲ੍ਹੇ ਦੇ ਪੁਲਿਸ ਕਮਿਸ਼ਨਰ ਕੋਲ ਵੀ ਗਏ, ਉਸ ਤੋਂ ਬਾਅਦ ਇਹ ਲੋਅਰ ਕੋਰਟ ਦੇ ਵਿੱਚ ਵੀ ਗਏ ਔਰ ਲੋਅਰ ਕੋਰਟ ਨੇ ਡਿਸਮਿਸ ਕਰ ਦਿੱਤਾ। 328 ਸਰੂਪ ਗਾਇਬ ਹੋਏ ਹੋਣ ਔਰ ਕੋਰਟ ਦੇ ਵਿੱਚ ਸੁਣਵਾਈ ਨਾ ਹੋਵੇ, ਉਹਨੂੰ ਲੈ ਕੇ ਹਾਈ ਕੋਰਟ ਚੱਲੇ ਨੇ। ਮੈਂ ਦੱਸ ਦਵਾਂ ਕਿ ਦੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਤੇ ਸਾਰੇ ਪੰਜਾਬ 'ਚ ਅੱਗ ਲੱਗੀ। ਅੱਜ ਸਾਰੇ ਪੰਜਾਬ ਦੀਆਂ ਪਾਰਟੀਆਂ 2 ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਦੇ ਉੱਤੇ ਰਾਜਨੀਤੀ ਕਰਦੀਆਂ ਵਾ ਔਰ 328 ਸਰੂਪ ਗਾਇਬ ਹੋਣ ਔਰ ਉਹਨਾਂ ਦਾ ਕੋਈ ਵਾਲੀ ਵਾਰਸ ਨਾ ਹੋਵੇ, ਉਹਨਾਂ ਦੀ ਕੋਈ ਜਾਂਚ ਨਾ ਚੱਲੀ ਹੋਵੇ। ਜਥੇਦਾਰ ਸਾਹਿਬ ਨੇ 267 ਦੇ 328 ਇਸ ਕਰਕੇ ਕੀਤੇ ਕਿ ਉਹਨਾਂ ਸੱਚੇ ਹੋਣਾ ਸੀਗਾ ਸੰਗਤ ਦੀ ਨਜ਼ਰ ਦੇ ਵਿੱਚ ਕਿ ਮੈਂ ਵੱਧ ਕਰ ਦਿੱਤੇ ਨੇ। ਪਰ ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਘਾਲ-ਮਾਲ ਕੀਤਾ, ਉਸ ਤੋਂ ਬਾਅਦ ਜਿਹੜੇ ਇਹਨਾਂ ਫਰਮਾਨ ਜਾਰੀ ਕੀਤੇ, ਉਹਦੇ 'ਚ ਕੀ ਕਹਿੰਦੇ ਨੇ, ਪਹਿਲਾਂ ਪ੍ਰਧਾਨ ਸਾਹਿਬ ਦੀ ਸਟੇਟਮੈਂਟ ਆਈ ਜਦੋਂ ਮੈਂ ਰੌਲਾ ਪਾਇਆ ਸੀਗਾ ਕਿ ਇੰਨੇ ਬੰਦੇ ਦੋਸ਼ੀ ਨੇ, ਵਿੱਚੋਂ ਕਈ ਅਸਤੀਫੇ ਦੇ ਗਏ ਤੇ ਕਈਆਂ ਦੇ ਬਾਰੇ ਉਹਨਾਂ ਨੇ ਬੋਲਿਆ ਕਿ ਇਹਨਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣਗੀਆਂ, ਇਹਨਾਂ ਦੇ ਉੱਤੇ ਜਿਹੜਾ ਕ੍ਰਿਮੀਨਲ ਪਰਚਾ ਦਰਜ ਹੋਊਗਾ। ਉਸ ਤੋਂ ਬਾਅਦ ਜਦੋਂ ਇਹਨਾਂ ਨੂੰ ਪਤਾ ਲੱਗਾ ਕਿ ਜਿਨ੍ਹਾਂ ਲੋਕਾਂ ਦੇ ਉੱਤੇ ਪਰਚਾ ਦਰਜ ਹੋਣ ਲੱਗਾ, ਛੋਟੇ ਲੈਵਲ ਤੋਂ ਪਰਚਾ ਦਰਜ ਹੋਣਾ ਸੀਗਾ ਤੇ ਇਹ ਜਿਹੜੀ ਚੇਨ ਆ, ਇਹ ਜਿਹੜੀ ਕੜੀ ਆ, ਉਹ ਕਿੱਥੋਂ ਤੱਕ ਪਹੁੰਚ ਜਾਣੀ ਟੀਸੀ ਤੇ, ਨਾ ਕਿਸੇ ਨੇ ਪਰਚਾ ਦਰਜ ਕਰਾਇਆ। ਇਸ ਸਬੰਧ ਦੇ ਵਿੱਚ ਮੈਂ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ 2 ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਨ੍ਹਾਂ ਦੀ ਬੇਅਦਬੀ ਹੋਈ ਤੇ ਸਿੱਟ ਤੱਕ ਬਿਠਾਈਆਂ ਗਈਆਂ, ਕੋਰਟ ਦੇ ਵਿੱਚ ਵਕੀਲਾਂ ਦੀ ਫੌਜ ਖੜੀ ਕੀਤੀ ਜਾਂਦੀ ਆ, ਉਹਦੇ ਵਿੱਚ ਵੀ ਇਨਸਾਫ ਨਹੀਂ ਮਿਲਿਆ। ਕਮ ਸੇ ਕਮ 328 ਸਰੂਪ ਤੇ ਤੇਰੇ ਰਾਜ ਦੇ ਵਿੱਚ ਗਾਇਬ ਹੋਏ ਜਾਂ ਸਾਹਮਣੇ ਆਏ ਆ। ਤੈਨੂੰ ਤੇ ਇਹਨਾਂ ਦੇ ਉੱਤੇ ਜਿਹੜਾ ਕ੍ਰਿਮੀਨਲ ਪਰਚਾ ਦਰਜ ਕਰਨਾ ਚਾਹੀਦਾ। ਹੁਣ ਮੈਂ ਤੁਹਾਨੂੰ ਸੰਗਤ ਨੂੰ ਪੁੱਛਣ ਲੱਗਾ ਕਿ ਜੇ ਮੈਂ ਦਰਬਾਰ ਸਾਹਿਬ ਦੇ ਅੰਦਰ ਜਾਣਾ, ਉੱਥੇ ਮੇਰੇ ਕੋਲੋਂ ਕੋਈ ਕਤਾਈ ਹੋ ਜਾਂਦੀ ਧਾਰਮਿਕ, ਉਹਦੀ ਸਜ਼ਾ ਤੇ ਦਵੇ ਮੈਨੂੰ ਸ਼੍ਰੋਮਣੀ ਕਮੇਟੀ, ਉਹਦੀ ਸਜ਼ਾ ਤੇ ਦਵੇ ਮੈਨੂੰ ਕਾਲ ਤਖਤ, ਤੇ ਜੇ ਅੰਦਰ ਜਾ ਕੇ ਮੈਂ ਤੁਹਾਡੀ ਜੇਬ ਕੱਟ ਲੈਣਾ, ਤੁਹਾਡਾ ਕਤਲ ਕਰ ਦਿੰਨਾ, ਤੁਹਾਨੂੰ ਕਿਸੇ ਨੂੰ ਸੱਟ ਪੇਟ ਲਾ ਦਿੰਨਾ, ਉਹਦੀ ਜਾਂਚ ਤੇ ਜਿਹੜੀ SGPC ਤੇ ਕਾਲ ਤਖਤ ਦਾ ਜਥੇਦਾਰ ਨਹੀਂ ਨਾ ਕਰ ਸਕਦਾ, ਉਹਦਾ ਪਰਚਾ ਤੇ ਤੁਸੀਂ ਪੁਲਿਸ ਕੋਲ ਹੀ ਦਰਜ ਕਰਾਉਂਦੇ ਹੋ ਨਾ। ਫਿਰ 328 ਸਰੂਪ ਤੁਸੀਂ ਮੰਨਦੇ ਹੋ ਚੋਰੀ ਹੋਏ ਆ, ਫਿਰ ਉਹਨਾਂ ਦਾ ਅੱਜ ਤੱਕ ਪਰਚਾ ਕਿਉਂ ਨਹੀਂ ਦਰਜ ਕਰਾਇਆ ਗਿਆ? ਸਾਲ ਬੰਦਿਆਂ ਨੂੰ ਇੱਥੇ ਬੈਠਿਆਂ ਨੂੰ ਹੋ ਗਿਆ ਹੋਵੇ ਤੇ ਇਹਨਾਂ ਦੀ ਕੋਈ ਬਾਤ ਨਾ ਪੁੱਛੇ। ਵੱਡੀਆਂ ਤੋਂ ਵੱਡੀਆਂ ਹਸਤੀਆਂ ਵੋਟਾਂ ਦੇ ਚੱਕਰ 'ਚ ਇੱਥੇ ਮੱਥਾ ਟੇਕਣ ਆਉਂਦੀਆਂ ਹੁਣ ਔਰ ਇਹਨਾਂ ਕੋਲ ਰੁਕ ਕੇ ਨਾ ਜਾਣ। ਕਿਉਂ ਨਹੀਂ ਹੁਣ ਤੱਕ ਨਿਆਂ ਮਿਲ ਰਿਹਾ?
मैं कैप्टन अमरिंदर सिंह नूं कहना कि बथेरी खज्जल खराबी तेरी दिल्ली होण डई आ, इन्हां मुद्दिआं करके होण डई आ, इन्हां चीजां करके होण डई आ ते कम से कम जे तेरा बादला नाल यराना नीगा ते फिर इत्थे आके इन्हां दी बात पुछ। तेरे जिले दा कमिश्नर इत्थे आवे, तेरे जिले दा डीसी इत्थे आवे और इन्हां लोकां दी डिमांड जिहड़ी सुणे और ਉਹ ਪਰਚਾ ਦਰਜ ਕਰੇ। मैं नहीं कहंदा ਉਹਦੇ ਵਿੱਚ ਕਿਸੇ ਨੂੰ ਫੜ ਕੇ ਤੁਸੀਂ ਅੰਦਰ ਦੋ, ਉਹਦੀ ਜਾਂਚ ਤੇ ਸ਼ੁਰੂ ਕਰੋ ਨਾ। ਜੇ ਉਹ ਛੋਟੇ ਲੈਵਲ ਤੋਂ ਸਟੋਰ ਕੀਪਰ ਤੋਂ ਸ਼ੁਰੂ ਹੋਈ ਆ, ਸਟੋਰ ਕੀਪਰ ਨੇ ਸਟੇਟਮੈਂਟ ਦਿੱਤੀ, ਪ੍ਰੈਸ ਨੂੰ ਪ੍ਰੈਸ ਕਾਨਫਰੰਸ ਕਰਕੇ ਉਹਨੇ ਦੱਸਿਆ ਕਿ ਮੈਨੂੰ ਤੇ ਚਿੱਟ ਹੀ ਆਉਂਦੀ ਸੀਗੀ ਵੱਡੇ ਲੋਕਾਂ ਦੀ, ਜਿਹਦੀ ਚਿੱਟ ਦੇ ਉੱਤੇ ਮੈਂ ਸਰੂਪ ਦੇ ਦਿੰਦਾ ਰਿਹਾ ਵਾਂ। ਅੱਜ ਮੈਂ ਪੰਜਾਬ ਦੇ ਸਾਰੇ ਲੀਡਰਾਂ ਨੂੰ ਕਹਿਣਾ ਕਿ ਜੇ ਤੁਹਾਡੇ ਵਿੱਚ ਜ਼ਮੀਰ ਹੈ, ਜੇ ਤੁਸੀਂ ਸਹੀ ਮਾਇਨੇ 'ਚ ਗੁਰੂ ਨੂੰ ਪਿਆਰ ਕਰਦੇ ਹੋ ਤੇ ਫਿਰ ਇਹਨਾਂ ਲੋਕਾਂ ਕੋਲ ਆ ਕੇ ਪੁੱਛੋ, ਇਹਨਾਂ ਦਾ ਚਾਹੇ ਧਰਨਾ, ਇਹਨਾਂ ਦੀਆਂ ਮੰਗਾਂ ਮੰਨ ਕੇ ਉਠਾਓ। ਤੁਹਾਨੂੰ ਸ਼ਰਮ ਨਹੀਂ ਆਉਂਦੀ ਯਾਰ ਲੀਡਰਾਂ ਨੂੰ? ਇੱਕ ਸਾਲ ਤੋਂ ਆ ਧੁੱਪੇ ਆ ਜੂਨ ਜੁਲਾਈ ਦਾ ਮਹੀਨਾ ਤੇ ਉਹ ਬੀਬੀਆਂ ਭੈਣਾਂ ਤੇ ਉਹ ਬੱਚੇ ਤੇ ਬਜ਼ੁਰਗ ਇੱਥੇ ਬੈਠੇ ਆ। ਲੱਖ ਲਾਹਨਤ ਇਹੋ ਜੀ ਸਰਕਾਰ ਦੇ ਉੱਤੇ। ਮੈਂ ਇਹਦੇ ਨਾਲ ਮੇਰੇ ਲੱਖ ਵੈਰ ਵਿਰੋਧ ਹੋਊਗਾ, ਮੇਰੇ ਲੱਖ ਮਤਭੇਦ ਹੋਣਗੇ। ਆ ਨਵਜੋਤ ਸਿੰਘ ਸਿੱਧੂ ਰੋਜ਼ ਟਵਿੱਟਰ ਦੇ ਉੱਤੇ ਬੇਅਦਬੀ ਦੇ ਉੱਤੇ ਬੋਲਦਾ, ਮੈਂ ਉਹਨੂੰ ਵੀ ਕਹਿਣਾ ਕਿ ਸਮਾਂ ਕੱਢ ਕੇ ਆ, ਆਪਣੀ ਜੇ ਰਾਜਨੀਤੀ ਦੀ ਅਗਲੀ ਪਾਰੀ ਸ਼ੁਰੂ ਕਰਨੀ ਆ ਤੇ ਇੱਥੋਂ ਆ ਕੇ ਕਰ। ਆ ਦਿੱਲੀ ਜਿਹੜੇ ਮਿਨਿਸਟਰ ਜਾਂਦੇ ਫਿਰਦੇ ਆ ਕਾਂਗਰਸ ਦੇ, ਸੁਖੀ ਰੰਧਾਵਾ, ਚੰਨੀ, ਆ ਬਾਜਵਾ ਜੀ, ਤੇ ਇੱਥੇ ਆ ਕੇ ਪੁੱਛੋ ਪਹਿਲਾਂ 328 ਸਰੂਪਾਂ ਦਾ ਇਨਸਾਫ ਤੇ ਦਵਾਓ, ਇਹਦੇ ਨਾਲ ਵੀ ਸਿੱਟ ਬਣਾਓ। ਇਹਨਾਂ ਦੇ ਉੱਤੇ ਵੀ ਜਿਨ੍ਹਾਂ ਨੇ ਗਾਇਬ ਕੀਤੇ ਆ ਉਹ ਪਰਚਾ ਦਰਜ ਕੀਤਾ ਜਾਵੇ ਤੇ ਇਹ ਧੀਆਂ ਭੈਣਾਂ ਮਾਵਾਂ ਤੇ ਜਿਹੜੇ ਬਜ਼ੁਰਗ ਤੇ ਬੱਚੇ ਬੈਠੇ ਆ ਇਹਨਾਂ ਨੂੰ ਇਹਨਾਂ ਦੇ ਘਰ ਭੇਜੋ। ਅੱਜ ਮੈਂ ਸੰਗਤ ਨੂੰ ਪੁੱਛਦਾ, ਐਡਾ ਵੱਡਾ ਬਰਗਾੜੀ ਤੁਸੀਂ ਇਕੱਠ ਕੀਤਾ ਸੀ 2 ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਉੱਤੇ, ਆ ਐਡਾ ਵੱਡਾ ਬੋਰਡ ਲੱਗਾ, ਤੁਹਾਨੂੰ ਦਿਸਦਾ ਨਹੀਂ? 328 ਸਰੂਪ ਗਾਇਬ ਹੋਏ ਆ। ਕੀ ਗੱਲ ਇਹ ਕੱਲੇ ਇਨਸਾਫ ਮੰਗਣਗੇ? ਮੈਂ ਵੀ ਗਾਇਬ ਬਗਾਏ ਰੌਲਾ ਪਾਇਆ, ਮੈਂ ਇਹਨਾਂ ਵਾਂਗੂ ਕੁਰਬਾਨੀ ਨਹੀਂ ਦੇ ਸਕਦਾ ਕਿ ਮੈਂ ਪੱਕਾ ਹੀ ਧੁੱਪੇ ਬਹਿ ਜਾਵਾਂ। ਹਰ ਬੰਦੇ 'ਚ ਆਪੋ ਆਪਣਾ ਜਜ਼ਬਾ ਹੁੰਦਾ, ਸ਼ਾਇਦ ਮੈਂ ਇਸ ਕਾਬਲ ਨਹੀਂ ਹੈਗਾ, ਪਰ ਸੰਗਤ ਨੂੰ, ਗੁਰੂ ਘਰ ਦੇ ਪ੍ਰੇਮੀਆਂ ਨੂੰ ਇਹ ਚਾਹੀਦਾ ਗਾਏ ਬਗਾਏ ਜਿਹੜੇ ਲੋਕ ਵੀ ਤੁਹਾਨੂੰ ਮਿਲਦੇ ਆ, ਅਫਸਰ ਆ, ਲੀਡਰ ਆ, ਇਹਨਾਂ 328 ਸਰੂਪਾਂ ਦਾ ਹਿਸਾਬ ਵੀ ਮੰਗਿਆ ਜਾਵੇ ਔਰ ਇਹਨਾਂ ਦੋਸ਼ੀਆਂ ਨੂੰ ਵੀ ਸਜ਼ਾ ਸੁਣਵਾਈ ਜਾਵੇ। ਅਗਲੀ ਇਲੈਕਸ਼ਨ ਹੁਣ 328 ਸਰੂਪਾਂ ਦੇ ਨਾਂ ਤੇ ਕਰਨਗੇ, ਨਵੀਂ ਕੋਈ ਪਾਰਟੀ ਆ ਜੂਗੀ, ਉਹ ਕਹੂ ਅਸੀਂ ਇਨਸਾਫ ਦੇਵਾਂਗੇ 2 ਬੇਅਦਬੀ ਦਾ ਵੀ ਤੇ 328 ਦਾ ਵੀ। ਇਸੇ ਤਰੀਕੇ ਅਸੀਂ ਸ਼ਦਾਈ ਬਣਦੇ ਰਹਿਣਾ, ਸਾਡੇ ਗੁਰੂ ਦੀ ਵੀ ਬੇਅਦਬੀ ਹੁੰਦੀ ਰਹਿਣੀ ਆ ਤੇ ਸਾਨੂੰ ਵੀ ਛੱਤਰ ਪੈਂਦੇ ਰਹਿਣੇ ਆ। ਮੈਂ ਸਿਰਫ ਲੋਕਾਂ ਨੂੰ ਕਹਿੰਦਾ ਜਾਗੋ, ਜਾਗੋ ਤੇ ਜਾਗੋ। ਲੱਖ ਲਾਹਨਤ ਇਹੋ ਜੀ ਸਰਕਾਰ ਦੇ ਉੱਤੇ। ਸਾਡੇ ਗੁਰੂ ਦੀ ਵੀ ਬੇਅਦਬੀ ਹੁੰਦੀ ਰਹਿਣੀ ਆ ਤੇ ਸਾਨੂੰ ਵੀ ਛੱਤਰ ਪੈਂਦੇ ਰਹਿਣੇ ਆ। ਸਾਥੀਓ, ਆਇਆ ਤੇ ਮੈਂ ਦਰਬਾਰ ਸਾਹਿਬ ਲਾਗੇ ਕੋਈ ਨੌਜਵਾਨਾਂ ਨੇ ਮੈਨੂੰ ਬੁਲਾਇਆ ਸੀਗਾ ਕਿ ਸ਼੍ਰੋਮਣੀ ਕਮੇਟੀ ਵਾਲੇ ਬਾਹਰ ਕੋ ਉਹਨਾਂ ਨੂੰ ਬਲੱਡ ਜਿਹੜਾ ਬੈਂਕ ਹੈ ਉਹ ਕੈਂਪ ਲਾਉਣਾ ਸੀਗਾ, ਉਹ ਲਾਉਣ ਨਹੀਂ ਸੀ ਦੇ ਰਹੇ। ਉਹਨਾਂ ਦੀ ਜਗ੍ਹਾ ਦਾ ਅਰੇਂਜਮੈਂਟ ਕਰਾਉਣ ਲਈ ਮੈਂ ਇੱਥੇ ਆਇਆ ਸੀਗਾ। ਪਰ ਜਦੋਂ ਮੈਂ ਇੱਥੋਂ ਲੰਘਿਆ ਤੇ ਮੇਰੇ ਕੋਲ ਪਹਿਲਾਂ ਤਾਂ ਮੈਂ ਅੱਗੇ ਚਲੇ ਗਿਆ, ਮੈਂ ਝੂਠ ਨਹੀਂ ਮਾਰਦਾ, ਪਰ ਫਿਰ ਮੇਰੇ ਮਨ ਦੇ ਵਿੱਚ ਆਇਆ ਵੀ ਇੰਨੀ ਦੇਰ ਤੋਂ ਇਹ ਧਰਨੇ ਤੇ ਬੈਠੇ ਨੇ, ਉਹਨਾਂ ਨੂੰ ਪੁੱਛਿਆ ਤੇ ਜਾਵੇ ਵੀ ਮਸਲਾ ਤੁਹਾਡਾ ਹੱਲ ਹੋਇਆ ਕਿ ਨਹੀਂ ਹੋਇਆ, ਕੋਈ ਤੁਹਾਨੂੰ ਪੁੱਛਣ ਆਇਆ ਕਿ ਨਹੀਂ ਆਇਆ। ਇਹ ਮੈਂ ਤੁਹਾਨੂੰ ਥੋੜਾ ਜਿਹਾ ਪੁਰਾਣਾ ਪਿੱਛੇ ਜਾ ਕੇ ਯਾਦ ਦਿਵਾਉਣਾ ਚਾਹੁੰਦਾ। ਪਹਿਲਾਂ ਤਾਂ ਮੈਂ ਇਹ ਦੱਸ ਦਵਾਂ ਕਿ ਸਾਰੀ ਦੁਨੀਆ ਨੂੰ ਪਤਾ ਕਿ ਧਰਨੇ ਜਿਹੜੇ ਲਾਏ ਜਾਂਦੇ ਨੇ ਉਹ ਸਿਰਫ ਤੇ ਸਿਰਫ ਸਰਕਾਰਾਂ ਦਾ ਜਿਹੜਾ ਧਿਆਨ ਖਿੱਚਣ ਲਈ ਤੇ ਮੁਸ਼ਕਲਾਂ ਨੂੰ ਹੱਲ ਕਰਾਉਣ ਲਈ ਲਾਏ ਜਾਂਦੇ ਨੇ। ਪਰ ਸਰਕਾਰਾਂ ਇੰਨੀਆਂ ਬਸ਼ਰਮ ਨੇ, ਚਾਹੇ ਉਹ ਦਿੱਲੀ ਵਾਲੀ ਦੇਖ ਲਓ, ਚਾਹੇ ਸਾਡੇ ਵਾਲੀ ਦੇਖ ਲਓ। ਇੱਥੇ ਲਿਖ ਕੇ ਲਾਇਆ, ਮੇਰੇ ਖਿਆਲ ਵੀ 234 ਦਿਨ ਹੋ ਗਏ ਆ ਇਹਨਾਂ ਨੂੰ ਇੱਥੇ ਧਰਨਾ ਲਾਇਆ ਨੂੰ। ਇਹ ਭਾਈ ਬਲਦੇਵ ਸਿੰਘ ਵਡਾਲਾ ਦੀ ਅਗਵਾਈ ਦੇ ਵਿੱਚ ਧਰਨਾ ਲਾਇਆ ਗਿਆ। ਧਰਨਾ ਤੇ ਕੋਈ ਕਾਮਨ ਮੈਨ ਵੀ ਲਾਵੇ, ਉਹ ਲਾਉਂਦਾ ਤੇ ਆਪਣੀਆਂ ਮੰਗਾਂ ਲਈ ਜਾਂ ਸਮਾਜ ਦੇ ਹਿੱਤਾਂ ਲਈ ਆ। ਹੁਣ ਮੈਂ ਤੁਹਾਨੂੰ ਯਾਦ ਦੱਸਣ ਲੱਗਾ ਕਿ ਧਰਨਾ ਲੱਗਾ ਕਿਉਂ ਹੈ। ਕਿ ਪਿੱਛੇ ਜੇ ਸਭ ਤੋਂ ਪਹਿਲਾਂ ਇਹ ਸਾਲ 1.5 ਸਾਲ ਪਹਿਲਾਂ ਮੇਰੇ ਵੱਲੋਂ ਇੱਕ ਮੁੱਦਾ ਚੁੱਕਿਆ ਗਿਆ ਸੀਗਾ ਕਿ ਸ਼੍ਰੋਮਣੀ ਕਮੇਟੀ ਦੇ 267 ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੇ, ਜਿਹੜੇ ਇਹਨਾਂ ਦੀ ਪ੍ਰੈਸ 'ਚ ਛਪਦੇ ਨੇ, ਉਹ ਗਾਇਬ ਹੋ ਗਏ ਨੇ ਔਰ ਉਹ ਵੱਖ-ਵੱਖ ਥਾਵਾਂ ਦੇ ਉੱਤੇ ਗਏ ਨੇ, ਜਿਨ੍ਹਾਂ ਲੋਕਾਂ ਨੂੰ ਉਹਨਾਂ ਦੀ ਮਹੱਤਤਾ ਨਹੀਂ ਪਤਾ। ਇੱਥੇ ਥੋੜਾ ਤਫਤੀਸ਼ ਦੇ ਵਿੱਚ ਮੈਂ ਤੁਹਾਨੂੰ ਦੱਸਾਂ ਕਿ ਜੇ ਕਿਸੇ ਨੇ ਘਰ ਦੇ ਵਿੱਚ ਪੂਰੀ ਮਰਿਆਦਾ ਦੇ ਨਾਲ ਸਰੂਪ ਰੱਖਣਾ ਹੋਵੇ ਤੇ ਉਹ ਤੇ ਇੱਥੇ ਸਿੰਪਲ ਜੀ ਐਪਲੀਕੇਸ਼ਨ ਸ਼੍ਰੋਮਣੀ ਕਮੇਟੀ ਨੂੰ ਦਿੰਦਾ ਕਿ ਮੈਂ ਇਹ ਸਰੂਪ ਗੁਰੂ ਗ੍ਰੰਥ ਸਾਹਿਬ ਦਾ ਆਪਣੇ ਘਰ 'ਚ ਰੱਖਣਾ, ਪ੍ਰਕਾਸ਼ ਕਰਨਾ, ਔਰ ਉਸ ਤੋਂ ਬਾਅਦ ਇਹਨਾਂ ਦਾ ਇੱਕ ਇੰਸਪੈਕਟਰ ਜਾਂਦਾ ਔਰ ਬਹੁਤ ਘੱਟ ਰੇਟ ਨੇ, ਮੇਰਾ ਖਿਆਲ 5100 ਕਿ 2100 ਹੋਊਗਾ। ਗੁਰੂ ਸਾਹਿਬ ਦਾ ਤੇ ਮੁੱਲ ਹੀ ਕੋਈ ਨਹੀਂਗਾ, ਪਰ ਫਿਰ ਵੀ ਇੰਨੇ ਪੈਸੇ ਦੇ ਕੇ ਤੇ ਉਹ ਉੱਥੋਂ ਆਪਣੇ ਘਰ ਦੇ ਵਿੱਚ ਉਹਨਾਂ ਨੂੰ ਉੱਥੇ ਉਹ ਪ੍ਰਕਾਸ਼ ਕਰਦਾ। ਪਰ ਇਹ ਚੋਰੀ ਕੋਏ ਇਹ ਗਏ ਕਿਉਂ? 5100 ਰੁਪਈਆ ਤੇ ਕੋਈ ਬਹੁਤੀ ਮਤਲਬ ਅਮਾਉਂਟ ਨਹੀਂ ਹੈਗੀ। ਇਹ ਚੋਰੀ ਇਸ ਕਰਕੇ ਉਹਨਾਂ ਨੂੰ ਕਰਾ ਕੇ ਦਿੱਤੇ ਗਏ, ਵੱਖ-ਵੱਖ ਡੇਰਿਆਂ ਦੇ ਉੱਤੇ ਭੇਜੇ ਗਏ ਜਿਨ੍ਹਾਂ ਨੂੰ ਪੰਥ ਦੇ ਵਿੱਚੋਂ ਸਰੂਪ ਰੱਖਣ ਤੋਂ ਮਨਾਹੀ ਹੈ। ਔਰ ਇਹ ਕਿਹਦੇ ਆਰਡਰਾਂ ਤੇ ਗਏ? ਇਹ ਸਭ ਤੋਂ ਪਹਿਲਾਂ ਮੈਂ ਮੁੱਦਾ ਚੁੱਕਿਆ ਸੀਗਾ ਔਰ ਉਸ ਤੋਂ ਬਾਅਦ ਸਿੰਘ ਸਾਹਿਬ ਨੇ
ਸਾਡੇ ਪੰਥ ਦੀ, ਸਾਡੀ ਜਿਹੜੀ ਸੁਪਰੀਮ ਪਾਵਰ ਹੈ ਉਹਦੀ ਪੰਥ ਦੀ ਮਹਾਨ ਹਸਤੀ ਗਿਆਨੀ ਹਰਪ੍ਰੀਤ ਸਿੰਘ ਹੋਣਾ ਦੀ ਜਾਂਚ ਕੀਤੀ ਔਰ ਉਹਨਾਂ ਜਾਂਚ ਦੇ ਵਿੱਚ ਇੱਕ ਗੱਲ ਤੇ ਬਿਲਕੁਲ ਸਾਫ਼ ਕੀਤੀ ਕਿ ਸਰੂਪ ਜਿਹੜੇ ਉਹ 267 ਨਹੀਂ ਗਾਇਬ ਹੋਏ, ਸਰੂਪ 328 ਨਹੀਂ ਹੈਗੇ। ਪਰ ਇਹਦੇ ਨਾਲ ਨਾਲ ਉਹਨਾਂ ਇੱਕ ਸਟੇਟਮੈਂਟ ਦਿੱਤੀ, ਇੱਕ ਵੀਡੀਓ ਉਹਨਾਂ ਦੀ ਕਿਸੇ ਚੈਨਲ ਦੇ ਉੱਤੇ ਆ ਜਿਹਦੇ 'ਚ ਉਹ ਕਹਿੰਦੇ ਆ ਕਿ ਜਿਨ੍ਹਾਂ ਨੇ ਵੀ ਕੀਤਾ ਇਹ ਬੱਜਰ ਗੁਨਾਹ ਕੀਤਾ, ਇਹਨਾਂ ਲੋਕਾਂ ਨੂੰ ਫੜ ਕੇ ਅੰਦਰ ਦੇ ਦੇਣਾ ਚਾਹੀਦਾ ਔਰ ਜੇ ਕੰਮ ਮੈਂ ਨਾ ਕਰਾ ਸਕਿਆ ਤੇ ਮੈਂ ਸਾਰਾ ਕੁਝ ਛੱਡ ਕੇ ਲਾਂਭੇ ਹੋ ਜਾਊਂਗਾ। ਨਾ ਤੇ ਜਥੇਦਾਰ ਸਾਹਿਬ ਲਾਂਭੇ ਹੋਏ ਤੇ ਨਾ ਹੀ ਉਹਨਾਂ ਸਰੂਪਾਂ ਦਾ ਕੋਈ ਵਾਲੀ ਵਾਰਸ ਕਿੱਥੇ ਗਏ, ਨਾ ਕਿਸੇ ਨੇ ਪੁੱਛ ਪ੍ਰਤੀਤ ਕੀਤੀ, ਨਾ ਉਹ ਅੱਜ ਤੱਕ ਮਿਲੇ। ਉਹਦੇ ਕਰਕੇ ਇਹਨਾਂ ਨੇ ਇੱਥੇ ਪੱਕਾ ਜਿਹੜਾ ਧਰਨਾ 1 ਸਾਲ ਦੇ ਕਰੀਬ ਇਹਨਾਂ ਨੂੰ ਉਹ ਚੱਲਾ ਲਾ ਦਿੱਤਾ। ਇਹ ਕੇਸ ਲੈ ਕੇ ਜ਼ਿਲ੍ਹੇ ਦੇ ਪੁਲਿਸ ਕਮਿਸ਼ਨਰ ਕੋਲ ਵੀ ਗਏ, ਉਸ ਤੋਂ ਬਾਅਦ ਇਹ ਲੋਅਰ ਕੋਰਟ ਦੇ ਵਿੱਚ ਵੀ ਗਏ ਔਰ ਲੋਅਰ ਕੋਰਟ ਨੇ ਡਿਸਮਿਸ ਕਰ ਦਿੱਤਾ। 328 ਸਰੂਪ ਗਾਇਬ ਹੋਏ ਹੋਣ ਔਰ ਕੋਰਟ ਦੇ ਵਿੱਚ ਸੁਣਵਾਈ ਨਾ ਹੋਵੇ, ਉਹਨੂੰ ਲੈ ਕੇ ਹਾਈ ਕੋਰਟ ਚੱਲੇ ਨੇ। ਮੈਂ ਦੱਸ ਦਵਾਂ ਕਿ ਦੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਤੇ ਸਾਰੇ ਪੰਜਾਬ 'ਚ ਅੱਗ ਲੱਗੀ। ਅੱਜ ਸਾਰੇ ਪੰਜਾਬ ਦੀਆਂ ਪਾਰਟੀਆਂ 2 ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਦੇ ਉੱਤੇ ਰਾਜਨੀਤੀ ਕਰਦੀਆਂ ਵਾ ਔਰ 328 ਸਰੂਪ ਗਾਇਬ ਹੋਣ ਔਰ ਉਹਨਾਂ ਦਾ ਕੋਈ ਵਾਲੀ ਵਾਰਸ ਨਾ ਹੋਵੇ, ਉਹਨਾਂ ਦੀ ਕੋਈ ਜਾਂਚ ਨਾ ਚੱਲੀ ਹੋਵੇ। ਜਥੇਦਾਰ ਸਾਹਿਬ ਨੇ 267 ਦੇ 328 ਇਸ ਕਰਕੇ ਕੀਤੇ ਕਿ ਉਹਨਾਂ ਸੱਚੇ ਹੋਣਾ ਸੀਗਾ ਸੰਗਤ ਦੀ ਨਜ਼ਰ ਦੇ ਵਿੱਚ ਕਿ ਮੈਂ ਵੱਧ ਕਰ ਦਿੱਤੇ ਨੇ। ਪਰ ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਘਾਲ-ਮਾਲ ਕੀਤਾ, ਉਸ ਤੋਂ ਬਾਅਦ ਜਿਹੜੇ ਇਹਨਾਂ ਫਰਮਾਨ ਜਾਰੀ ਕੀਤੇ, ਉਹਦੇ 'ਚ ਕੀ ਕਹਿੰਦੇ ਨੇ, ਪਹਿਲਾਂ ਪ੍ਰਧਾਨ ਸਾਹਿਬ ਦੀ ਸਟੇਟਮੈਂਟ ਆਈ ਜਦੋਂ ਮੈਂ ਰੌਲਾ ਪਾਇਆ ਸੀਗਾ ਕਿ ਇੰਨੇ ਬੰਦੇ ਦੋਸ਼ੀ ਨੇ, ਵਿੱਚੋਂ ਕਈ ਅਸਤੀਫੇ ਦੇ ਗਏ ਤੇ ਕਈਆਂ ਦੇ ਬਾਰੇ ਉਹਨਾਂ ਨੇ ਬੋਲਿਆ ਕਿ ਇਹਨਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣਗੀਆਂ, ਇਹਨਾਂ ਦੇ ਉੱਤੇ ਜਿਹੜਾ ਕ੍ਰਿਮੀਨਲ ਪਰਚਾ ਦਰਜ ਹੋਊਗਾ। ਉਸ ਤੋਂ ਬਾਅਦ